ਬੰਗਲਾਦੇਸ਼ ਦੀ ਜਿਹੜੀ ਤਾਨਾਸ਼ਾਹ ਪ੍ਰਧਾਨ ਮੰਤਰੀ ਆ ਸ਼ੇਖ ਹਸੀਨਾ, ਲੋਕਾਂ ਦੇ ਰੋਹ ਤੋਂ ਡਰਦੀ ਦੇਸ਼ ਛੱਡ ਕੇ ਭੱਜ ਗਈ ਆ। ਮੋਦੀ ਦੀ ਸ਼ਰਨ ਚ ਕਹਿੰਦੇ ਆ ਵੀ ਆਣ ਬੈਠੀ ਆ। ਜਿਹੜਾ ਬੰਗਲਾਦੇਸ਼ ਦਾ ਕੁਫਰ ਆਏ ਉਸੇ ਤਰ੍ਹਾਂ ਟੁੱਟਿਆ ਜਿੱਦਾਂ 1999 ਵਿੱਚ ਈਸਟਰਨ ਯੂਰਪ ਟੁੱਟਿਆ ਸੀ। 15 ਸਾਲ ਦਾ ਰਾਜ ਸ਼ੇਖ ਹਸੀਨਾ ਦਾ, ਜਿਹੜਾ ਉਹਨੇ ਜੁੱਤੀ ਦੀ ਨੋਕ ਤੇ, ਬੰਦੂਕ ਦੀ ਨੋਕ ਤੇ ਜ਼ਬਰ ਨਾਲ, ਪਤਾ ਹੀ ਨਹੀਂ ਕਿੰਨੇ ਲੋਕ ਆ ਜਿਨ੍ਹਾਂ ਨੇ ਸ਼ੇਖ ਹਸੀਨਾ ਵਾਜਦ ਦੇ ਖਿਲਾਫ ਆਵਾਜ਼ ਉਠਾਈ, ਉਹਨਾਂ ਦਾ ਮੁੜ ਕੇ ਥਾਂ ਪਤਾ ਹੀ ਨਹੀਂ ਲੱਗਿਆ। ਕੋਈ ਅਣਗਿਣਤ ਲੋਕ ਹਨਾ ਜੀ, ਸਿਰਫ 5 ਹਫ਼ਤਿਆਂ ਦੇ ਲੋਕਾਂ ਦੇ ਅੰਦੋਲਨ ਦੇ ਸਾਹਮਣੇ ਉਹ ਟਿਕ ਨਹੀਂ ਸਕੀ ਜਦੋਂ ਲੋਕ ਆਏ ਤੇ ਸਿਰਫ 15 ਸਾਲਾਂ ਦਾ ਰਾਜ ਆ ਜਿਹੜਾ 5 ਹਫ਼ਤਿਆਂ ਦੇ ਪ੍ਰਦਰਸ਼ਨ ਦੇ ਅੱਗੇ ਟਿਕ ਨਾ ਸਕਿਆ ਤੇ ਉਹਨੂੰ ਉਹ ਦੇਸ਼ ਛੱਡ ਕੇ ਭੱਜਣਾ ਪਿਆ ਜਿਹੜੇ ਦੇਸ਼ ਨੂੰ ਇਹ ਕਹਿੰਦੇ ਸੀ ਵੀ ਅਸੀਂ ਆਜ਼ਾਦ ਕਰਾਇਆ, ਮੇਰੇ ਪਿਤਾ ਜੀ ਨੇ ਆਜ਼ਾਦ ਕਰਾਇਆ ਹਨਾ। ਤੁਸੀਂ ਦੇਖੋ ਕਿ ਲਗਭਗ ਪਿਛਲੇ 5 ਹਫ਼ਤਿਆਂ ਵਿੱਚ 300 ਨੌਜਵਾਨ ਸ਼ਹੀਦ ਹੋ ਗਏ ਹੋਇਆ, ਲਗਭਗ 2500 ਜੇਲ੍ਹਾਂ ਵਿੱਚ ਨੇ, ਬਹੁਤ ਸਾਰੇ ਜ਼ਖਮੀ ਨੇ ਹਨਾ। ਸੋ ਲੋਕਾਂ ਨੇ ਵੱਡੀ ਕੀਮਤ ਅਦਾ ਕਰੀ ਆ ਵੀ ਇਹ ਜਿਹੜਾ ਹੈਗਾ ਨੌਕਰੀਆਂ ਬਚਾਉਣ ਲਈ ਜਾਂ ਰੁਜ਼ਗਾਰ ਜਾਂ ਐਜੂਕੇਸ਼ਨ ਦੇ ਹਾਲਾਤਾਂ ਨੂੰ ਠੀਕ ਕਰਨ ਲਈ ਜਿਹੜਾ ਅੰਦੋਲਨ ਸ਼ੁਰੂ ਹੋਇਆ ਸੀ ਉਹ ਮੁੜ ਕੇ ਦੇਸ਼ ਨੂੰ ਬਚਾਉਣ ਲਈ ਅੰਦੋਲਨ ਵਿੱਚ ਬਦਲਿਆ। ਔਰ 5 ਹਫ਼ਤਿਆਂ ਦੌਰਾਨ ਹੀ ਉਹਨਾਂ ਨੇ ਇੱਕ ਵੱਡੇ ਤਾਨਾਸ਼ਾਹ ਦੀ ਸੱਤਾ ਨੂੰ ਪਲਟ ਕੇ ਜਿਹੜਾ ਉਹ ਪਰੇ ਮਾਰਿਆ ਔਰ ਉਹਨੂੰ ਭੱਜਣ ਲਈ ਮਜਬੂਰ ਕਰ ਦਿੱਤਾ ਗਿਆ। ਹੁਣ ਦੱਸਿਆ ਜਾਂਦਾ ਆ ਵੀ ਜਿਹੜਾ ਅਬੂ ਸਈਦ ਨਾਂ ਦਾ ਇੱਕ ਜਿਹੜਾ ਨੌਜਵਾਨ ਆ, ਇਸ ਨੇ ਇਹ ਆਰੰਭ ਕੀਤਾ ਸੀ। ਕੌਣ ਹੈ ਇਹ ਬੰਦਾ? ਇਹਦੇ ਬਾਰੇ ਕੀ ਆਪਾਂ ਨੂੰ ਪਤਾ? ਇਹ ਪਹਿਲਾ ਸ਼ਹੀਦ ਆ ਇਸ ਜੰਗ ਦਾ। तो अब्बू सईद ने जिस दिन अंदोलन शुरू करिया उस दिन मिलिटरी है जिहड़ी ढाका यूनिवर्सिटी दे बाहर बंदूकां लाई खड़ी सी, इहने बाहां उलार के मिलिटरी नूं भी चैलेंज करिया। सो अब्बू सईद ने जिहड़ी बाह उलार के अंदोलन शुरू करिया ਤਾਂ ਕੁਝ ਹੀ ਘੰਟਿਆਂ ਵਿੱਚ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਯੂਨੀਵਰਸਿਟੀ ਦੇ ਬਾਹਰ ਜਿਹੜਾ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਆਪਾਂ ਇਹ ਕਹਿ ਦਿੰਦੇ ਹਾਂ ਕਿ ਵੀ ਨੌਜਵਾਨ ਹੈ ਨਾ, ਜਦੋਂ ਜੋਸ਼ ਨਾਲ ਕੰਮ ਕਰਦੇ ਆ, ਹੋਸ਼ ਨਾਲ ਨਹੀਂ ਕਰਦੇ। ਪਰ ਬੰਗਲਾਦੇਸ਼ ਦੇ ਨੌਜਵਾਨਾਂ ਨੇ ਇਹ ਸਾਨੂੰ ਦਰਸਾ ਦਿੱਤਾ ਵੀ ਜੋਸ਼ ਦੇ ਨਾਲ ਜਿੰਨਾ ਹੋਸ਼ ਉਹਨਾਂ ਨੇ ਰੱਖਿਆ, ਜਿੰਨੀ ਡਿਸਪਲਿਨ ਵਿੱਚ ਉਹਨਾਂ ਨੇ ਕੰਮ ਕਰਿਆ, ਜ਼ਬਰ ਵੀ ਸਹਿਆ, 2500 ਬੰਦਾ ਜੇਲ੍ਹਾਂ ਵਿੱਚ ਵੀ ਹੈਗਾ, ਤਸ਼ੱਦਦ ਵੀ ਸਹਿਆ, ਮਾਰ ਕਟਾਈ ਵੀ ਸਹੀ। ਔਰ ਕਈ ਥਾਵਾਂ ਤੇ ਆਇਆ ਵੀ ਪੁਲਿਸ ਆ ਜਿਹੜੀਆਂ ਪੁਲਿਸ ਕਸਟਡੀ 'ਚ ਬੰਦੇ ਮਾਰੇ ਹੋਏ ਸੀ, ਪੁਲਿਸ ਲਾਸ਼ਾਂ ਸੁੱਟਦੀ ਫਿਰ ਰਹੀ ਸੀ ਸੜਕਾਂ ਤੇ। ਸੋ ਉਹ ਵੀਡੀਓਜ਼ ਵੀ ਸਾਹਮਣੇ ਆਈਆਂ। ਸੋ ਉਹਨਾਂ ਤੇ ਕਿੰਨਾ ਤਸ਼ੱਦਦ ਹੋਇਆ ਹੋਊਗਾ ਵੀ ਉਹ ਤਸ਼ੱਦਦ ਨਾਲ ਜਿਹੜੇ ਬੱਚੇ ਆ ਨੌਜਵਾਨ ਮਾਰੇ ਗਏ। ਆਪਾਂ ਇਹਨੂੰ ਕਹੀਏ ਵੀ ਇਹ ਇੱਕ ਛੋਟਾ ਭਾਰਤ ਸੀ ਜਿਹੜਾ ਬੰਗਲਾਦੇਸ਼। ਅੱਛਾ, ਤੋ ਇਹ ਬਿਲਕੁਲ ਇਹ ਭਾਰਤ ਸਰਕਾਰ ਦੇ ਇਸ਼ਾਰਿਆਂ ਤੇ ਕੰਮ ਕਰ ਰਿਹਾ ਸੀਗਾ। 1971 ਵਿੱਚ ਇਹਨੂੰ ਭਾਰਤ ਨੇ ਆਜ਼ਾਦੀ ਲੈ ਕੇ ਦਿੱਤੀ ਆ। ਇਸ ਚੋਣਾਂ ਤੋਂ ਪਹਿਲਾਂ ਜਿਹੜੀਆਂ ਪਿਛਲੀਆਂ ਚੋਣਾਂ ਹੋਈਆਂ ਉਹਦੇ ਵਿੱਚ ਭਾਰਤ ਸਰਕਾਰ ਨੇ ਅਮਰੀਕਾ ਨੂੰ ਅਪਰੋਚ ਕਰਿਆ ਸੀਗਾ ਵੀ ਸ਼ੇਖ ਹਸੀਨਾ ਨੂੰ ਹੀ ਪ੍ਰਧਾਨ ਮੰਤਰੀ ਬਣਾਇਆ ਜਾਵੇ, ਕਿਉਂਕਿ CIA ਵੀ ਬਹੁਤ ਵੱਡੀ ਪੱਧਰ ਤੇ ਇਨਵੋਲਵ ਸੀਗਾ ਬੰਗਲਾਦੇਸ਼। ਤੋਂ ਉਦੋਂ ਭਾਰਤ ਦੇ ਬਹੁਤ ਚੰਗੇ ਰਿਲੇਸ਼ਨ ਸੀ ਅਮਰੀਕਾ ਨਾਲ। ਅਮਰੀਕਾ ਨੇ ਭਾਰਤ ਦੀ ਗੱਲ ਮੰਨ ਕੇ ਸੋ ਸ਼ੇਖ ਹਸੀਨਾ ਨੂੰ ਪਿਛਲੀਆਂ ਚੋਣਾਂ ਵਿੱਚ ਜਿਹੜਾ ਉਹ ਜਿੱਤ ਦਿਵਾਈ ਸੀ ਵੀ ਤਾਂ ਕਿ ਭਾਰਤ ਨੂੰ ਖੁਸ਼ ਰੱਖਿਆ ਜਾ ਸਕੇ। ਵਰਨਾ ਜੈਨੀਫਰ ਚੌਧਰੀ ਨੇ ਐਡੀਟੋਰੀਅਲ ਲਿਖਿਆ ਅਲ ਜਜ਼ੀਰਾ ਦੀ ਵੈਬਸਾਈਟ ਤੇ ਵੀ ਇਹ 5 ਹਫ਼ਤਿਆਂ ਦਾ ਨਹੀਂ ਹੈਗਾ, ਇਹ 15 ਸਾਲਾਂ ਦਾ ਗੁੱਸਾ ਫੁੱਟਿਆ ਲੋਕਾਂ ਦਾ। ਸਹੀ ਗੱਲ। ਸੋ ਵੀ ਉਹਨਾਂ ਨੇ ਵਿਦਿਆਰਥੀਆਂ ਨੇ ਮੰਗਾਂ ਮੰਨ ਲੈਣ ਤੋਂ ਬਾਅਦ ਵੀ ਕਿਹਾ ਵੀ ਹੁਣ ਨਹੀਂ, ਸਰਕਾਰੀ ਮੁਲਾਜ਼ਮ, ਪ੍ਰੋਫੈਸਰ, ਵਿਦਵਾਨ ਤੇ ਹੋਰ ਚੰਗਾ ਸੋਚਣ ਵਾਲੀ ਸਮੁੱਚੀ ਸਿਵਲ ਸੁਸਾਇਟੀ ਸੀ ਜਿਹੜੀ ਉਹ ਵਿਦਿਆਰਥੀਆਂ ਦੇ ਨਾਲ ਖੜੀ, ਔਰ ਫੌਜ ਦਾ ਇੱਕ ਹਿੱਸਾ ਵੀ ਵਿਦਿਆਰਥੀਆਂ ਦੇ ਨਾਲ ਖੜਿਆ। ਪਰ ਕਿਸਾਨੀ ਅੰਦੋਲਨ ਚੋਂ ਫਿਰ ਸਾਨੂੰ ਬਾਬਾ ਬਘੇਲ ਸਿੰਘ ਯਾਦ ਆਏ, ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦ ਆਏ। ਤੁਸੀਂ ਦੇਖੋ ਜਦੋਂ ਦਸੰਬਰ ਦੇ ਮਹੀਨੇ ਵਿੱਚ ਠੰਡ ਵਿੱਚ ਕਿਸਾਨ ਬੈਠੇ ਸੀ ਤਾਂ ਉੱਥੇ ਕੰਵਰ ਗਰੇਵਾਲ ਨੇ ਗਾਣਾ ਗਾਇਆ, ਸਾਡੇ ਲਈ ਤਾਂ ਸੜਕਾਂ ਜਿਹੜੀਆਂ ਹੈਗੀਆਂ ਵੀ ਇਹੀ ਕਿਲੇ ਬਣ ਗਈਆਂ ਨੇ ਹਨਾ। ਇਹ ਵੀ ਏਸ਼ੀਆ ਦੀ ਜਿਹੜੀ ਟੁੱਟ ਭੱਜ ਆ ਜਾਂ ਰੀਸਟਰਕਚਰਿੰਗ ਆ ਉਸ ਦਾ ਜਿਹੜਾ ਅਸਲ ਆ ਇਹ ਹੁਣ ਸ਼ੁਰੂ ਹੋ ਗਿਆ। ਖਾਸ ਸੰਦੇਸ਼ ਆਇਆ ਵੀ ਅਮਰੀਕਾ ਹੈਗਾ ਬੰਗਲਾਦੇਸ਼ ਦਾ ਕੁਝ ਹਿੱਸਾ ਤੋੜ ਕੇ ਔਰ ਬਰਮਾ ਦਾ ਕੁਝ ਹਿੱਸਾ ਤੋੜ ਕੇ ਇੱਕ ਉੱਥੇ ਨਵਾਂ ਮੁਲਕ ਬਣਾਉਣ ਜਾ ਰਿਹਾ ਹੈਗਾ ਤਾਂ ਕਿ ਉੱਥੇ ਇੱਕ ਬਫਰ ਸਟੇਟ ਬਣੇ ਜਿਹਦੇ ਨਾਲ ਜਿਹੜੀ ਵਾਇਲੈਂਸ ਬਰਮਾ ਵਿੱਚ ਵੀ ਹੁੰਦੀ ਆ ਤੇ ਬੰਗਲਾਦੇਸ਼ 'ਚ ਹੁੰਦੀ ਆ ਤੇ ਹੋਰ ਕਿਹੜੀਆਂ ਟੈਰੀਟਰੀਆਂ ਉਹ ਸ਼ਾਮਲ ਕਰਦਾ ਉਹਦੇ ਵਿੱਚ, ਇਹ ਆਉਣ ਵਾਲਾ ਸਮਾਂ ਜਿਹੜਾ ਦੱਸੇਗਾ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਰਮਵੀਰ ਸਿੰਘ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਰਨਲਿਸਟ ਅਵਤਾਰ ਸਿੰਘ ਜੀ ਜੁੜ ਚੁੱਕੇ ਨੇ। ਉਹਨਾਂ ਨੂੰ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਜੀ।
ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੀਓਪੋਲਿਟਿਕਲੀ ਕੀ ਚੱਲ ਰਿਹਾ ਆ, ਆਪਾਂ ਦੇਖਿਆ ਵੀ ਪਿਛਲੇ ਦਿਨਾਂ ਦੇ ਵਿੱਚ ਕਈ ਜਿਹੜੇ ਘਟਨਾਕ੍ਰਮ ਵਾਪਰੇ ਤੇ ਲੇਟਲੀ ਜਿਹੜਾ ਵਾਪਰ ਰਿਹਾ ਹੈ ਜਾਂ ਆਪਣੇ ਸਾਹਮਣੇ ਅੱਖਾਂ ਦੇ ਜਿਹੜਾ ਹੋ ਰਿਹਾ ਆ ਬੰਗਲਾਦੇਸ਼ ਦਾ, ਭਾਰਤ ਦਾ ਜਿਹੜਾ ਇਹ ਗਵਾਂਢੀ ਮੁਲਕ ਬੰਗਲਾਦੇਸ਼, ਉੱਥੇ ਜਿਹੜੀ ਅਨਰੈਸਟ ਬਣੀ ਪਈ ਆ, ਪੋਲੀਟੀਕਲ ਜੋ ਉੱਥੇ ਸਥਿਤੀ ਬਣੀ ਪਈ ਆ, ਉੱਥੋਂ ਦੇ ਜਿਹੜੇ ਲੀਡਰ ਆ ਉਹ ਦੌੜ ਰਹੇ ਆ, ਨੱਸ ਰਹੇ ਆ ਮੁਲਕ ਨੂੰ ਛੱਡ ਕੇ। ਇਹ ਸਾਰੇ ਵਰਤਾਰੇ ਦਾ ਕੀ ਮਤਲਬ ਆ, ਕਿਉਂ ਇਦਾਂ ਇਹ ਹੋ ਰਿਹਾ ਆ, ਤੇ ਇਸ ਦੇ ਨਾਲ ਇਸ ਦੇ ਜ਼ਰੀਏ ਕੀ ਕੋਈ ਇਸ਼ਾਰੇ ਨੇ ਭਾਰਤ ਨੂੰ, ਇਹਦੇ ਬਾਰੇ ਜਿਹੜੇ ਆਪਾਂ ਡੂੰਘਾਈ 'ਚ ਗੱਲਬਾਤ ਕਰਾਂਗੇ। ਅਵਤਾਰ ਸਿੰਘ ਜੀ, ਸ਼ੁਰੂਆਤ ਕਰਦੇ ਹਾਂ। ਬੰਗਲਾਦੇਸ਼ ਦੀ ਜਿਹੜੀ ਤਾਨਾਸ਼ਾਹ ਪ੍ਰਧਾਨ ਮੰਤਰੀ ਆ ਸ਼ੇਖ ਹਸੀਨਾ, ਲੋਕਾਂ ਦੇ ਰੋਹ ਤੋਂ ਡਰਦੀ ਦੇਸ਼ ਛੱਡ ਕੇ ਭੱਜ ਗਈ ਆ, ਮੋਦੀ ਦੀ ਸ਼ਰਨ 'ਚ ਕਹਿੰਦੇ ਆ ਵੀ ਆਣ ਬੈਠੀ ਆ। ਇਸ ਪੂਰੀ ਸਥਿਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਹਾਂਜੀ ਹਾਂਜੀ, ਸੋ ਜਿਹਦੇ ਤੇ ਸਟੀਕ ਟਿੱਪਣੀ ਕਰਨੀ ਹੋਵੇ ਤਾਂ ਆਪਾਂ ਕਹਿ ਸਕਦੇ ਆ ਵੀ ਕੁਫਰ ਟੁੱਟਾ ਖੁਦਾ ਖੁਦਾ ਕਰਕੇ। ਸੋ ਇਹ ਜਿਹੜਾ ਬੰਗਲਾਦੇਸ਼ ਦਾ ਕੁਫਰ ਆ, ਇਹ ਉਸੇ ਤਰ੍ਹਾਂ ਟੁੱਟਿਆ ਜਿੱਦਾਂ 1999 ਵਿੱਚ ਈਸਟਰਨ ਯੂਰਪ ਟੁੱਟਿਆ ਸੀ। ਚੈਕੋਸਲੋਵਾਕੀਆ ਤੇ ਦੂਸਰੇ ਹੋਰ ਜਿਹੜੇ ਮੁਲਕ ਨੇ ਬਹੁਤ ਸਾਰੇ ਈਸਟਰਨ ਯੂਰਪ ਦੇ, ਹੰਗਰੀ 'ਚ, ਪੋਲੈਂਡ 'ਚ, ਇਹਨਾਂ ਥਾਵਾਂ ਤੇ ਟੁੱਟ ਭੱਜ ਹੋਈ ਤੇ ਉਹ ਤੋਂ 2 ਸਾਲਾਂ ਬਾਅਦ ਹੀ ਤੁਸੀਂ ਦੇਖੋ ਰੂਸ ਤੋੜ ਦਿੱਤਾ ਗਿਆ, ਹਨਾ। ਸੋ ਇਹ ਜਿਹੜਾ ਕੁਫਰ ਟੁੱਟਿਆ, ਜਿਹੜਾ ਇਹ ਕੁਫਰ ਦੀ ਇੱਕ ਖੇਡ ਬਣਾਈ ਸੀ, ਜਿਹੜਾ ਕਿਹਾ ਜਾਂਦੇ ਸੀ ਵੀ ਅਸੀਂ ਆਜ਼ਾਦੀ ਲੈ ਲਈ ਆ, ਉਸ ਆਜ਼ਾਦੀ ਨੂੰ ਕਿਹਨਾਂ ਲੋਕਾਂ ਨੇ ਆਪਣੇ ਰਾਜਨੀਤਿਕ ਹਿੱਤਾਂ ਲਈ ਵਰਤਿਆ, ਕਿਸ ਤਰ੍ਹਾਂ ਜ਼ਬਰ ਦੇ ਕੁਹਾੜੇ ਨਾਲ ਲੋਕਾਂ ਨੂੰ ਆਜ਼ਾਦੀ ਦੇ ਨਾਂ ਤੇ ਗੁਲਾਮ ਬਣਾਉਣ ਦਾ, ਇੱਕ ਨਵੇਂ ਹਾਕਮਾਂ ਵੱਲੋਂ ਗੁਲਾਮ ਬਣਾਉਣ ਦਾ ਯਤਨ ਕੀਤਾ ਗਿਆ। ਉਹ ਕੁਫਰ ਆ ਜਿਹੜਾ 1971 ਵਿੱਚ ਜਿਹਦੀ ਸਥਾਪਨਾ ਹੋਈ ਔਰ 1975 ਵਿੱਚ ਜਿਹੜਾ ਕੁਫਰ ਸ਼ੁਰੂ ਹੋਇਆ, ਅੱਜ ਉਹ ਕੁਫਰ ਆ ਜਿਹੜਾ ਖੁਦਾ ਖੁਦਾ ਕਰਕੇ ਟੁੱਟ ਗਿਆ ਹੈ ਨਾ। ਸੋ 15 ਸਾਲ ਦਾ ਰਾਜ ਸ਼ੇਖ ਹਸੀਨਾ ਦਾ, ਜਿਹੜਾ ਉਹਨੇ ਜੁੱਤੀ ਦੀ ਨੋਕ ਤੇ, ਬੰਦੂਕ ਦੀ ਨੋਕ ਤੇ ਜ਼ਬਰ ਨਾਲ, ਪਤਾ ਹੀ ਨਹੀਂ ਕਿੰਨੇ ਲੋਕ ਆ ਜਿਨ੍ਹਾਂ ਨੇ ਸ਼ੇਖ ਹਸੀਨਾ ਵਾਜਦ ਦੇ ਖਿਲਾਫ ਆਵਾਜ਼ ਉਠਾਈ, ਉਹਨਾਂ ਦਾ ਮੁੜ ਕੇ ਥਾਂ ਪਤਾ ਹੀ ਨਹੀਂ ਲੱਗਿਆ, ਕੋਈ ਅਣਗਿਣਤ ਲੋਕ, ਹਨਾ ਜੀ। ਸੋ ਜਿਹੜੇ ਇੱਕ ਵਾਰੀ ਚੱਕ ਲਏ ਪੁਲਿਸ ਨੇ ਆ ਫੌਜ ਨੇ, ਮੁੜ ਕੇ ਉਹਨਾਂ ਦਾ ਖੁਰਾ ਖੋਜ ਨਹੀਂ ਹੈ। ਸੋ ਲਵਾਰਸ ਲਾਸ਼ਾਂ ਦੇ ਕੇਸ ਆ ਜਿਹੜੇ ਪੰਜਾਬ ਵਾਂਗ ਬੰਗਲਾਦੇਸ਼ ਵਿੱਚ ਵੀ, ਜਿਹਦਾ ਪਤਾ ਹੀ ਨਹੀਂ, ਗਿਣਤੀ ਹੋਈ ਨਹੀਂ ਵੀ ਕਿੰਨੇ ਅਣਗਿਣਤ ਕੇਸ ਹੋਏ ਆ। ਸੋ ਇੱਕ ਤਾਨਾਸ਼ਾਹ ਲੀਡਰ ਜਿਹੜੀ ਭਾਰਤ ਦੇ, ਆਪਾਂ ਕਹਿ ਸਕਦੇ ਵੀ ਇਸ਼ਾਰੇ ਤੇ ਜਾਂ ਭਾਰਤ ਦੇ ਸਹਿਯੋਗ ਨਾਲ ਲੋਕਾਂ ਤੇ ਜ਼ਬਰ ਕਰਕੇ ਆਪਣਾ ਰਾਜਸ਼ਾਹੀ ਚਲਾ ਰਹੀ ਸੀ, ਅੱਜ ਉਹਨੂੰ ਸਿਰਫ 5 ਹਫ਼ਤਿਆਂ ਦੇ ਲੋਕਾਂ ਦੇ ਅੰਦੋਲਨ ਦੇ ਸਾਹਮਣੇ ਉਹ ਟਿਕ ਨਹੀਂ ਸਕੀ। ਜਦੋਂ ਲੋਕ ਆਏ ਤੇ ਸਿਰਫ 15 ਸਾਲਾਂ ਦਾ ਰਾਜ ਆ ਜਿਹੜਾ 5 ਹਫ਼ਤਿਆਂ ਦੇ ਪ੍ਰਦਰਸ਼ਨ ਦੇ ਅੱਗੇ ਟਿਕ ਨਾ ਸਕਿਆ, ਤੇ ਉਹਨੂੰ ਉਹ ਦੇਸ਼ ਛੱਡ ਕੇ ਭੱਜਣਾ ਪਿਆ ਜਿਹੜੇ ਦੇਸ਼ ਨੂੰ ਇਹ ਕਹਿੰਦੇ ਸੀ ਵੀ ਅਸੀਂ ਆਜ਼ਾਦ ਕਰਾਇਆ, ਮੇਰੇ ਪਿਤਾ ਜੀ ਨੇ ਆਜ਼ਾਦ ਕਰਾਇਆ, ਹਨਾ। ਤੁਸੀਂ ਦੇਖੋ ਕਿੰਨਾ ਵੱਡਾ ਦਵੰਦ ਹੈ ਵੀ ਜਿਸ ਦੇਸ਼ ਨੂੰ ਆਜ਼ਾਦ ਕਰਾਇਆ ਉਸ ਦੇਸ਼ ਦੇ ਲੋਕਾਂ ਨੇ ਜੁੱਤੀਆਂ ਮਾਰ ਕੇ ਭਜਾਤਾ, ਹਨਾ। ਸੋ ਇਹ ਹੁੰਦਾ ਲੋਕ ਰੋਹ, ਇਹ ਹੁੰਦਾ ਜਦੋਂ ਲੋਕ ਆਪਣੇ ਹੱਕਾਂ ਲਈ, ਆਪਣੇ ਹਿੱਤਾਂ ਲਈ ਜਾਂ ਦੇਸ਼ ਦੇ ਹਿੱਤਾਂ ਲਈ, ਸੋ ਲੋਕਾਂ ਨੇ ਸਿਰਫ ਆਪਣੇ ਨਿੱਜੀ ਹਿੱਤਾਂ ਲਈ ਨਹੀਂ, ਦੇਸ਼ ਦੇ ਹਿੱਤਾਂ ਲਈ ਵੀ ਜਿਹੜੇ ਹੈਗੇ ਇੱਕ ਚੰਗਾ ਫੈਸਲਾ ਕਰਿਆ ਹੈਗਾ। ਸੋ ਇੱਕ ਤਾਨਾਸ਼ਾਹ ਪ੍ਰਧਾਨ ਮੰਤਰੀ ਨੂੰ ਭੱਜਣ ਲਈ ਮਜਬੂਰ ਕਰਿਆ, ਔਰ ਇਹ ਬਾਕੀ ਦੇ ਤਾਨਾਸ਼ਾਹ ਲੋਕਾਂ ਲਈ ਵੀ ਇੱਕ ਸੰਦੇਸ਼ ਆ। ਇਹਦੀ ਪਹਿਲੀ ਟਿੱਪਣੀ ਇਸ ਤਰ੍ਹਾਂ ਕਹੀ ਜਾ ਸਕਦੀ ਹੈ। ਬਿਲਕੁਲ। ਸੋ ਇਹ ਜਿਹੜੀ ਸ਼ੁਰੂਆਤ ਹੋਈ ਆ, ਇਹ 5 ਹਫ਼ਤੇ ਪਹਿਲਾਂ ਜੋ ਵਿਦਿਆਰਥੀ ਅੰਦੋਲਨ ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਆ, ਇਹਨਾਂ ਨੇ ਮੈਨੂੰ ਲੱਗਦਾ ਕੁਛ ਸੀਗਾ ਵੀ ਇੰਨੇ % ਜਿਹੜੀਆਂ ਅਸੀਂ ਨੌਕਰੀਆਂ ਰਾਖਵੀਆਂ ਕਰਨੀਆਂ। ਫਿਰ ਉਸ ਤੋਂ ਬਾਅਦ ਇਹ ਵਿਦਿਆਰਥੀ ਅੰਦੋਲਨ ਜਿਹੜਾ ਉੱਥੇ ਆਇਆ, ਕਹਿ ਸਕਦੇ ਵੀ ਨਵੀਂ ਜਨਰੇਸ਼ਨ ਨੇ ਸਾਰਾ ਕੁਝ ਕੀਤਾ। ਮੰਗਾਂ ਕੀ ਸਨ ਇਸ ਅੰਦੋਲਨ ਦੀਆਂ? ਹਾਂਜੀ ਹਾਂਜੀ, ਸੋ ਨਵੀਂ ਪੀੜ੍ਹੀ ਨੇ, ਆਪਾਂ ਦੇਖ ਰਹੇ ਹਾਂ ਵੀ ਨਵੀਂ ਪੀੜ੍ਹੀ ਵਿੱਚ ਦੁਨੀਆ ਭਰ ਵਿੱਚ ਚੇਤਨਤਾ ਆ ਰਹੀ ਹੈ। ਆਪਾਂ ਪੰਜਾਬ 'ਚ ਦੇਖਿਆ, ਸੋ ਪੰਜਾਬ ਵਿੱਚ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ 222 ਵਿੱਚ ਜਿਹੜੀਆਂ ਚੋਣਾਂ ਵਿੱਚ ਇੱਕ ਵੱਡੀ ਤਬਦੀਲੀ ਆਈ ਆ, ਉਹ ਨਵੀਂ ਪੀੜ੍ਹੀ ਦੀ ਚੇਤਨਤਾ ਕਰਕੇ ਆਈ ਆ। ਸੋ ਇਹ ਚੇਤਨਤਾ ਸੋਸ਼ਲ ਮੀਡੀਆ ਕਰਕੇ ਪੂਰੀ ਦੁਨੀਆ ਵਿੱਚ ਆ ਜਿਹੜੀ ਆ ਰਹੀ ਆ। ਸੋ ਜਿਹੜਾ ਅੰਦੋਲਨ ਬੰਗਲਾਦੇਸ਼ ਵਿੱਚ ਸ਼ੁਰੂ ਹੋਇਆ, ਉਹ 5 ਹਫ਼ਤੇ ਪਹਿਲਾਂ ਸ਼ੁਰੂ ਹੋਇਆ। ਕੁਝ ਸਾਲ ਪਹਿਲਾਂ ਮੇਰੇ ਖਿਆਲ 2018-19 ਵਿੱਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜਦ ਨੇ ਨੌਕਰੀਆਂ ਦੇ ਮਾਮਲੇ ਵਿੱਚ ਇੱਕ ਕੋਟਾ ਰਿਜ਼ਰਵ ਕਰਿਆ ਵੀ 30% ਨੌਕਰੀਆਂ, ਸਰਕਾਰੀ ਨੌਕਰੀਆਂ, ਜਿਹੜੀਆਂ ਵੱਡੀਆਂ ਸਰਕਾਰੀ ਨੌਕਰੀਆਂ ਜਿੱਥੇ ਬਹੁਤ ਪੈਸੇ ਬਣਦੇ ਆ, ਵੀ ਉਹ ਨੌਕਰੀਆਂ ਦਾ 30% ਹਿੱਸਾ ਅਸੀਂ ਉਹਨੂੰ ਲੋਕਾਂ ਨੂੰ ਦੇਣਾ ਜਿਨ੍ਹਾਂ ਨੇ 1971 ਦੀ ਜਿਹੜੀ ਦੇਸ਼ ਨੂੰ ਆਜ਼ਾਦ ਕਰਾਉਣ ਦੀ ਜੰਗ ਆ ਉਹਦੇ ਵਿੱਚ ਹਿੱਸਾ ਲਿਆ। ਸੋ ਉਹਨਾਂ ਦੀਆਂ ਹੁਣ 3-4 ਪੀੜ੍ਹੀਆਂ ਵੀ ਅਗਲੀਆਂ ਸਾਰੀਆਂ ਪੀੜ੍ਹੀਆਂ ਤੱਕ ਹੀ, ਉਹਨਾਂ ਦੇ ਪੋਤੇ ਪੜਪੋਤਿਆਂ ਤੱਕ ਆ ਜਿਹੜਾ ਉਹ ਦਿੱਤਾ ਜਾਊਗਾ। ਹਾਲਾਂਕਿ 2-3 ਪੀੜ੍ਹੀਆਂ ਪਹਿਲਾਂ ਉਹਦਾ ਲਾਹਾ ਲੈ ਚੁੱਕੀਆਂ, ਇਹ ਲਗਾਤਾਰ ਜਿਹੜਾ ਕਰ ਦਿੱਤਾ ਸੀ। ਇਹਦੇ ਨਾਲ ਜਿਹੜੇ 18 ਮਿਲੀਅਨ ਨੌਜਵਾਨ ਆ, ਉਹਨਾਂ ਦਾ ਭਵਿੱਖ ਆ ਜਿਹੜਾ ਖਤਰੇ 'ਚ ਪੈ ਗਿਆ ਸੀਗਾ। ਸੋ ਜਿਹੜੇ ਬਹੁਤ ਹੀ ਵੱਡੇ ਪੱਧਰ ਤੇ ਗ੍ਰੈਜੂਏਟਸ ਨੇ, ਪੋਸਟ ਗ੍ਰੈਜੂਏਟਸ ਨੇ, ਸੋ 30% ਸਿੱਧਾ ਹੀ 1/3 ਆ ਜਿਹੜਾ ਉਸ ਰਿਜ਼ਰਵੇਸ਼ਨ ਕੋਟੇ 'ਚ ਚਲਿਆ ਗਿਆ।
ਉਹ ਜਿਹੜੇ ਬਹੁਤੇ ਲੋਕਾਂ ਨੂੰ ਇਹ ਕਹਿ ਰਹੇ ਆ, ਉਹਦੇ ਪਰਦੇ ਹੇਠ ਆਪਣੇ ਬੰਦਿਆਂ ਨੂੰ ਜਿਹੜੀਆਂ ਨੌਕਰੀਆਂ ਦੇ ਰਹੇ ਸੀ। ਉਹਦਾ ਵੀ ਇਹ ਹੈ ਵੀ ਉਹਦਾ ਵੀ ਸਦਉਪਯੋਗ ਨਹੀਂ ਹੋ ਰਿਹਾ, ਵੀ ਉਹਦੀ ਐਗਜ਼ੈਕਟ ਜਿਹੜੀ ਹੈਗੀ ਆ ਵੀ ਉਹਦੀ ਵਰਤੋਂ ਨਹੀਂ ਹੋ ਰਹੀ। ਉਹ ਬਹੁਤੇ ਇਹਨਾਂ ਦੇ ਪਾਰਟੀ ਵਰਕਰ ਹੀ ਸੀ। ਸ਼ੇਖ ਹਸੀਨਾ ਵਾਜਦ ਦੀ ਜਿਹੜੀ ਆਵਾਮੀ ਲੀਗ ਆ, ਉਹਦੇ ਹੀ ਜਿਹੜੇ ਹੈਗੇ ਆ ਇਹ ਪਾਰਟੀ ਵਰਕਰ ਸੀ। ਆਪਣੇ ਪਾਰਟੀ ਵਰਕਰਾਂ ਨੂੰ ਖੁਸ਼ ਰੱਖਣ ਲਈ ਉਹ ਪਾਰਟੀ ਵਰਕਰ ਫਿਰ ਇਹਦੇ ਲਈ ਤਾਨਾਸ਼ਾਹ ਨੀਤੀਆਂ ਅਪਣਾਉਂਦੇ ਸੀਗੇ। ਨੌਕਰੀਆਂ ਦਿੱਤੀਆਂ ਹੋਈਆਂ, ਇਹਦੇ ਬਹਾਵ ਤੇ ਫਿਰ ਨੌਜਵਾਨਾਂ ਦਾ ਪਿੱਛਾ ਕਰਦੇ ਸੀ, ਉਹਨਾਂ ਤੇ ਕ੍ਰੈਕਡਾਊਨ ਕਰਦੇ ਸੀ, ਪੁਲਿਸ ਨਾਲ ਮਿਲ ਕੇ ਉਹਨਾਂ ਤੇ ਤਸ਼ੱਦਦ ਕਰਦੇ ਸੀ। ਇਹ ਬਹੁਤ ਵੱਡਾ ਜਿਹੜਾ ਆਪਾਂ ਕਹਿ ਸਕਦੇ ਵੀ ਘਟੀਆ ਸਰਕਲ ਸੀ। ਸੋ 5 ਹਫ਼ਤੇ ਪਹਿਲਾਂ ਉਹ ਅੰਦੋਲਨ ਸ਼ੁਰੂ ਹੋਇਆ। ਪਹਿਲਾਂ ਵੀ ਜਿੱਦਾਂ ਇਹਦੇ ਤੇ ਪ੍ਰੋਟੈਸਟ ਹੁੰਦੇ ਰਹੇ, ਪਰ ਜਿਹੜਾ ਆਖਰੀ ਫੈਸਲਾ ਕਲ ਅੰਦੋਲਨ ਸ਼ੁਰੂ ਹੋਇਆ ਉਹ 5 ਹਫ਼ਤੇ ਪਹਿਲਾਂ ਹੋਇਆ, ਜਿਹਦੇ ਵਿੱਚ ਸਰਕਾਰ ਨੂੰ ਜਿਹੜੀ ਮੂੰਹ ਦੀ ਖਾਣੀ ਪਈ ਔਰ ਜਿਹੜੀ ਹੈਗੀ ਆ ਸ਼ੇਖ ਹਸੀਨਾ ਨੂੰ ਇਹ ਛੱਡ ਕੇ ਆ ਜਿਹੜਾ ਭੱਜਣਾ ਪਿਆ। ਉਹਦੇ ਵਿੱਚ ਲਗਭਗ ਪਿਛਲੇ 5 ਹਫ਼ਤਿਆਂ ਵਿੱਚ 300 ਨੌਜਵਾਨ ਸ਼ਹੀਦ ਹੋ ਗਏ ਹੋਇਆ। ਸੋ ਇਹਦੇ ਵਿੱਚੋਂ 300 ਨੌਜਵਾਨ ਸ਼ਹੀਦ ਹੋਇਆ, ਲਗਭਗ 2500 ਜੇਲ੍ਹਾਂ ਵਿੱਚ ਨੇ, ਬਹੁਤ ਸਾਰੇ ਜ਼ਖਮੀ ਨੇ, ਹਨਾ। ਸੋ ਲੋਕਾਂ ਨੇ ਵੱਡੀ ਕੀਮਤ ਅਦਾ ਕਰੀ ਆ ਇਹਦੇ ਮਾਮਲੇ ਵਿੱਚ। ਔਰ ਯੰਗ ਨੌਜਵਾਨ ਪੜ੍ਹੇ ਲਿਖੇ ਜਿਹੜੇ ਹਨਾ ਡਿਗਰੀ ਹੋਲਡਰ ਸੀਗੇ, ਉਹਨਾਂ ਨੇ ਇਹ ਜਿਹੜਾ ਅੰਦੋਲਨ ਚਲਾਇਆ ਔਰ ਅੰਦੋਲਨ ਇੰਨਾ ਸਕਸੈਸਫੁਲ ਚਲਾਇਆ ਵੀ ਕਿਸੇ ਵੀ ਨਾ ਮਿਲਟਰੀ ਵਾਲੇ ਨੂੰ ਨਾ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਰਾਜਨੀਤੀਵਾਨ ਜਿਹੜੇ ਕਹਿੰਦੇ ਸੀ ਵੀ ਅਸੀਂ ਦੇਸ਼ ਨੂੰ ਸੰਭਾਲਣਾ ਹੈਗਾ, ਅਸੀਂ ਦੇਸ਼ ਦੇ ਵਾਰਸ, ਉਹਨਾਂ ਨੂੰ ਨੇੜੇ ਲੱਗਣ ਦਿੱਤਾ। ਨੌਜਵਾਨਾਂ ਨੇ ਬਹੁਤ ਡਿਸਿਪਲਿਨ ਨਾਲ, ਬਹੁਤ ਸੰਜੀਦਗੀ ਨਾਲ ਤੇ ਬਹੁਤ ਪ੍ਰਤੀਬੱਧਤਾ ਨਾਲ ਇਹ ਉਹਨਾਂ ਨੇ ਆਪਣੀਆਂ ਨੌਕਰੀਆਂ ਬਚਾਉਣ ਲਈ ਅੰਦੋਲਨ ਨਹੀਂ ਕਰਿਆ, ਇਹ ਦੇਸ਼ ਬਚਾਉਣ ਲਈ ਅੰਦੋਲਨ ਸੀ ਅਸਲ 'ਚ। ਉਹ ਅੱਗੇ ਜਾ ਕੇ ਆਪਾਂ ਦੇਖਾਂਗੇ ਵੀ ਇਹ ਜਿਹੜਾ ਹੈਗਾ ਨੌਕਰੀਆਂ ਬਚਾਉਣ ਲਈ ਜਾਂ ਰੁਜ਼ਗਾਰ ਜਾਂ ਐਜੂਕੇਸ਼ਨ ਦੇ ਹਾਲਾਤਾਂ ਨੂੰ ਠੀਕ ਕਰਨ ਲਈ ਜਿਹੜਾ ਅੰਦੋਲਨ ਸ਼ੁਰੂ ਹੋਇਆ ਸੀ, ਉਹ ਮੁੜ ਕੇ ਦੇਸ਼ ਨੂੰ ਬਚਾਉਣ ਲਈ ਅੰਦੋਲਨ ਵਿੱਚ ਬਦਲਿਆ। ਔਰ 5 ਹਫ਼ਤਿਆਂ ਦੌਰਾਨ ਹੀ ਉਹਨਾਂ ਨੇ ਇੱਕ ਵੱਡੇ ਤਾਨਾਸ਼ਾਹ ਦੀ ਸੱਤਾ ਨੂੰ ਪਲਟ ਕੇ ਜਿਹੜਾ ਉਹ ਪਰੇ ਮਾਰਿਆ ਔਰ ਉਹਨੂੰ ਭੱਜਣ ਲਈ ਮਜਬੂਰ ਕਰ ਦਿੱਤਾ ਗਿਆ। 300 ਬੰਦਾ ਵੀ ਮਰਿਆ, ਇਹਨਾਂ ਨੇ ਗੋਲੀਆਂ ਵੀ ਚਲਾਈਆਂ। ਉਹੀ ਜਿਹੜੇ ਹੱਥ ਠੋਕੇ ਬਣ ਕੇ ਸਰਕਾਰ ਦੇ ਜਿਹੜੇ ਉੱਥੇ ਦੀਆਂ ਫੋਰਸਾਂ ਨੇ ਉਹ ਕੰਮ ਕੀਤਾ, ਜੋ ਆਪਾਂ ਉੱਥੋਂ ਦੇ ਗਵਾਂਢੀ ਮੁਲਕ ਇੰਡੀਆ ਦੇ ਵਿੱਚ ਵੀ ਜਿਹੜਾ ਉਹ ਦੇਖਦੇ ਆਏ ਆ, ਪੰਜਾਬ ਦੇ ਵਿੱਚ ਵੀ ਆਪਾਂ ਇਹ ਵਰਤਾਰਾ ਜਿਹੜਾ ਉਹ ਦੇਖਿਆ ਆ। ਹੁਣ ਦੱਸਿਆ ਜਾਂਦਾ ਆ ਵੀ ਜਿਹੜਾ ਅਬੂ ਸਈਦ ਨਾਂ ਦਾ ਇੱਕ ਜਿਹੜਾ ਨੌਜਵਾਨ ਆ, ਇਸ ਨੇ ਇਹ ਆਰੰਭ ਕੀਤਾ ਸੀ। ਕੌਣ ਹੈ ਇਹ ਬੰਦਾ, ਇਹਦੇ ਬਾਰੇ ਕੀ ਆਪਾਂ ਨੂੰ ਪਤਾ ਹੈ? ਹਾਂਜੀ, ਇਹ ਪੋਸਟ ਗ੍ਰੈਜੂਏਟ ਸੀ, ਢਾਕਾ ਜਿਹੜੀ ਯੂਨੀਵਰਸਿਟੀ ਤੋਂ ਬਹੁਤ ਬ੍ਰਿਲੀਅੰਟ ਸਟੂਡੈਂਟ ਸੀ। ਸੋ ਬਹੁਤ ਅੱਛੇ ਨੰਬਰਾਂ ਨਾਲ ਗਰੀਬ ਪਰਿਵਾਰ ਚੋਂ ਸੀਗਾ ਆਇਆ, ਤੇ ਜਦੋਂ ਉਹਨੂੰ ਪਤਾ ਲੱਗਿਆ ਵੀ 30% ਕੋਟਾ ਇਹਨਾਂ ਨੇ ਰਾਖਵਾਂ ਕਰ ਲਿਆ ਹੋਇਆ, ਉਹਨੂੰ ਲੱਗਿਆ ਵੀ ਸਾਡੇ ਲਈ ਜਿਹੜੇ ਰਸਤੇ ਬੰਦ ਨੇ, ਵੀ ਜਿਹੜੀ ਪ੍ਰਾਈਮ ਯੰਗ ਏਜ ਵਿੱਚ ਅਸੀਂ ਹੈਗੇ ਆ, ਸਾਨੂੰ ਜਦੋਂ ਤੱਕ ਨੌਕਰੀਆਂ ਮਿਲਣ ਦੀ ਵਾਰੀ ਆਉਣੀ ਆ, ਸਾਡੀ ਨੌਕਰੀ ਲੈਣ ਦੀ ਉਮਰ ਆ ਜਿਹੜੀ ਲੰਘ ਜਾਣੀ ਹੈ। ਸੋ ਅਬੂ ਸਈਦ ਵਰਗੇ ਇਹਨੇ ਫਿਰ ਜਿਹੜਾ ਹੈਗਾ ਆਪਣੇ ਨੌਜਵਾਨ ਸਾਥੀਆਂ ਨੂੰ ਯੂਨੀਵਰਸਿਟੀ, ਢਾਕਾ ਯੂਨੀਵਰਸਿਟੀ ਤੇ ਨਾਲ ਦੀਆਂ ਯੂਨੀਵਰਸਿਟੀਆਂ ਵਿੱਚ ਜਾ ਕੇ ਲੋਕਾਂ ਨੂੰ ਲਾਮਬੰਦ ਕਰਿਆ ਵੀ ਇਹ ਸਾਡੇ ਰੁਜ਼ਗਾਰ, ਸਾਡੀ ਪ੍ਰੋਸਪਰਸ ਲਾਈਫ ਆ, ਸਾਡੇ ਪਰਿਵਾਰਾਂ ਦੀ ਜ਼ਿੰਦਗੀ ਆ, ਔਰ ਸਾਡੇ ਦੇਸ਼ ਦੀ ਜਿਹੜਾ ਇੱਕ ਬਹੁਤ ਹੀ ਚੰਗਾ ਯੂਥ ਆ, ਜਿਹੜਾ ਬ੍ਰਿਲੀਅੰਟ ਯੂਥ ਆ, ਉਹਨੂੰ ਨੁਕਰੇ ਲਾਉਣ ਤੇ ਆਪਣੇ ਜਿਹੜੇ ਹਮਾਇਤੀ ਆ ਉਹਨਾਂ ਨੂੰ ਨੌਕਰੀਆਂ ਦੇਣ ਦਾ ਇੱਕ ਤਰ੍ਹਾਂ ਨਾਲ ਕਾਰਜ ਕਰਿਆ ਜਾ ਰਿਹਾ। ਸੋ ਉਹਨੇ ਨੌਜਵਾਨਾਂ ਨੂੰ ਆਰਗੇਨਾਈਜ਼ ਕਰਿਆ ਔਰ ਇਹ ਪਹਿਲਾ ਸ਼ਹੀਦ ਆ ਇਸ ਜੰਗ ਦਾ, ਹਨਾ। ਸੋ ਅਬੂ ਸਈਦ ਨੇ ਜਿਸ ਦਿਨ ਇਹ ਅੰਦੋਲਨ ਸ਼ੁਰੂ ਕਰਿਆ ਉਸ ਦਿਨ ਮਿਲਟਰੀ ਆ ਜਿਹੜੀ ਢਾਕਾ ਯੂਨੀਵਰਸਿਟੀ ਦੇ ਬਾਹਰ ਬੰਦੂਕਾਂ ਲਈ ਖੜੀ ਸੀ, ਇਹਨੇ ਬਾਹਾਂ ਲਾਰ ਕੇ ਮਿਲਟਰੀ ਨੂੰ ਵੀ ਚੈਲੰਜ ਕਰਿਆ। ਸੋ ਜਿਹੜੇ ਉਹਨਾਂ ਦਾ ਜਿਹੜਾ ਵਿਦਿਆਰਥੀ ਵਿੰਗ ਹੈਗਾ ਨਾ ਸ਼ੇਖ ਹਸੀਨਾ ਦੀ ਪਾਰਟੀ ਦਾ, ਉਹ ਇਹਨਾਂ ਦੇ ਸਾਹਮਣੇ ਸੀ। ਜਿਹੜਾ ਵਿਦਿਆਰਥੀ ਵਿੰਗ ਆ ਉਹ ਗੁੰਡਿਆਂ ਵਾਂਗ ਜਿੱਦਾਂ ਉਹ ਕਰਦਾ ਸੀਗਾ ਵੀ ਇਹਨਾਂ ਸੱਚੇ ਸੁੱਚੇ ਵਿਦਿਆਰਥੀਆਂ ਨੂੰ ਕੁੱਟਮਾਰ ਕਰਨ, ਪੁਲਿਸ ਹੱਥੋਂ ਮਰਵਾਉਣ, ਗ੍ਰਿਫਤਾਰ ਕਰਾਉਣ, ਸਾਰਾ ਕੁਛ ਹੈ ਜਿਹੜਾ ਉਹ ਕਰਦਾ ਸੀਗਾ। ਸੋ ਅਬੂ ਸਈਦ ਨੇ ਜਿਹੜੀ ਬਾਹ ਉਲਾਰ ਕੇ ਅੰਦੋਲਨ ਸ਼ੁਰੂ ਕਰਿਆ ਤਾਂ ਕੁਝ ਹੀ ਘੰਟਿਆਂ ਵਿੱਚ ਹੀ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ, ਯੂਨੀਵਰਸਿਟੀ ਦੇ ਬਾਹਰ ਹੀ ਜਿਹੜਾ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਸੋ ਉਸ ਅਬੂ ਸਈਦ ਦੀ ਦੇਹ ਤੇ ਲੋਕਾਂ ਨੇ ਫਿਰ ਮ੍ਰਿਤਕ ਦੇਹ ਤੇ ਜਿਹੜੀਆਂ ਕਸਮਾਂ ਖਾਧੀਆਂ ਵੀ ਅਸੀਂ ਤੇਰੀ ਸੋਚ ਨੂੰ ਤੇ ਤੇਰੇ ਜਜ਼ਬੇ ਨੂੰ ਤੇ ਤੇਰੀ ਜਿਹੜੀ ਇੱਕ ਤਰ੍ਹਾਂ ਨਾਲ ਰੌ ਰੀਤਾਂ ਤੋਂ ਪੈਦਾ ਕਰ ਗਿਆ ਹੋਵੇ, ਉਹਦੇ ਤੇ ਅਸੀਂ ਅੱਗੇ ਵਧਾਂਗੇ, ਤੇਰੀ ਸ਼ਹਾਦਤ ਆ ਜਿਹੜੀ ਅਜਾਈ ਨਹੀਂ ਜਾਊਗੀ। ਸੋ ਅਬੂ ਸਈਦ ਦੀ ਸ਼ਹਾਦਤ ਆ ਜਿਹੜੀ ਉਹ ਅਜਾਈ ਨਹੀਂ ਗਈ। ਨੌਜਵਾਨਾਂ ਨੇ, ਆਪਾਂ ਇਹ ਕਹਿ ਦਿੰਦੇ ਹੈਗੇ ਵੀ ਨੌਜਵਾਨ ਹੈ ਨਾ ਜਦੋਂ ਜੋਸ਼ ਨਾਲ ਕੰਮ ਕਰਦੇ ਆ, ਹੋਸ਼ ਨਾਲ ਨਹੀਂ ਕਰਦੇ, ਪਰ ਬੰਗਲਾਦੇਸ਼ ਦੇ ਨੌਜਵਾਨਾਂ ਨੇ ਇਹ ਸਾਨੂੰ ਦਰਸਾ ਦਿੱਤਾ ਵੀ ਜੋਸ਼ ਦੇ ਨਾਲ ਜਿੰਨਾ ਹੋਸ਼ ਉਹਨਾਂ ਨੇ ਰੱਖਿਆ, ਜਿੰਨੀ ਡਿਸਿਪਲਿਨ ਵਿੱਚ ਉਹਨਾਂ ਨੇ ਕੰਮ ਕਰਿਆ, ਜ਼ਬਰ ਵੀ ਸਹਿਆ, 2500 ਬੰਦਾ ਜੇਲ੍ਹਾਂ ਵਿੱਚ ਵੀ ਹੈਗਾ, ਤਸ਼ੱਦਦ ਵੀ ਸਹਿਆ, ਮਾਰ ਕੁਟਾਈ ਵੀ ਸਹੀ, ਔਰ ਕਈ ਥਾਵਾਂ ਤੇ ਆਇਆ ਵੀ ਪੁਲਿਸ ਆ ਜਿਹੜੀਆਂ ਪੁਲਿਸ ਕਸਟਡੀ 'ਚ ਬੰਦੇ ਮਾਰੇ ਹੋਏ ਸੀ, ਪੁਲਿਸ ਲਾਸ਼ਾਂ ਸੁੱਟਦੀ ਫਿਰ ਰਹੀ ਸੀ ਸੜਕਾਂ ਤੇ। ਸੋ ਉਹ ਵੀਡੀਓਜ਼ ਵੀ ਸਾਹਮਣੇ ਆਈਆਂ। ਸੋ ਉਹਨਾਂ ਤੇ ਕਿੰਨਾ ਤਸ਼ੱਦਦ ਹੋਇਆ ਹੋਊਗਾ ਵੀ ਉਹ ਤਸ਼ੱਦਦ ਨਾਲ ਜਿਹੜੇ ਬੱਚੇ ਆ ਨੌਜਵਾਨ ਮਾਰੇ ਗਏ। ਪਰ ਅਬੂ ਸਈਦ
ਸ਼ਹਾਦਤ ਹੋਈ ਹੈ ਜਿਹੜੀ, ਉਸ ਸ਼ਹਾਦਤ ਨੇ ਬੰਗਲਾਦੇਸ਼ ਦਾ ਇਤਿਹਾਸ ਪਲਟਿਆ। ਵੱਡੀ ਤਾਨਾਸ਼ਾਹੀ ਜਿਹੜੀ 1975 ਤੋਂ ਹੀ ਸ਼ੁਰੂ ਹੋਈ ਆ, ਉਹਦਾ ਅੰਤ ਹੋਇਆ ਤੇ ਨਵੀਂ ਕਿਸਮ ਦੀਆਂ ਸਰਕਾਰਾਂ ਦਾ ਜਿਹੜਾ ਉਹ ਆਗਾਜ਼ ਹੋਣ ਜਾ ਰਿਹਾ ਬੰਗਲਾਦੇਸ਼ ਵਿੱਚ। ਅਵਤਾਰ ਸਿੰਘ ਜੀ, ਜਿੱਦਾਂ ਤੁਸੀਂ ਇਹ ਜਿਹੜਾ ਜ਼ਿਕਰ ਕਰ ਰਹੇ ਆ ਸੱਤਾਧਾਰੀਆਂ ਦੀਆਂ ਹੱਥ ਟੋਕੇ ਬਣ ਕੇ ਚੱਲਣ ਵਾਲੀ, ਜਿੱਦਾਂ ਆਪਾਂ ਪੁਲਿਸ ਦੀ ਫੋਰਸਾਂ ਦੀ ਗੱਲ ਕੀਤੀ ਆ, ਉਹਨਾਂ ਦੇ ਵਿਦਿਆਰਥੀ ਵਿੰਗ ਆ, ਸੇਮ ਥਿੰਗ ਆਪਾਂ ਭਾਰਤ ਵਿੱਚ ਵੀ ਇਹ ਚੀਜ਼ ਜਿਹੜੀ ਉਹ ਦੇਖਦੇ ਆ। ਇਹ ਕੀ ਜਿਹੜੀ ਸ਼ੇਖ ਹਸੀਨਾ ਆ, ਉਹ ਇੱਧਰ ਇਸ਼ਾਰਿਆਂ ਤੋਂ ਚੱਲਦੀ ਸੀ ਜਾਂ ਇੱਧਰੋਂ ਸਿੱਖ ਰਹੀ ਸੀ? ਹਾਂਜੀ ਹਾਂਜੀ ਹਾਂਜੀ, ਬਿਲਕੁਲ ਸੇਫ। ਜੇ ਆਪਾਂ ਇਹਨੂੰ ਕਹੀਏ ਵੀ ਇਹ ਇੱਕ ਛੋਟਾ ਭਾਰਤ ਸੀ ਜਿਹੜਾ ਬੰਗਲਾਦੇਸ਼ ਆ। ਅੱਛਾ। ਤੋ ਇਹ ਬਿਲਕੁਲ ਇਹ ਭਾਰਤ ਸਰਕਾਰ ਦੇ ਇਸ਼ਾਰਿਆਂ ਤੇ ਕੰਮ ਕਰ ਰਿਹਾ ਸੀਗਾ। 1971 ਵਿੱਚ ਇਹਨੂੰ ਭਾਰਤ ਨੇ ਆਜ਼ਾਦੀ ਲੈ ਕੇ ਦਿੱਤੀ ਆ। ਸੋ ਇੱਕ ਮੁਕਤੀ ਬਾਣੀ ਫੋਰਸ ਬਣਾਈ ਗਈ ਸੀ। ਸੋ ਸਾਡੇ ਮੇਰੇ ਤਾਇਆ ਜੀ ਉਹਨੇ ਹੋਰ ਰਿਸ਼ਤੇਦਾਰ ਸਾਡੇ ਫੌਜ ਵਿੱਚ ਸੀ, ਉਹ ਸਾਨੂੰ ਦੱਸਦੇ ਹੁੰਦੇ ਸੀ ਵੀ ਮੁਕਤੀ ਬਾਣੀ ਆ ਜਿਹੜੀ, ਇਹ ਇੰਡੀਆ ਦੀ ਫੌਜ ਹੀ ਸੀ। ਉਹਨਾਂ ਨੇ ਧੋਤੀਆਂ ਤੇ ਕੁੜਤੇ ਪਾਏ ਹੋਏ ਸੀ, ਹੈਨਾ। ਸੋ ਹਾਂ, ਵੀ ਉਹ ਧੋਤੀ ਕੁੜਤੇ ਪਾ ਕੇ ਇੰਡੀਅਨ ਮਿਲਟਰੀ ਦੇ ਜਿਹੜੇ ਆਫੀਸਰ ਆ ਉਹੀ ਵਰਕ ਕਰ ਰਹੇ ਸੀ। ਸੋ ਇੰਡੀਆ ਨੇ ਇਹ ਸਾਰਾ ਕਾਰਜ ਕਰਕੇ ਜਿਹੜਾ ਦਿੱਤਾ ਸੀ। 1971 ਵਿੱਚ ਸ਼ੇਖ ਮੁਜੀਬੁਰ ਰਹਿਮਾਨ ਆ ਜਿਹੜੇ, ਉਹ ਪਹਿਲੇ ਮੁਖੀ ਬਣਦੇ ਆ। 1975 ਵਿੱਚ ਇੰਦਰਾ ਗਾਂਧੀ ਆ ਜਿਹੜੀ, ਉਹ ਭਾਰਤ ਵਿੱਚ ਐਮਰਜੈਂਸੀ ਲਾਉਂਦੀ ਆ। ਉਸੇ ਤਰਜ਼ ਤੇ ਸ਼ੇਖ ਮੁਜੀਬੁਰ ਰਹਿਮਾਨ ਆ ਜਿਹੜੇ, ਉਹ ਜਿਹੜਾ ਵਿਰੋਧੀ ਪਾਰਟੀਆਂ ਜਿਹੜੀਆਂ ਡੈਮੋਕ੍ਰੈਟਿਕ ਕੰਟਰੀ ਵਿੱਚ ਹੋਣੀਆਂ ਚਾਹੀਦੀਆਂ, ਉਹਦਾ ਗਲਾ ਘੁੱਟਣਾ ਸ਼ੁਰੂ ਕਰ ਦਿੰਦੇ ਆ, ਮੀਡੀਆ ਨੂੰ ਕਾਬੂ ਕਰਨਾ ਸ਼ੁਰੂ ਕਰ ਦਿੰਦੇ ਆ। ਜਿਹੜੀਆਂ ਆਵਾਜ਼ਾਂ ਉਸ ਸਰਕਾਰ ਦੇ ਖਿਲਾਫ ਉੱਠਦੀਆਂ ਉਹਨਾਂ ਤੇ ਕ੍ਰੈਕਡਾਊਨ ਸ਼ੁਰੂ ਹੋ ਜਾਂਦਾ। ਉਦੋਂ ਤੋਂ ਹੀ ਗ੍ਰਿਫਤਾਰੀਆਂ ਤੇ ਕਤਲੋਗਾਰਤ ਜਿਹੜੀ ਸ਼ੁਰੂ ਹੋ ਜਾਂਦੀ ਹੈ। ਸੋ ਜੋ ਕੁਝ ਭਾਰਤ ਵਿੱਚ ਵਾਪਰਦਾ ਰਿਹਾ, ਉਹ ਕੁਝ ਹੀ ਬੰਗਲਾਦੇਸ਼ ਵਿੱਚ ਵਾਪਰਦਾ ਰਿਹਾ। ਜੋ ਇਹ ਸਾਰਾ ਕੁਝ ਭਾਰਤ ਦੀਆਂ ਹਦਾਇਤਾਂ ਔਰ ਸਲਾਹਾਂ ਤੇ ਹੁੰਦਾ ਰਿਹਾ। ਇੱਕ ਤਰ੍ਹਾਂ ਨਾਲ ਭਾਰਤ ਦੀ ਪ੍ਰੋਕਸੀ ਸੀ ਇਹ ਜਿਹੜਾ ਬੰਗਲਾਦੇਸ਼ ਆ, ਉਹਨੂੰ ਭਾਰਤ ਵੱਲੋਂ ਹੀ ਸਲਾਹ ਦਿੱਤੀ ਜਾਂਦੀ ਸੀ ਤੇ ਭਾਰਤ ਵੱਲੋਂ ਹੀ ਚਲਾਇਆ ਜਾਂਦਾ ਸੀ। ਸੋ ਇਸ ਚੋਣਾਂ ਤੋਂ ਪਹਿਲਾਂ ਜਿਹੜੀਆਂ ਪਿਛਲੀਆਂ ਚੋਣਾਂ ਹੋਈਆਂ, ਉਹਦੇ ਵਿੱਚ ਭਾਰਤ ਸਰਕਾਰ ਨੇ ਅਮਰੀਕਾ ਨੂੰ ਅਪਰੋਚ ਕਰਿਆ ਸੀਗਾ ਵੀ ਸ਼ੇਖ ਹਸੀਨਾ ਨੂੰ ਹੀ ਪ੍ਰਧਾਨ ਮੰਤਰੀ ਬਣਾਇਆ ਜਾਵੇ, ਕਿਉਂਕਿ CIA ਵੀ ਬਹੁਤ ਵੱਡੀ ਪੱਧਰ ਤੇ ਇਨਵੋਲਵ ਸੀਗਾ ਬੰਗਲਾਦੇਸ਼। ਸੋ ਉਦੋਂ ਭਾਰਤ ਦੇ ਬਹੁਤ ਚੰਗੇ ਰਿਲੇਸ਼ਨ ਸੀ ਅਮਰੀਕਾ ਨਾਲ। ਅਮਰੀਕਾ ਨੇ ਭਾਰਤ ਦੀ ਗੱਲ ਮੰਨ ਕੇ ਸੋ ਸ਼ੇਖ ਹਸੀਨਾ ਨੂੰ ਪਿਛਲੀਆਂ ਚੋਣਾਂ ਵਿੱਚ ਆ ਜਿਹੜਾ ਉਹ ਜਿੱਤ ਦਿਵਾਈ ਸੀ, ਵੀ ਤਾਂ ਕਿ ਭਾਰਤ ਨੂੰ ਖੁਸ਼ ਰੱਖਿਆ ਜਾ ਸਕੇ। ਵਰਨਾ ਜਿਹੜਾ ਅਮਰੀਕਨ ਇੰਟੈਲੀਜੈਂਸ ਹੈਗੀ ਆ, ਬਹੁਤ ਲੰਮੇ ਸਮੇਂ ਤੋਂ 10-12 ਸਾਲਾਂ ਤੋਂ, ਆਪਾਂ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਨਾ ਵੀ CIA ਦੇ ਮੁਖੀ ਨੇ ਕਿਹਾ ਵੀ ਅਸੀਂ ਰਸ਼ੀਆ ਵਿੱਚ ਬਹੁਤ ਵੱਡੀ ਇਨਵੈਸਟਮੈਂਟ ਕਰ ਰਹੇ ਹੈਗੇ ਆ, ਹਨਾ, ਰੀਸਟਰਕਚਰਿੰਗ ਕਰਨੀ ਸਾਊਥ ਰੀਸਟਰਕਚਰਿੰਗ ਲਈ ਵੀ ਉਹਦੇ ਵਿੱਚ ਅਸੀਂ ਲਗਾਤਾਰ ਲੋਕਾਂ ਨਾਲ ਸੰਪਰਕ ਵਿੱਚ ਆ ਵੀ ਉਹ ਕੋਈ ਇਹੋ ਜਿਹਾ ਮੌਕਾ ਆਉਣਾ ਵੀ ਵੱਡੇ ਪੱਧਰ ਤੇ ਪ੍ਰਦਰਸ਼ਨ ਹੋਣੇ ਆ ਜਿਹਨੇ ਵਲਾਦੀਮੀਰ ਪੁਤਿਨ ਦਾ ਤਖਤਾ ਪਲਟ ਦੇਣਾ, ਹਨਾ। ਸੋ ਉਹਦੀ ਜਿਹੜੀ ਮਿੰਨੀ ਫਿਲਮ ਆ, ਜਿਹੜਾ ਟ੍ਰੇਲਰ ਆ, ਉਹ ਬੰਗਲਾਦੇਸ਼ ਵਿੱਚ CIA ਨੇ ਕਰਿਆ ਹੈਗਾ, ਹਨਾ। ਉਹ ਜਿਹੜਾ ਟ੍ਰੇਲਰ ਆ ਦਿਖਾਇਆ ਹੈਗਾ ਵੀ ਇਸ ਤਰ੍ਹਾਂ ਰਸ਼ੀਆ, ਹੁਣ ਉਹ ਈਰਾਨ ਔਰ ਰਸ਼ੀਆ ਵਿੱਚ ਆ ਜਿਹੜਾ ਇਹ ਟਰਾਈ ਕਰਨੀ ਹੈਗੀ ਆ। ਸੋ ਬੰਗਲਾਦੇਸ਼ ਵਿੱਚ ਜਿਹੜਾ ਹੈਗਾ ਵੀ ਭਾਰਤ ਦੀਆਂ ਹਦਾਇਤਾਂ ਤੇ ਚੱਲਦਾ ਸੀ। ਜਿਹੜੀਆਂ ਸਰਕਾਰਾਂ ਬਣਾਉਣੀਆਂ ਤਾਂ CIA ਨਹੀਂ ਹੁੰਦੀਆਂ ਇਹਨਾਂ ਮੁਲਕਾਂ ਵਿੱਚ ਨਾ। ਸੋ ਉਹ ਭਾਰਤ ਸਰਕਾਰ ਅਪਰੋਚ ਕਰਕੇ ਆ ਜਿਹੜੀ ਸ਼ੇਖ ਹਸੀਨਾ ਵਾਜਦ ਦੇ ਹੱਕ ਵਿੱਚ ਜਾਂਦੀ ਸੀ। ਦੂਜੀਆਂ ਪਾਰਟੀਆਂ ਦਾ ਜਿਹੜਾ ਉਹ ਕ੍ਰੈਕਡਾਊਨ ਹੁੰਦਾ ਸੀ। ਹੁਣ ਵੀ ਜਿਹੜਾ ਸ਼ੇਖ ਹਸੀਨਾ ਨੇ ਵੀ ਜਿਹੜੀਆਂ ਪਿਛਲੇ ਸਾਲ ਵੀ ਚੋਣਾਂ ਹੋਈਆਂ, ਉਹਦੇ ਵਿੱਚ ਵੱਡੀ ਪੱਧਰ ਤੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਜਿੱਦਾਂ ਚੋਣ ਲੜਨ ਤੋਂ ਰੱਦ ਕਰ ਦਿੱਤਾ, ਮੀਡੀਆ ਸਾਰਾ ਖਰੀਦਿਆ। ਸੋ ਬਹੁਤ ਕੁਝ ਹੋਇਆ। ਬਿਲਕੁਲ ਜਿਸ ਤਰ੍ਹਾਂ ਇੰਦਰਾ ਗਾਂਧੀ ਤਾਨਾਸ਼ਾਹੀ ਦੇ ਰਾਹ ਤੇ ਚੱਲੀ ਸੀ, ਉਸੇ ਤਰ੍ਹਾਂ ਸ਼ੇਖ ਹਸੀਨਾ ਜਿਹੜੀ ਉਹ ਤਾਨਾਸ਼ਾਹੀ ਦੇ ਰਾਹ ਤੇ ਚੱਲੀ। ਔਰ ਇੰਦਰਾ ਗਾਂਧੀ ਨੂੰ ਵੀ 75 ਦੀ ਐਮਰਜੈਂਸੀ ਤੋਂ ਬਾਅਦ ਮੂੰਹ ਦੀ ਖਾਣੀ ਪਈ ਸੀ ਤੇ ਸ਼ੇਖ ਹਸੀਨਾ ਨੂੰ ਤਾਂ ਮੁਲਕ ਛੱਡ ਕੇ ਹੀ ਭੱਜਣਾ ਪਿਆ। ਸੋ ਦੋਵਾਂ ਵਿੱਚ, ਭਾਰਤ ਅਤੇ ਬੰਗਲਾਦੇਸ਼ ਦੀ ਰਾਜਨੀਤੀ ਵਿੱਚ ਬਹੁਤ ਸਮਾਨਤਾਵਾਂ ਨੇ, ਬਹੁਤ ਸਿਮਿਲੈਰਿਟੀਜ਼ ਨੇ। ਉਹ ਛੋਟਾ ਭਾਰਤ ਸੀ ਬੰਗਲਾਦੇਸ਼, ਜਿਹਨੂੰ ਭਾਰਤ ਸਰਕਾਰ ਦੇ ਇਸ਼ਾਰਿਆਂ ਤੇ ਚਲਾਇਆ ਜਾ ਰਿਹਾ ਸੀ। ਸ਼ੇਖ ਹਸੀਨਾ ਦੇ 15 ਸਾਲ ਜਿਹੜਾ ਇਹਦਾ ਰਿਹਾ ਆ, ਰਾਜ ਰਿਹਾ ਜਾਂ ਇਹਦਾ ਕਾਰਜਕਾਲ ਰਿਹਾ ਆ, ਇਹਨੇ ਜ਼ਬਰ ਬਹੁਤ ਕੀਤਾ। ਇਸ ਪੂਰੇ ਜ਼ਬਰ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਹਾਂਜੀ, ਸੋ ਜਿਸ ਤਰ੍ਹਾਂ ਭਾਰਤ ਵਿੱਚ ਚੱਲਦਾ ਨਾ ਵੀ ਜਿਹੜਾ ਪੂਰਾ ਮੀਡੀਆ ਹੈ ਉਹ 7-8 ਵੱਡੇ ਵਪਾਰੀਆਂ ਕੋਲ ਆ ਜਿਹੜੇ ਸ਼ੇਖ ਹਸੀਨਾ ਦੇ ਲੈਫਟ ਐਂਡ ਰਾਈਟ ਹੈਂਡ ਮੈਨ ਆ। ਸੋ ਮੀਡੀਆ ਰਾਹੀਂ ਉਹਨੇ ਜਿਸ ਤਰ੍ਹਾਂ ਜਿਹੜੇ ਸਰਕਾਰ ਦਾ ਵਿਰੋਧ ਕਰਦੇ ਸੀ, ਉਹਨੂੰ ਇੱਕ ਸ਼ਬਦ ਆਉਂਦਾ ਉਹਨਾਂ ਦਾ ਬੰਗਲਾਦੇਸ਼ੀ ਵਿੱਚ, ਰਾਜ਼ਕਾਰ। ਇੱਕ ਸ਼ਬਦ ਹੈ ਰਾਜ਼ਕਾਰ ਦਾ ਮਤਲਬ ਜਿਹੜੇ ਪਾਕਿਸਤਾਨ ਦੇ ਹਮਾਇਤੀ ਆ, ਦੇਸ਼ ਧਰੋਹੀ ਆ, ਦੇਸ਼ ਨੂੰ ਤੋੜਨਾ। ਤਾਂ ਜਿੱਦਾਂ ਭਾਰਤ ਵਿੱਚ ਤੁਸੀਂ ਦੇਖੋ ਸਿਮਿਲਰ ਪੈਟਰਨ ਆ। ਭਾਰਤ ਵਿੱਚ ਨਰਿੰਦਰ ਮੋਦੀ ਦੇ ਖਿਲਾਫ ਕੋਈ ਬੋਲੇ, ਉਹਨੂੰ ਪਾਕਿਸਤਾਨ ਦਾ ਏਜੰਟ ਕਹਿ ਦਿੱਤਾ ਜਾਂਦਾ। ਬਿਲਕੁਲ। ਤੇ ਸਿਮਿਲਰਲੀ ਜਿਹੜਾ ਸ਼ੇਖ ਹਸੀਨਾ ਦੀਆਂ ਨੀਤੀਆਂ ਦੇ ਖਿਲਾਫ ਬੋਲਦਾ ਸੀ, ਉਹਨੂੰ ਪਾਕਿਸਤਾਨ ਦਾ ਏਜੰਟ ਆ ਜਿਹੜਾ ਕਹਿ ਕੇ, ਇਹ ਪਾਕਿਸਤਾਨ ਦਾ ਏਜੰਟ ਕਹਿ ਕੇ ਪਿਛਲੇ 25-30 ਸਾਲਾਂ ਚ ਕਿੰਨੇ ਕੁ ਬੰਦੇ ਗਾਇਬ ਕਰ ਦਿੱਤੇ ਗਏ ਆ, ਕੋਈ ਗਿਣਤੀ ਨਹੀਂ ਹੈਗੀ। ਕਿੰਨਿਆਂ ਤੇ ਭਾਰੀ ਤਸ਼ੱਦਦ ਹੋਇਆ, ਕੋਈ ਗਿਣਤੀ ਨਹੀਂ। ਕਿੰਨੇ ਵਿਦਿਆਰਥੀਆਂ ਨੂੰ ਸਿਰਫ ਸਿਰ ਝੁਕਾ ਕੇ
ਜਿਹੜਾ ਹੈਗਾ ਵੀ ਜਿਉਣ ਲਈ, ਜਾਂ ਕਿੰਨੇ ਪੜ੍ਹੇ ਲਿਖੇ ਲੋਕਾਂ ਨੂੰ ਸਿਰ ਝੁਕਾ ਕੇ ਗੁਲਾਮੀ ਵਿੱਚ ਜਿਉਣ ਲਈ ਮਜਬੂਰ ਕੀਤਾ ਗਿਆ, ਕਿਸੇ ਨੂੰ ਨਹੀਂ ਪਤਾ। ਸਾਰਾ ਇਲੈਕਸ਼ਨ ਕਮਿਸ਼ਨ ਸ਼ੇਖ ਹਸੀਨਾ ਦੀ ਮੁੱਠੀ ਵਿੱਚ ਆ, ਜਿਸ ਤਰ੍ਹਾਂ ਇੰਡੀਆ ਵਿੱਚ ਨਰਿੰਦਰ ਮੋਦੀ ਦੀ ਮੁੱਠੀ 'ਚ ਆ। ਸੋ ਪਿਛਲੀਆਂ 3-4 ਇਲੈਕਸ਼ਨਾਂ ਨੇ ਜਿਹੜੀਆਂ ਬਹੁਤ ਵੱਡੀ ਪੱਧਰ ਤੇ ਧਾਂਦਲੀ ਹੋਈ ਆ। ਜਿਹੜੇ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਡਿਸਕੁਆਲੀਫਾਈ ਕਰ ਦਿੱਤਾ ਜਾਂਦਾ। ਪਾਰਟੀਆਂ ਡਿਸਕੁਆਲੀਫਾਈ ਹੋਈਆਂ, ਫਿਰ ਬਹੁਤ ਸਾਰੇ ਜਿਹੜੇ ਚੰਗੇ ਉਮੀਦਵਾਰ ਸੀ ਉਹ ਡਿਸਕੁਆਲੀਫਾਈ ਹੋਏ। ਸੋ ਇੱਕ ਤਰ੍ਹਾਂ ਨਾਲ ਵਨ ਸਾਈਡਡ ਸੀਗਾ, ਹਨਾ, ਸਾਰਾ ਕੁਛ ਹੀ। ਵੀ ਜਿਸ ਤਰ੍ਹਾਂ ਵਲਾਦੀਮੀਰ ਪੁਤਿਨ ਨਹੀਂ ਉਹ ਕਹਿੰਦਾ ਵੀ ਹਾਂ ਮੈਨੂੰ 95% ਵੋਟਾਂ ਪੈ ਗਈਆਂ, ਹੋਰ ਕਿਸੇ ਨੂੰ ਖੜਨ ਨਹੀਂ ਦਿੰਦਾ, ਬਿਲਕੁਲ ਉਸੇ ਤਰ੍ਹਾਂ ਹੀ ਸ਼ੇਖ ਹਸੀਨਾ ਨੇ ਸਾਰੀਆਂ ਪਾਰਟੀਆਂ ਨੂੰ ਬੈਨ ਕਰਕੇ, ਜ਼ਬਰ ਕਰਕੇ, ਲੋਕਾਂ ਤੇ ਜ਼ਬਰ ਦਾ ਕੁਹਾੜਾ ਬਣਾ ਕੇ, ਸੋ ਉਹਨਾਂ ਨਾਲ ਮਤਲਬ ਕਿ ਜਿਹੜਾ ਮੀਡੀਆ ਰਾਹੀਂ ਇੱਕ ਸੰਦੇਸ਼ ਦਿੱਤਾ ਜਾਂਦਾ ਸੀ ਵੀ ਜਾਂ ਸਿਰ ਝੁਕਾ ਕੇ ਜੀ ਜਾਓ ਜਾਂ ਦੇਸ਼ ਛੱਡ ਕੇ ਚਲੇ ਜਾਓ, ਹਨਾ, ਮਤਲਬ ਕਿ ਦੋ ਹੀ ਸੀਗੇ ਨਾ। ਬੇਬੀ ਉਹ ਜਿਹੜੇ ਮੀਡੀਆ ਆਊਟਲੈਟਸ ਆ, ਜਿੱਦਾਂ ਭਾਰਤ ਵਿੱਚ ਕਾਮਾਰੌਲੀ ਪੈਂਦੀ ਆ ਉਵੇਂ ਹੀ ਬੰਗਲਾਦੇਸ਼ ਵਿੱਚ ਪੈਂਦੀ ਸੀ, ਔਰ ਇਹ ਸੰਦੇਸ਼ ਸਪਸ਼ਟ ਦਿੱਤਾ ਜਾਂਦਾ ਸੀ ਵੀ ਇਹ ਜੇ ਇਸ ਦੇਸ਼ ਵਿੱਚ ਰਹਿਣਾ ਹੈ ਤਾਂ ਸਿਰ ਝੁਕਾ ਕੇ ਰਹਿਣਾ ਪਊਗਾ, ਜੋ ਮਾਤਾ ਜੀ ਕਰਦੇ ਆ ਉਹਨਾਂ ਨੂੰ ਕਰਨ ਦੇਣਾ ਪਊਗਾ। ਸੋ ਪਾਕਿਸਤਾਨ ਦੇ ਏਜੰਟਾਂ ਵਾਲਾ ਬਹੁਤ ਵੱਡੀ ਪੱਧਰ ਤੇ ਉਸਾਰਿਆ ਗਿਆ, ਹਰੇਕ ਨੂੰ ਰਾਜਕਾਰ ਕਹਿ ਕੇ ਉਹਨੂੰ ਇੰਟੀਮੀਡੇਟ ਕੀਤਾ ਗਿਆ, ਬੇਇੱਜ਼ਤ ਕੀਤਾ ਗਿਆ, ਜ਼ਬਰ ਕੀਤਾ ਗਿਆ। ਪਤਾ ਹੀ ਨਹੀਂ ਕਿੰਨੇ ਕੁ ਬੰਦੇ ਆ ਜਿਹੜੇ ਗਾਇਬ ਹੋ ਗਏ। ਸੋ ਇਸ ਕਿਸਮ ਦਾ ਰਾਜ ਆ ਜਿਹੜਾ 15 ਸਾਲਾਂ ਦਾ ਸ਼ੇਖ ਹਸੀਨਾ ਦਾ ਰਿਹਾ ਸੀ। ਜੀ, ਸ਼ੇਖ ਮੁਜੀਬੁਰ ਰਹਿਮਾਨ ਦੀ ਤੁਸੀਂ ਗੱਲ ਕੀਤੀ, ਇਹਦੇ ਪੇ ਦੀ 1975 ਦੀ ਤੁਸੀਂ ਐਮਰਜੈਂਸੀ ਦੀ ਗੱਲ ਕੀਤੀ ਆ। 71 ਤੋਂ ਲੈ ਕੇ 75 ਤੱਕ ਜਿੱਦਾਂ ਬੰਗਲਾਦੇਸ਼ ਚੱਲਿਆ, ਤੇ 75 ਤੋਂ ਬਾਅਦ ਦੇ ਵਿੱਚ ਜਦੋਂ ਐਮਰਜੈਂਸੀ ਗੁਆਂਢੀ ਮੁਲਕ ਦੇ ਵਿੱਚ ਲੱਗਦੀ ਆ, ਇੰਦਰਾ ਗਾਂਧੀ ਲਾਉਂਦੀ ਆ, ਤੇ ਇਹ ਦੱਸਿਆ ਜਾਂਦਾ ਹੈ ਵੀ ਬੰਗਲਾਦੇਸ਼ ਦੇ ਵਿੱਚ ਵੀ ਤਾਨਾਸ਼ਾਹੀ ਦੇ ਰਾਹ ਦੇ ਉੱਤੇ ਇਹ ਤੁਰ ਪਿਆ ਸੀ, ਸਾਰਾ ਸਬਕ ਉੱਥੋਂ ਹੀ ਮਿਲਿਆ। ਹਾਂਜੀ, ਬਿਲਕੁਲ। ਸੋ ਇੱਕ ਤਰ੍ਹਾਂ ਨਾਲ ਉਹ ਪੈਰਲਲ ਹੀ ਚੱਲਿਆ ਹੈਗਾ। ਸੋ 2-3 ਸਾਲ ਆ ਜਿਹੜਾ ਥੋੜੀ ਬਹੁਤੀ ਜਿਹੜੀਆਂ ਚੋਣਾਂ ਨੇ ਜਾਂ ਜਿਹੜੇ ਲੋਕਾਂ ਦੇ ਸੁਪਨੇ ਹੁੰਦੇ ਆ, ਨਵੀਂ ਆਜ਼ਾਦੀ ਮਿਲਦੀ ਆ, ਉਹ ਹੁੰਦਾ। ਪਰ ਸ਼ੇਖ ਮੁਜੀਬਰ ਨੂੰ ਲੱਗਿਆ ਵੀ ਇਹ ਜਿਸ ਤਰ੍ਹਾਂ ਇੰਦਰਾ ਗਾਂਧੀ ਨੂੰ ਲੱਗਿਆ ਸੀ 47 ਤੋਂ ਬਾਅਦ, ਥੋੜਾ ਜਿਹਾ ਨਹਿਰੂ ਉਹਨਾਂ ਤੱਕ ਠੀਕ ਰਿਹਾ ਕੰਮ, ਹੌਲੀ ਪਟੇਲ ਉਹਨਾਂ ਨੇ ਤੇ ਨਹਿਰੂ ਉਹਨਾਂ ਨੇ ਵੀ ਜਿੱਦਾਂ ਜਕੜ ਜਿਹੜਾ ਸੰਵਿਧਾਨ ਬਣਿਆ, ਹੁਣ ਸੰਵਿਧਾਨ ਜਦੋਂ ਪਿਛਲੀ ਵਾਰ ਆ ਰਿਹਾ ਸੀ ਨਾ ਵੀ ਇਹਨਾਂ ਨੇ ਸੰਵਿਧਾਨ ਬਦਲ ਦੇਣਾ, ਕੁਝ ਵੱਡੇ ਐਡਵਾਈਜ਼ਰਸ ਨੇ ਕਿਹਾ ਸੀ ਵੀ ਇਹਨਾਂ ਨੇ ਬਹੁਤ ਸਾਰੇ 4 ਹਿੰਦੂ ਵਿਦਵਾਨਾਂ ਨੂੰ ਦੁਨੀਆ ਭਰ ਦੇ ਸੰਵਿਧਾਨਾਂ ਨੂੰ ਪੜ੍ਹਨ ਲਈ ਭੇਜਿਆ ਸੀ, ਔਰ ਉਹਨਾਂ ਨੂੰ ਕਿਹਾ ਸੀਗਾ ਵੀ ਇਹੋ ਜਿਹਾ ਸੰਵਿਧਾਨ ਲੱਭ ਕੇ ਲਿਆਇਓ ਜਿਹੜਾ ਬਹੁ ਗਿਣਤੀ ਦੇ ਹੱਕ ਵਿੱਚ ਹੋਵੇ, ਸਾਰੀਆਂ ਪਾਵਰਾਂ ਜਿਹੜੀਆਂ ਬਹੁ ਗਿਣਤੀ ਨੂੰ ਦਿੰਦਾ ਹੋਵੇ, ਹਨਾ। ਸੋ ਘੱਟ ਗਿਣਤੀਆਂ ਦੀ ਕੋਈ ਜਿਹੜੀ ਹੈਗੀ ਉਹ ਪਾਵਰ ਨਾ ਹੋਵੇ। ਸੋ ਉਸੇ ਤਰ੍ਹਾਂ ਹੀ 1975 ਤੋਂ ਬਾਅਦ ਇਹਨਾਂ ਨੇ ਸੰਵਿਧਾਨ ਵਿੱਚ ਤਬਦੀਲੀਆਂ, ਸ਼ੇਖ ਮੁਜੀਬੁਰ ਰਹਿਮਾਨ ਨੇ ਕ੍ਰੈਕ ਡਾਊਨ, ਵਿਰੋਧੀ ਪਾਰਟੀਆਂ ਤੇ ਜ਼ਬਰ, ਵਿਰੋਧੀ ਲੀਡਰ ਆ ਜਿਹੜੇ ਬਹੁਤ ਮਾਰੇ ਗਏ, ਹਨਾ। ਸੋ ਬਹੁਤ ਵੱਡੀ ਪੱਧਰ ਤੇ ਜਿਹੜੇ ਵਿਰੋਧੀ ਪਾਰਟੀਆਂ ਦੇ ਲੀਡਰ ਆ ਜਿਹੜੇ ਇਸ ਪਰਿਵਾਰ ਦੀ ਵਿਰੋਧਤਾ ਕਰਦੇ ਉਹ ਮਾਰੇ ਗਏ, ਗਾਇਬ ਹੋ ਗਏ। ਵਿਦਿਆਰਥੀਆਂ ਤੇ ਕ੍ਰੈਕਡਾਊਨ ਹੋਇਆ, ਯੂਨੀਵਰਸਿਟੀਆਂ ਵਿੱਚ ਜਿਹੜੇ ਹੈਗੇ ਪ੍ਰੋਫੈਸਰ ਜਿਹੜੇ ਇੰਟੈਲੈਕਚੁਅਲ ਸੀਗੇ ਉਹ ਬਹੁਤ ਗਾਇਬ ਹੋਇਆ, ਬਹੁਤ ਸਾਰੇ ਜਿਹੜੇ ਇੰਟੈਲੈਕਚੁਅਲਸ ਆ ਉਹ ਦੇਸ਼ ਛੱਡ ਕੇ ਚਲੇ ਗਏ। ਚੀਫ ਜਸਟਿਸ ਆ ਜਿਹੜਾ ਚੀਫ ਜਸਟਿਸ 2 ਸਾਲ ਪਹਿਲਾਂ ਉਹ ਦੇਸ਼ ਛੱਡ ਕੇ ਭੱਜਣਾ ਪੈ ਗਿਆ ਸੀ ਉਹਨੂੰ। ਜਿਹੜਾ ਬੰਗਲਾਦੇਸ਼ ਦਾ ਚੀਫ ਜਸਟਿਸ ਆ ਉਹਨੇ ਇਹਦੇ ਸ਼ੇਖ ਹਸੀਨਾ ਦੇ ਖਿਲਾਫ ਆ ਜਿਹੜੀਆਂ ਕਾਰਵਾਈਆਂ ਕਰਦੀ, ਜਿੱਦਾਂ ਇੰਦਰਾ ਗਾਂਧੀ ਦੇ ਖਿਲਾਫ ਇਲਾਹਾਬਾਦ ਹਾਈ ਕੋਰਟ ਨੇ ਫੈਸਲਾ ਦਿੱਤਾ ਸੀ ਨਾ 1975 ਵਿੱਚ ਤੋਂ ਬਾਅਦ। ਸੋ ਉਸੇ ਤਰ੍ਹਾਂ ਉਹਦੀਆਂ ਨੀਤੀਆਂ ਦੇ ਖਿਲਾਫ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਫੈਸਲਾ ਦਿੱਤਾ, ਔਰ ਉਹਨੂੰ ਪਾਕਿਸਤਾਨ ਦਾ ਏਜੰਟ ਕਹਿ ਕੇ ਇੰਨਾ ਭੰਡਿਆ ਗਿਆ, ਉਹਦੀ ਸੇਫਟੀ ਸਿਕਿਉਰਿਟੀ ਨੂੰ ਖਤਰਾ ਪੈਦਾ ਹੋ ਗਿਆ ਤੇ ਉਹ ਦੇਸ਼ ਛੱਡ ਕੇ ਭੱਜ ਗਿਆ। ਠੀਕ ਹੈ। ਤੇ ਦੂਸਰੇ ਜਿਹੜੇ ਨੋਬਲ ਪ੍ਰਾਈਜ਼ ਵਿਨਰ ਨੇ ਜਿਹੜੇ ਮਿਸਟਰ ਯੂਨਸ ਆ, ਜਿਨ੍ਹਾਂ ਨੂੰ 6-7 ਸਾਲ ਪਹਿਲਾਂ ਨੋਬਲ ਪ੍ਰਾਈਜ਼ ਮਿਲਿਆ ਸੀ ਮਾਈਕਰੋ ਇਕਨੋਮੀ ਦਾ, ਉਹਨਾਂ ਨੇ ਗ੍ਰਾਮੀਣ ਬੈਂਕ ਸ਼ੁਰੂ ਕਰੇ ਸੀ। ਉਹ ਪਿੰਡਾਂ ਵਿੱਚ ਜਾ ਕੇ ਜਿਹੜੇ ਛੋਟੇ ਜਿਹੜੇ ਕੰਮ ਕਰਨਾ ਚਾਹੁੰਦੇ ਲੋਕ, ਉਹਨਾਂ ਨੂੰ ਇੱਕ ਵਿਸ਼ਵਾਸ ਦੇ ਆਧਾਰ ਤੇ ਪੈਸੇ ਦਿੰਦਾ ਸੀ। ਉਹਨੇ ਬੰਗਲਾਦੇਸ਼ ਦੀ ਇਕਨੋਮੀ ਨੂੰ ਬਹੁਤ ਵੱਡੀ ਪੱਧਰ ਤੇ ਜਿਸ ਤਰ੍ਹਾਂ ਅੱਗੇ ਵਧਾਇਆ ਤੇ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ। ਤੁਸੀਂ ਦੇਖੋ ਉਹਨੂੰ ਵੀ ਭੱਜਣਾ ਪਿਆ, ਅੱਜ ਕੱਲ ਉਹ ਫਰਾਂਸ ਵਿੱਚ ਰਹਿ ਰਹੇ ਸੀ, ਵਾਪਸ ਜਾ ਰਿਹਾ ਹੁਣ ਕਹਿੰਦੇ। ਉਹਦੇ ਤੇ ਕਿਹਾ ਗਿਆ ਵੀ $2 ਬਿਲੀਅਨ ਦਾ ਤੂੰ ਘਪਲਾ ਕਰਿਆ ਹੈਗਾ, ਬਹੁਤ ਸਾਰੇ ਕੇਸ ਪਵਾਏ ਗਏ। ਉਹਦੀ ਕੰਪਨੀ ਵਿੱਚ ਕੰਮ ਕਰਨੇ, ਉਹਦੀ ਆਰਗੇਨਾਈਜੇਸ਼ਨ ਵਿੱਚ ਕੰਮ ਕਰਨ ਵਾਲੇ ਬੰਦਿਆਂ ਨੂੰ ਮਜਬੂਰ ਕਰਕੇ ਉਹਦੇ ਖਿਲਾਫ ਕੇਸ ਪਵਾਏ ਗਏ, ਤਾਂ ਕਿ ਇਹ ਬੰਦੇ ਦੀ ਇਮੇਜ ਆ ਜਿਹੜੀ ਇਮਾਨਦਾਰੀ ਵਾਲੀ, ਇਹ ਮੇਰੇ ਲਈ ਕਿਤੇ ਨਾ ਕਿਤੇ ਖਤਰਨਾਕ ਹੋ ਜਾਣੀ ਹੈ, ਇਹਨੇ ਮੇਰੀ ਗੱਦੀ ਹਥਿਆ ਲੈਣੀ ਆ। ਸੋ ਇਸ ਤਰ੍ਹਾਂ ਦੇ ਜਿਹੜੇ ਟ੍ਰੈਂਡਸ ਨੇ ਸ਼ੇਖ ਹਸੀਨਾ ਨੇ ਤੇ ਉਹ ਆਪਣੇ ਪਿਤਾ ਤੋਂ ਸਿੱਖੇ ਆ, ਜਿਸ ਤਰ੍ਹਾਂ ਨਹਿਰੂ ਤੋਂ ਇੰਦਰਾ ਗਾਂਧੀ ਨੇ ਸਿੱਖੇ ਸੀ। ਸੋ ਉਸੇ ਤਰ੍ਹਾਂ ਦੇ ਟ੍ਰੈਂਡਸ ਆ ਸ਼ੇਖ ਮੁਜੀਬਰ ਨੇ ਜਿਹੜਾ 1975 ਵਿੱਚ ਰਾਹ ਅਪਣਾਇਆ। ਸ਼ੇਖ ਹਸੀਨਾ ਉਹਨੂੰ ਪੀਕ ਤੇ ਲੈ ਗਈ ਆ ਤੇ ਤਾਨਾਸ਼ਾਹੀ ਦੀ ਅੰਤ ਆ ਜਿਹੜਾ ਉਹਨੇ ਕਰਕੇ ਵਿਖਾਇਆ। ਵੈਸੇ ਕਮਾਲ ਦੀ ਗੱਲ ਆ ਵੀ ਡੰਡੇ ਦੇ ਜੋੜ ਦੇ ਉੱਤੇ ਇੰਨੇ ਸਾਲ ਰਾਜ ਕੀਤਾ ਹੋਵੇ ਤਾਂ 5 ਹਫ਼ਤਿਆਂ ਦੇ ਵਿੱਚ ਕਹਿ ਲਓ ਵੀ ਭੱਜਣਾ ਹੀ ਜਿਹੜਾ ਉਹ ਪੈ ਗਿਆ ਹੋਵੇ, ਮੁਲਕ ਵੀ ਜਿਹੜਾ ਉਹ ਛੱਡਣਾ ਪੈ ਗਿਆ ਹੋਵੇ,
ਕਮਾਲ ਦੀ ਜਿਹੜੀ ਗੱਲ ਆ ਵੀ ਕਿੰਨਾ ਕੁਛ ਜਿਹੜਾ ਉਹ ਦੱਬੀ ਬੈਠੇ ਸੀਗੇ, ਪਰ ਲੋਕਾਂ ਦਾ ਆਖਿਰਕਾਰ ਗੁੱਸਾ ਜਿਹੜਾ ਇਸ ਚੀਜ਼ ਦੇ ਵਿੱਚ ਫੁੱਟਿਆ ਆ। ਵਿਦਿਆਰਥੀਆਂ ਦੀਆਂ ਮੰਗਾਂ ਕਹਿੰਦੇ ਮੰਨ ਵੀ ਲਈਆਂ ਗਈਆਂ, ਪਰ ਉਸ ਦੇ ਬਾਵਜੂਦ ਵੀ ਅੰਦੋਲਨ ਰੁਕਿਆ ਨਹੀਂ। ਹਾਂਜੀ ਹਾਂਜੀ, ਸੋ ਸੁਪਰੀਮ ਕੋਰਟ ਨੇ ਜੁਲਾਈ ਵਿੱਚ ਹੀ ਜਿਹੜਾ ਹੈਗਾ ਫੈਸਲਾ ਕਰ ਲਿਆ ਸੀਗਾ ਵੀ ਇਹ ਗਲਤ ਆ, ਜਿਹੜਾ ਸ਼ੇਖ ਹਸੀਨਾ ਦਾ ਫੈਸਲਾ ਨਾ ਵੀ 30% ਉਹ ਰੱਖਣ ਦਾ ਉਹ ਗਲਤ ਹੈਗਾ। ਹਾਂ, ਵੀ ਜਿਹੜਾ ਰਾਖਵਾਂਕਰਨ ਗਲਤ ਹੈਗਾ, ਵੀ ਉਹਨੇ ਪੁਰਾਣਾ ਜਿਹੜਾ ਸਿਸਟਮ ਆ ਰੀਇਨਸਟੇਟ ਕਰਤਾ ਸੀਗਾ, ਮੇਰਾ 4 ਜਾਂ 5% ਆ। ਪਰ ਹੁਣ ਜਦੋਂ ਵਿਦਿਆਰਥੀਆਂ ਲਈ ਇਹ ਪਹਿਲੀ ਮੰਗ ਮੰਨਣ ਤੋਂ ਬਾਅਦ ਇਹ ਹੁੰਦਾ ਨਾ ਵੀ ਜਿਹੜੀਆਂ ਛੋਟੀਆਂ ਜਿੱਤਾਂ ਨੇ ਉਹ ਤੁਹਾਨੂੰ ਵੱਡੀ ਜਿੱਤ ਲਈ ਉਤਸ਼ਾਹਿਤ ਕਰਦੀਆਂ ਨੇ। ਸਹੀ ਗੱਲ। ਇਹ ਬਹੁਤ ਵੱਡੀ ਗੱਲ ਹੁੰਦੀ ਆ। ਕੌਮਾਂ ਜਦੋਂ ਆਪਣੀ ਆਜ਼ਾਦੀ ਔਰ ਮੁਕਤੀ ਦੀ ਜੰਗ ਲੜਦੀਆਂ ਉਹਦੇ ਵਿੱਚ ਛੋਟੀਆਂ ਜਿੱਤਾਂ ਦਾ ਬਹੁਤ ਮਹੱਤਵ ਹੁੰਦਾ। ਸੋ ਛੋਟੀ ਜਿੱਤ ਜਦੋਂ ਜਿੱਤ ਲਈ ਗਈ ਤਾਂ ਵਿਦਿਆਰਥੀ ਲੀਡਰਸ਼ਿਪ ਨੇ ਫੈਸਲਾ ਕਰਿਆ ਵੀ ਸਾਡਾ ਇੱਥੇ ਤੱਕ ਹੀ ਨਿਸ਼ਾਨਾ ਨਹੀਂ ਹੈ, ਅਸੀਂ ਤਾਂ ਹੁਣ ਦੇਸ਼ ਆਜ਼ਾਦ ਕਰਾਉਣਾ। ਇਹਨੂੰ ਆਜ਼ਾਦੀ ਦੀ ਦੂਸਰੀ ਲੜਾਈ ਦੇ ਤੌਰ ਤੇ ਫਿਰ ਉਹਨਾਂ ਨੇ ਅੰਦੋਲਨ ਦੇ ਤੌਰ ਤੇ ਲਿਆ, ਹਨਾ। ਸੋ ਇਹ ਜਿਹੜਾ ਸਾਰਾ ਅੰਦੋਲਨ ਪਿਛਲੇ 5 ਹਫ਼ਤਿਆਂ 'ਚ ਹੋਇਆ, ਇਹ 5 ਹਫ਼ਤਿਆਂ ਦੀ ਕਹਾਣੀ ਨਹੀਂ ਹੈਗੀ। ਸੋ ਅਲ ਜਜ਼ੀਰਾ ਦੀ ਇੱਕ ਰਿਪੋਰਟਰ ਹੈਗੀ ਆ ਜੈਨੀਫਰ ਚੌਧਰੀ, ਉਹ ਬੰਗਲਾਦੇਸ਼ ਦੀ ਸਿਟੀਜ਼ਨ ਆ ਤੇ ਅੱਜ ਕੱਲ ਅਲ ਜਜ਼ੀਰਾ ਲਈ ਕੰਮ ਕਰਦੀ। ਉਹ ਕਹਿੰਦੀ ਮੈਂ 5-6 ਸਾਲਾਂ ਤੋਂ ਉਹਨੂੰ ਲਗਾਤਾਰ ਰਿਪੋਰਟ ਕਰ ਰਹੀ ਹਾਂ। ਜੈਨੀਫਰ ਚੌਧਰੀ ਨੇ ਐਡੀਟੋਰੀਅਲ ਲਿਖਿਆ ਅਲ ਜਜ਼ੀਰਾ ਦੀ ਵੈਬਸਾਈਟ ਤੇ ਵੀ ਇਹ 5 ਹਫ਼ਤਿਆਂ ਦਾ ਨਹੀਂ ਹੈਗਾ, ਇਹ 15 ਸਾਲਾਂ ਦਾ ਗੁੱਸਾ ਫੁੱਟਿਆ ਲੋਕਾਂ ਦਾ। ਸਹੀ ਗੱਲ। ਸੋ ਵੀ ਉਹਨਾਂ ਨੇ ਵਿਦਿਆਰਥੀਆਂ ਨੇ ਮੰਗਾਂ ਮੰਨ ਲੈਣ ਤੋਂ ਬਾਅਦ ਵੀ ਕਿਹਾ ਵੀ ਹੁਣ ਨਹੀਂ, ਹੁਣ ਅਸੀਂ ਸਿਰ ਝੁਕਾ ਕੇ ਨਹੀਂ ਜਿਉਣਾ। ਜਿਹੜਾ ਸਾਨੂੰ 15 ਸਾਲ ਤੋਂ ਇਹ ਕਿਹਾ ਜਾ ਰਿਹਾ ਨਾ ਵੀ ਚੁੱਪ ਕਰਕੇ ਰਹੋ, ਸਿਰ ਝੁਕਾ ਕੇ ਰਹੋ, ਗੁਲਾਮੀ ਕਬੂਲ ਕਰਕੇ ਰਹੋ, ਸਾਡੇ ਹੁਕਮ ਮੰਨ ਕੇ ਰਹੋ, ਵੀ ਹੁਣ ਜਦੋਂ ਪਹਿਲੀ ਜੰਗ ਜਿੱਤੀ ਗਈ ਆ ਸਾਡੀ ਰਾਖਵੇਂ ਕਰਨ ਵਾਲੇ ਕੋਟੇ ਦੀ, ਵੀ ਹੁਣ ਅਸੀਂ ਇੱਥੇ ਨਹੀਂ ਟਿਕਣਾ, ਹੁਣ ਸਿਰੇ ਜਾਣਾ ਹੈਗਾ, ਇਸ ਦੇਸ਼ ਨੂੰ ਆਜ਼ਾਦ ਕਰਾਉਣਾ, ਡੈਮੋਕ੍ਰੈਟਿਕ ਵੈਲਿਊਜ਼ ਆ ਜਿਹੜੀਆਂ ਉਹ ਬਹਾਲ ਕਰਨੀਆਂ। ਸੋ ਉਹ ਅੰਦੋਲਨ ਫਿਰ ਵਿਦਿਆਰਥੀ ਕੋਟੇ ਤੋਂ ਜਿਹੜਾ ਸ਼ੁਰੂ ਹੋਇਆ ਉਹ ਡੈਮੋਕ੍ਰੈਟਿਕ ਵੈਲਿਊਜ਼ ਨੂੰ, ਜਮਹੂਰੀਅਤ ਨੂੰ, ਸੱਚੀ ਸੁੱਚੀ ਜਮਹੂਰੀਅਤ ਨੂੰ ਬਹਾਲ ਕਰਨ ਦੇ ਅੰਦੋਲਨ ਦੇ ਤੌਰ ਤੇ ਸਾਹਮਣੇ ਆਇਆ। ਔਰ ਉਹਦੇ ਵਿੱਚ ਹੁਣ ਫਿਰ ਇਕੱਲੇ ਵਿਦਿਆਰਥੀ ਨਹੀਂ ਰਹੇ, ਸਰਕਾਰੀ ਮੁਲਾਜ਼ਮ, ਪ੍ਰੋਫੈਸਰ, ਵਿਦਵਾਨ ਤੇ ਹੋਰ ਚੰਗਾ ਸੋਚਣ ਵਾਲੀ ਸਮੁੱਚੀ ਸਿਵਲ ਸੁਸਾਇਟੀ ਸੀ ਜਿਹੜੀ ਉਹ ਵਿਦਿਆਰਥੀਆਂ ਦੇ ਨਾਲ ਖੜੀ, ਔਰ ਫੌਜ ਦਾ ਇੱਕ ਹਿੱਸਾ ਵੀ ਵਿਦਿਆਰਥੀਆਂ ਦੇ ਨਾਲ ਖੜਿਆ। ਸੋ ਇਸ ਤਰ੍ਹਾਂ ਇਹ ਅੰਦੋਲਨ ਹੈ ਜਿਹੜਾ ਕੋਟੇ ਤੋਂ ਜਿਹੜੀ ਰੁਜ਼ਗਾਰ ਦੇ ਮੌਕਿਆਂ ਤੋਂ ਸ਼ੁਰੂ ਹੋਇਆ, ਉਹ ਦੇਸ਼ ਦੀ ਆਜ਼ਾਦੀ ਦੀ ਦੂਜੀ ਲੜਾਈ ਦੇ ਰੂਪ ਵਿੱਚ ਸਾਹਮਣੇ ਆਇਆ, ਜਿਹਨੇ ਇੱਕ ਤਾਨਾਸ਼ਾਹ ਔਰਤ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਛੋਟੀਆਂ ਜਿੱਤਾਂ ਤੋਂ ਵੱਡੀ ਜਿੱਤ ਦੀ ਜਿਹੜੀ ਗੱਲ ਕੀਤੀ ਆ, ਇਹਦਾ ਆਪਾਂ ਪੈਰਲਲ ਇੱਥੇ ਫਾਰਮਰ ਪ੍ਰੋਟੈਸਟ ਨੂੰ ਵੀ ਦੇਖ ਸਕਦੇ ਆ। ਫਾਰਮਰ ਪ੍ਰੋਟੈਸਟ ਉਦਾਂ ਵੱਡੇ ਜਿਹੜਾ ਸੰਕਲਪ ਦੇ ਵਿੱਚ ਪੰਜਾਬ ਦੀ ਆਜ਼ਾਦੀ ਜਾਂ ਉਸ ਦੀ ਪ੍ਰਾਪਤੀ ਨੂੰ ਲੈ ਕੇ ਇਹ ਇੱਕ ਛੋਟੀ ਜਿੱਤ ਦਾ ਇੱਕ ਪਹਿਲੀ ਕੜੀ ਉਸ ਦੇ ਵਜੋਂ ਆਪਾਂ ਦੇਖੀਏ। ਬਿਲਕੁਲ ਤੁਸੀਂ ਦੇਖੋ ਵੀ ਕਿਸਾਨੀ ਅੰਦੋਲਨ ਨੇ ਪੰਜਾਬ ਦੀ ਤਸਵੀਰ ਬਦਲ ਕੇ ਰੱਖ ਦਿੱਤੀ ਆ। ਕਿਸਾਨੀ ਅੰਦੋਲਨ ਤੋਂ ਪਹਿਲਾਂ ਸਾਡੇ ਨੌਜਵਾਨ ਆ ਨਾ, ਉਹ ਕਿਹੜੀਆਂ ਗੱਲਾਂ ਵਿੱਚ ਉਲਝੇ ਹੋਏ ਸੀ ਵੀ ਬੱਬੂ ਮਾਨ ਬਹੁਤ ਵੱਡਾ ਗਾਇਕ ਆ ਕਿ ਸਿੱਧੂ ਮੂਸੇਵਾਲਾ ਬਹੁਤ ਵੱਡਾ ਗਾਇਕ ਆ। ਇਹਦੇ ਤੇ ਲੜਾਈਆਂ ਹੁੰਦੀਆਂ ਸੀ ਤੇ ਟਾਈਮ ਪਾਉਂਦੇ ਸੀ ਫਲਾਣੀ ਜਗ੍ਹਾ ਆ ਜਾਓ ਆਪਾਂ ਕੁੱਟਮਾਰ ਕਰਾਂਗੇ, ਹਨਾ। ਸੋ ਇਹ ਜਦੋਂ ਇਹ ਜਿਹੜੇ ਹਲਕੇ ਗਾਇਕ ਸੀ ਉਹ ਸਾਡੇ ਮਾਡਲ ਬਣੇ, ਪਰ ਕਿਸਾਨੀ ਅੰਦੋਲਨ ਚੋਂ ਫਿਰ ਸਾਨੂੰ ਬਾਬਾ ਬਘੇਲ ਸਿੰਘ ਯਾਦ ਆਏ, ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦ ਆਏ। ਤੁਸੀਂ ਦੇਖੋ ਜਦੋਂ ਦਸੰਬਰ ਦੇ ਮਹੀਨੇ ਵਿੱਚ ਠੰਡ ਵਿੱਚ ਕਿਸਾਨ ਬੈਠੇ ਸੀ ਤਾਂ ਉੱਥੇ ਕੰਵਰ ਗਰੇਵਾਲ ਨੇ ਗਾਣਾ ਗਾਇਆ, ਸਾਡੇ ਲਈ ਤਾਂ ਸੜਕਾਂ ਜਿਹੜੀਆਂ ਹੈਗੀਆਂ ਵੀ ਇਹੀ ਕਿਲੇ ਬਣ ਗਈਆਂ ਨੇ, ਹਨਾ, ਸਾਡੇ ਲਈ ਤਾਂ ਕਿਲੇ ਬਣ ਗਈਆਂ, ਸੜਕਾਂ ਨੇ ਪਾਤਸ਼ਾਹ। ਉਹ ਇਤਿਹਾਸ ਨਾਲ ਜੁੜਿਆ, ਸਮੁੱਚਾ ਸਿੱਖ ਕਿਸਾਨ ਆ ਜਿਹੜਾ ਇਤਿਹਾਸ ਨਾਲ ਜੁੜਿਆ। ਉਸ ਇਤਿਹਾਸ ਨਾਲ ਜੁੜੀ ਹੋਈ ਜਿਹੜੀ ਇੱਕ ਤਕਦੀਰ ਸੀ, ਜਿਹੜੀ ਚੇਤਨਤਾ ਆਈ, ਉਹ ਜਿਹੜੀ ਜਿੱਤ ਹਾਸਲ ਹੋਈ ਕਿਸਾਨੀ ਅੰਦੋਲਨ ਚੋਂ, ਉਹਨੇ ਫਿਰ 2022 ਦੀਆਂ ਚੋਣਾਂ ਵਿੱਚ ਜਿਹੜਾ ਇਨਕਲਾਬ ਲਿਆਂਦਾ ਵੀ ਹੂੰਝ ਕੇ ਸਿੱਟ ਦਿੱਤਾ ਜਿਹੜੇ ਵੱਡੇ ਵੱਡੇ ਘਾਗ ਸਿਆਸਤਦਾਨ ਸੀ, ਹਨਾ। ਤੇ ਉਸ ਚੇਤਨਤਾ ਨੇ ਫਿਰ 3 ਮਹੀਨਿਆਂ ਬਾਅਦ ਹੀ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਇਆ, ਹਨਾ। ਉਸੇ ਚੇਤਨਤਾ ਨੇ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਨੂੰ ਜਿਤਾਇਆ। ਇਹ ਇੰਨੀ ਚੇਤਨਤਾ ਹੈ ਜਿਹੜੀ ਹੁਣ ਬਿਲਕੁਲ ਬੰਗਲਾਦੇਸ਼ ਦੇ ਵਿਦਿਆਰਥੀਆਂ ਵਾਂਗ ਆਪਾਂ ਕਹਿ ਸਕਦੇ ਵੀ ਪੰਜਾਬ ਦੀ ਜਵਾਨੀ ਆ ਜਿਹੜੀ ਇਹ ਚੇਤਨਤਾ ਚ ਆ, ਉਹ ਕੌਮ ਨਾਲ ਖੜੀ ਆ, ਉਹ ਖਾਲਸਾ ਪੰਥ ਨਾਲ ਖੜੀ ਆ। ਉਹਨੂੰ ਹੁਣ ਨਜ਼ਰ ਆ ਰਿਹਾ ਹੈਗਾ ਵੀ ਸਾਡੇ ਅਸੀਂ ਕਿਹਨਾਂ ਦੇ ਵਾਰਸ, ਅਸੀਂ ਬਾਬਾ ਬਘੇਲ ਸਿੰਘ ਦੇ ਵਾਰਸ ਹਾਂ, ਅਸੀਂ ਭਾਈ ਹਰੀ ਸਿੰਘ ਨਲੂਆ ਦੇ ਵਾਰਸ ਹਾਂ, ਅਸੀਂ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਵਾਰਸ ਹਾਂ। ਜਦੋਂ ਇਹ ਚੇਤਨਤਾ ਵਿੱਚ ਦੀਪ ਸਿੱਧੂ ਦਾ ਬਹੁਤ ਵੱਡਾ ਰੋਲ ਹੈਗਾ। ਸੋ ਦੀਪ ਸਿੱਧੂ ਨੇ ਇਸ ਚੇਤਨਤਾ ਨੂੰ ਫੈਲਾਉਣ ਵਿੱਚ ਬਹੁਤ ਵੱਡਾ ਰੋਲ ਹੈ। ਸਾਡੇ ਇੱਥੇ ਅਸੀਂ ਜਦੋਂ ਨਿਕਲਦੇ ਹੈਗੇ ਆ ਤਾਂ ਗੱਡੀਆਂ ਤੇ ਆਮ ਹੀ ਲਿਖਿਆ ਹੋਇਆ ਵੀ ਦੀਪ ਸਿੱਧੂ ਦਾ ਇੱਕ ਸ਼ਬਦ ਸੀਗਾ ਵੀ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਆ ਤੇ ਉੱਡਣ ਵਾਲੇ ਨੂੰ ਅਸਮਾਨ, ਸਾਨੂੰ ਇਹ ਦੋਵੇਂ ਚਾਹੀਦੇ ਹੈਗੇ ਨਾ। ਹਰ ਬੰਦਾ ਇਹ ਗੱਡੀ ਤੇ ਲਿਖਾਈ ਫਿਰਦਾ। ਸੋ ਇਹ ਚੇਤਨਤਾ। ਤੇ ਦੂਸਰਾ ਹੈਗਾ ਵੀ ਨਸਲਾਂ ਦੀ ਲੜਾਈ ਆ, ਇਹ ਫਸਲਾਂ ਦੀ ਲੜਾਈ ਨਹੀਂ। ਸੋ ਇਹ ਨਸਲਾਂ ਦੀ ਲੜਾਈ ਦਾ ਕਨਸੈਪਟ ਜਿਹੜਾ ਦੀਪ ਸਿੱਧੂ ਦੇ ਗਿਆ ਜਾਂਦਾ ਉਹ ਪੰਜਾਬ ਦੀ ਜਵਾਨੀ ਵਿੱਚ ਬਹੁਤ ਵੱਡੀ ਚੇਤਨਤਾ ਪੈਦਾ ਕਰਕੇ ਗਿਆ।
ਔਰ ਅਸੀਂ ਉਮੀਦ ਕਰਦੇ ਹਾਂ ਵੀ ਅਗਲੇ 5-10 ਸਾਲਾਂ ਵਿੱਚ ਪੰਜਾਬ ਦੀ ਜਵਾਨੀ ਬਹੁਤ ਵੱਡੇ ਜਿਹੜੇ ਰਾਜਨੀਤਿਕ ਮਾਰ ਕੇ ਮਾਰੇਗੀ ਤੇ ਆਪ ਆਪਣੀ ਵਾਗਡੋਰ ਸੰਭਾਲੇਗੀ, ਜਿਸ ਤਰ੍ਹਾਂ ਬੰਗਲਾਦੇਸ਼ ਦੇ ਵਿਦਿਆਰਥੀਆਂ ਨੇ ਸੰਭਾਲੀ ਹੈ। ਜੀ, ਮੁੜ ਬੰਗਲਾਦੇਸ਼ ਦਾ ਰੁਖ ਕਰਦੇ ਹਾਂ। ਬੰਗਲਾਦੇਸ਼ ਦੀ ਜਿਹੜੀ ਆਰਥਿਕ ਸਥਿਤੀ ਆ ਉਹ ਇੰਨੀ ਮਾੜੀ ਨਹੀਂ ਸੀ, ਠੀਕ ਸੀਗੀ, ਵਧੀਆ ਸੀਗੀ। ਉਹਨਾਂ ਦਾ ਐਕਸਪੋਰਟ ਇੰਪੋਰਟ ਵੀ ਸੀ, ਹੋਰ ਉਹਨਾਂ ਦੀਆਂ ਇੰਡਸਟਰੀਆਂ ਠੀਕ ਚੱਲ ਰਹੀਆਂ ਸੀ, ਪਰ ਲੋਕ ਅਸੰਤੁਸ਼ਟ ਕਿਉਂ ਸੀਗੇ? ਹਾਂਜੀ ਹਾਂਜੀ, ਇਹ ਬਹੁਤ ਵੱਡੀ ਗੱਲ ਹੈ। ਸੋ ਆਰਥਿਕ ਤਰੱਕੀ ਹੀ ਸਿਰਫ ਆਰਥਿਕ ਤਰੱਕੀ ਹੀ ਲੋਕਾਂ ਨੂੰ ਸੰਤੁਸ਼ਟ ਨਹੀਂ ਕਰਦੀ, ਹੈ ਨਾ। ਸਹੀ ਗੱਲ। ਸੋ ਇਹ ਮਾਰਕਸਿਜ਼ਮ ਦਾ ਹੈਗਾ ਵੀ ਜਦੋਂ ਆਰਥਿਕਤਾ ਠੀਕ ਹੋਊਗੀ ਤਾਂ ਸਾਰਾ ਕੁਝ ਠੀਕ ਹੋ ਜਾਊਗਾ। ਮਾਰਕਸਵਾਦ ਨੇ ਸਾਰਾ ਕੁਝ ਇਕਨੋਮਿਕਸ ਵਿੱਚ ਹੀ ਰਿਡਿਊਸ ਕਰਤਾ। ਬੰਦੇ ਨੂੰ ਇੱਕ ਮਸ਼ੀਨ ਤੇ ਪੁਰਜੇ ਬਣਾਤਾ ਵੀ ਉਹਦੀਆਂ ਆਰਥਿਕ ਲੋੜਾਂ ਹੀ ਨੇ, ਉਹਦੀਆਂ ਸੱਭਿਆਚਾਰਕ, ਉਹਦੀਆਂ ਧਾਰਮਿਕ, ਉਹਦੀਆਂ ਸੰਵੇਦਨਾਵਾਂ, ਉਹਦੇ ਕਲਚਰਲ ਆਸਪੈਕਟ, ਉਹਦੀਆਂ ਜਿਹੜੀਆਂ ਹੋਰ ਡੀਪ ਇਨਸਾਈਟ ਜਿਹੜੀਆਂ ਬੰਦੇ ਨੂੰ ਬੰਦਾ ਬਣਾਉਂਦੀਆਂ ਨੇ, ਉਹਨਾਂ ਬਾਰੇ ਮਾਰਕਸਵਾਦ ਬਿਲਕੁਲ ਚੁੱਪ ਕਰ ਗਿਆ। ਸੋ ਕੱਲੀ ਆਰਥਿਕਤਾ ਦਾ ਵੱਡਾ ਹੋਣਾ ਹੀ, ਆਰਥਿਕਤਾ ਦਾ ਮਜ਼ਬੂਤ ਹੋਣਾ ਹੀ ਤੁਹਾਡੀ ਤਰੱਕੀ ਜਾਂ ਤੁਹਾਡੀ ਜਿਹੜੀ ਅੰਦਰ ਹੋਲਿਸਟਿਕ ਡਿਵੈਲਪਮੈਂਟ, ਤੁਹਾਡੀ ਭਰਪੂਰਤਾ, ਜਿਹੜਾ ਅੰਦਰੋਂ ਫੁੱਲ ਖਿੜਦਾ ਤੁਹਾਡੇ ਅੰਦਰ ਇੱਕ ਭਰਪੂਰ ਮਨੁੱਖ ਹੋਣ ਦਾ, ਉਹ ਨਹੀਂ ਖਿਡਾਉਂਦੀ। ਉਹ ਖਿਡਾਉਂਦੀਆਂ ਤੁਹਾਡੀਆਂ ਕਲਚਰਲ ਵੈਲਿਊਜ਼, ਤੁਹਾਡੀਆਂ ਐਥੀਕਲ ਵੈਲਿਊਜ਼, ਤੁਹਾਡੀਆਂ ਡੈਮੋਕ੍ਰੈਟਿਕ ਵੈਲਿਊਜ਼। ਕਿੰਨੀ ਚੰਗੀ ਜਮਹੂਰੀਅਤ ਆ, ਮੀਡੀਆ ਕਿੰਨਾ ਕ੍ਰੀਏਟਿਵ ਆ, ਯੂਨੀਵਰਸਿਟੀਆਂ ਵਿੱਚ ਕਿੰਨਾ ਕ੍ਰੀਏਟਿਵ ਰਿਸਰਚਸ ਹੋ ਰਹੀਆਂ ਨੇ, ਇੱਕ ਹੋਲਿਸਟਿਕ ਲਾਈਫ ਕਿਸ ਤਰ੍ਹਾਂ ਫਲੋ ਹੋ ਰਹੀ ਹੈ। ਸੋ ਜਦੋਂ ਤੁਹਾਨੂੰ ਸਿਰਫ ਆਰਥਿਕ ਤਰੱਕੀ ਦੇ ਨਾਂ ਤੇ ਸਿਰ ਝੁਕਾ ਕੇ ਤਾਨਾਸ਼ਾਹੀ ਦੀ ਆਪਾਂ ਕਹਿ ਸਕਦੇ ਵੀ ਜ਼ਬਰ ਹੇਠ ਜਿਉਣ ਲਈ ਮਜਬੂਰ ਕੀਤਾ ਜਾਂਦਾ, ਤਾਂ ਉਹ ਜਿਹੜੀ ਆਰਥਿਕ ਤਰੱਕੀ ਆ ਕੋਈ ਅਰਥ ਨਹੀਂ ਰੱਖਦੀ। ਇਕਨੋਮੀ ਐਂਡ ਫਰੀडम ਆ, ਇਹ ਬਰਾਬਰ ਚੱਲਦੀਆਂ ਨੇ। ਜੇ ਇਕਨੋਮਿਕ ਤਰੱਕੀ ਹੋਗੀ, ਫਰੀडम ਨਹੀਂ ਹੈ, ਲੋਕਾਂ ਦੀ ਮਾਨਸਿਕ ਫਰੀडम ਨਹੀਂ ਹੈ, ਤੁਸੀਂ ਕੋਈ ਪ੍ਰਦਰਸ਼ਨ ਨਹੀਂ ਕਰ ਸਕਦੇ, ਧਰਨਾ ਨਹੀਂ ਲਾ ਸਕਦੇ, ਆਪਣੇ ਵਿਚਾਰ ਪ੍ਰਗਟ ਨਹੀਂ ਕਰ ਸਕਦੇ, ਤੁਹਾਡੀ ਜ਼ੁਬਾਨ ਬੰਦ ਕਰੀ ਜਾ ਰਹੀ ਹੈ। ਸੋ ਇੰਨਾ ਕੁਝ ਹੋਇਆ ਵੀ ਇੰਨੇ ਮੀਡੀਆ ਚੈਨਲ ਉੱਥੇ ਬੰਦ ਕੀਤੇ ਗਏ, ਇੰਨੇ ਪੱਤਰਕਾਰਾਂ ਤੇ ਜਿਹੜਾ ਤਸ਼ੱਦਦ ਹੋਇਆ। ਸੋ ਜਿਹੜਾ ਸੱਚ ਦੀ ਆਵਾਜ਼ ਉਠਾਉਣ ਵਾਲੇ ਲੋਕਾਂ ਤੋਂ ਜਬਰ ਕਰਕੇ ਉਹ ਗਾਇਬ ਵੀ ਕਰ ਦਿੱਤੇ ਗਏ। ਸੋ ਇਸੇ ਕਰਕੇ ਵੀ ਆਰਥਿਕ ਤਰੱਕੀ ਨੇ ਉਹਨਾਂ ਦੀ ਹੋਲਿਸਟਿਕ ਡਿਵੈਲਪਮੈਂਟ ਦਾ ਜਿਹੜਾ ਪੈਰਾਮੀਟਰ ਆ ਉਹ ਨਹੀਂ ਸਾਹਮਣੇ ਲਿਆਂਦਾ। ਹੋਲਿਸਟਿਕ ਪੈਰਾਮੀਟਰ ਹੁੰਦਾ ਵੀ ਜਿਹੜਾ ਸਮੁੱਚਾ ਜਿਹੜਾ ਹਿਊਮਨ ਰਿਸੋਰਸਿਸ ਇੰਡੈਕਸ ਆ, ਜਿਹਦੀ ਹਰ ਸਾਲ ਅਮਰੀਕਨ ਸਟੇਟ ਡਿਪਾਰਟਮੈਂਟ ਵੱਲੋਂ ਰਿਪੋਰਟ ਆਉਂਦੀ ਹੈ ਵੀ ਕਿਹੜੇ ਮੁਲਕਾਂ ਵਿੱਚ ਹਿਊਮਨ ਰਿਸੋਰਸਿਸ ਇੰਡੈਕਸ ਕਿੱਥੇ ਹੈਗਾ, ਉਹਦੇ ਹਿਸਾਬ ਨਾਲ ਉਹ ਗਿਣਿਆ ਜਾਂਦਾ। ਸੋ ਹੋਲਿਸਟਿਕ ਡਿਵੈਲਪਮੈਂਟ ਹਿਊਮਨ ਰਿਸੋਰਸਿਸ ਦੇ ਹੋਲਿਸਟਿਕਲੀ ਡਿਵੈਲਪ ਹੋਣ ਨਾਲ ਸਾਹਮਣੇ ਆਉਂਦੀ ਆ। ਸੋ ਆਰਥਿਕਤਾ ਦੀ ਤਰੱਕੀ ਨੇ ਉਹਨਾਂ ਵਿੱਚ ਇੱਕ ਖਲਾਅ ਪੈਦਾ ਕਰ ਦਿੱਤਾ ਸੀ। ਉਹਨਾਂ ਨੂੰ ਲੱਗ ਰਿਹਾ ਸੀਗਾ ਵੀ ਹਲੇ ਵੀ ਅਸੀਂ ਖਾਲੀ ਆ, ਅਸੀਂ ਬੁਝੇ ਹੋਏ ਆ, ਸਾਡਾ ਬਹੁਤ ਕੁਝ ਗਵਾਚਿਆ ਹੋਇਆ ਜਿਹੜਾ ਬਾਕੀ ਦੁਨੀਆ ਕੋਲ ਹੈਗਾ। ਸੋ ਇਸ ਕਰਕੇ ਹੀ ਉਹ ਜਿਹੜੇ ਅੰਦੋਲਨ ਦੇ ਰਾਹ ਪਏ, ਔਰ ਉਹਨਾਂ ਦੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਵੀ ਜਿਹੜਾ ਅੰਦੋਲਨ ਜਾਰੀ ਰੱਖਿਆ, ਉਸ ਖਾਲੀਪਣ ਨੂੰ, ਉਸ ਵੈਕਿਊਮ ਨੂੰ ਤੇ ਖਲਾਅ ਨੂੰ ਭਰਨ ਦਾ ਅੰਦੋਲਨ ਸੀ, ਜਿਹੜਾ ਕਿ ਜਿਹਦੇ ਵਿੱਚ ਉਹ ਕਾਮਯਾਬ ਹੋ ਗਏ ਨੇ। ਜੀ, ਇਧਰ ਨਾਲ ਹੀ ਦੇਖੋ ਇਸ ਅੰਦੋਲਨ ਦਾ ਕਈਆਂ ਦੇ ਲਈ ਕਈ ਤਰੀਕੇ ਦੇ ਜਿਹੜੇ ਅਰਥ ਹੋਣਗੇ, ਕਈ ਸੰਦੇਸ਼ ਹੋਣਗੇ। ਇਹ ਦੁਨੀਆ ਭਰ ਦੇ ਵਿੱਚ ਜਿਹੜੇ ਤਾਨਾਸ਼ਾਹ ਦੇ ਰਾਹ ਤੇ ਤੁਰੇ ਆ ਜਾਂ ਤਾਨਾਸ਼ਾਹ ਆਲਰੇਡੀ ਹੈਗੇ ਨੇ, ਇਸ ਅੰਦੋਲਨ ਦਾ ਉਹਨਾਂ ਦੇ ਲਈ ਕੀ ਸੰਦੇਸ਼ ਆ? ਹਾਂਜੀ, ਸੋ ਜੈਨੀਫਰ ਚੌਧਰੀ ਨੇ ਆਪਣੇ ਐਡੀਟੋਰੀਅਲ ਵਿੱਚ ਲਿਖਿਆ ਵੀ ਇਹ ਨੌਜਵਾਨਾਂ ਵੱਲੋਂ ਉਹਨਾਂ ਤਾਨਾਸ਼ਾਹਾਂ ਨੂੰ ਸਪਸ਼ਟ ਸੰਦੇਸ਼ ਹੈ ਜਿਹੜੇ ਆਰਥਿਕ ਤਰੱਕੀ ਦੇ ਸੁਪਨੇ ਦਿਖਾ ਕੇ ਮਨੁੱਖੀ ਹੱਕਾਂ ਤੇ ਜਮਹੂਰੀਅਤ ਦਾ ਗਲਾ ਘੁੱਟ ਰਹੇ ਹਨ, ਕਿ ਤੁਹਾਡੇ ਦਿਨ ਹੁਣ ਪੁੱਗ ਗਏ ਹਨ। ਸੋ ਇਹ ਜੈਨੀਫਰ ਚੌਧਰੀ ਨੇ ਲਿਖਿਆ ਆਪਣੇ ਐਡੀਟੋਰੀਅਲ ਵਿੱਚ। ਹੁਣ ਕੋਈ ਵੀ ਤਾਨਾਸ਼ਾਹ ਹਥਿਆਰਾਂ ਦੀ ਲੋਕ ਤੇ ਲੋਕਾਂ ਨੂੰ ਸਿਰ ਝੁਕਾ ਕੇ ਜਿਉਣ ਲਈ ਮਜਬੂਰ ਨਹੀਂ ਕਰ ਸਕਦਾ। ਕਹਿੰਦੀ ਵੀ ਇਹਦੇ ਸਿਰਫ ਬੰਗਲਾਦੇਸ਼ ਲਈ ਨਹੀਂ ਹੈਗੇ, ਇਹਦੇ ਜਿਹੜੇ ਉਹ ਹੈਗੇ ਆ ਸੰਦੇਸ਼, ਇਹ ਸਮੁੱਚੀ ਦੁਨੀਆ ਦੇ ਤਾਨਾਸ਼ਾਹਾਂ ਲਈ ਹੈ। ਜੈਨੀਫਰ ਚੌਧਰੀ ਨੇ ਬਹੁਤ ਅੱਛਾ ਅਲ ਜਜ਼ੀਰਾ ਦੀ ਵੈਬਸਾਈਟ ਤੇ ਲਿਖਿਆ ਹੈਗਾ ਵੀ ਇਹ ਸਮੁੱਚਾ ਵੀ ਵਿਦਿਆਰਥੀ ਤੇ ਲੋਕ ਨੇ ਜਿਹੜੇ ਇੰਨੇ ਜਾਗਰਤ ਹੋ ਰਹੇ ਨੇ। ਸੋ ਮੀਡੀਆ, ਸੋਸ਼ਲ ਮੀਡੀਆ ਤੇ ਜਿਹੜੀ ਹੋਰ ਚੇਤਨਤਾ ਪੈਦਾ ਹੋ ਰਹੀ ਆ, ਉਹਨੇ ਡੈਮੋਕ੍ਰੈਟਿਕਲੀ ਬਹੁਤ ਸਾਰੀਆਂ ਜਿਹੜੇ ਟ੍ਰੈਂਡਸ ਆ ਉਹ ਬਦਲਨੇ ਹੈਗੇ ਆ। ਵਰਲਡ ਵਾਈਡ ਆ ਜਿਹੜੇ ਟ੍ਰੈਂਡਸ ਚੇਂਜ ਹੋਣੇ ਆ, ਬਹੁਤ ਕੁਝ ਗਲੋਬਲੀ ਚੇਂਜ। ਸਾਡੀ ਸਾਈਕੋਲੋਜੀ ਆ, ਜਿਹੜੀ ਫਿਲਾਸਫੀ ਦੀ ਆਈਡੀਓਲੋਜੀ ਆ ਤੇ ਪੋਲਿਟਿਕਸ ਦੀ ਆਈਡੀਓਲੋਜੀ ਐਂਡ ਫਿਲਾਸਫੀ ਆ, ਉਹ ਚੇਂਜ ਹੋਣੀ ਆ। ਅਗਲੇ 10-12 ਸਾਲਾਂ 'ਚ ਆਪਾਂ ਦੇਖਾਂਗੇ ਵੀ ਇੰਨੀ ਜ਼ਿਆਦਾ ਜਿਹੜੀ ਪੋਲਿਟਿਕਸ ਆ, ਜਿਹੜੀ ਬਹੁਤ ਕਰੂਡ ਹੋਈ ਸੀ, ਖਾਸ ਕਰਕੇ ਉਹਨਾਂ ਮੁਲਕਾਂ ਵਿੱਚ ਵੀ ਜਿਨ੍ਹਾਂ ਨੂੰ ਥਰਡ ਵਰਲਡ ਕੰਟਰੀ ਕਿਹਾ ਜਾਂਦਾ ਹੈ। ਅਸੀਂ ਦੇਖਾਂਗੇ ਵੀ ਬਹੁਤ ਵੱਡੀਆਂ ਡੈਮੋਕ੍ਰੈਟਿਕ ਚੇਂਜਸ ਆ ਜਿਹੜੀਆਂ ਅਗਲੇ 10 ਸਾਲਾਂ ਵਿੱਚ ਆਉਣਗੀਆਂ। ਸੋ ਬੰਗਲਾਦੇਸ਼ ਦੇ ਨੌਜਵਾਨਾਂ ਦੀ ਚੇਤਨਤਾ ਹੈਗੀ ਜਿਹੜੀ, ਉਹ ਜਿਹੜੇ ਤਾਨਾਸ਼ਾਹ ਨੇ, ਡਿਸਪੋਟਿਕ ਆ, ਜਿਹੜੇ ਚੁਣੇ ਹੋਏ ਆਪਾਂ ਕਹਿ ਸਕਦੇ ਹਾਂ ਵੀ ਡਿਸਪੋਟਿਜ਼ਮ ਹੈਗਾ, ਉਹਨਾਂ ਲਈ ਇੱਕ ਸੰਦੇਸ਼ ਹੈਗਾ ਵੀ ਤੁਹਾਡੇ ਦਿਨ ਆ ਜਿਹੜੇ ਪੁੱਗ ਗਏ ਹੋਇਆ। ਹੁਣ ਤਾਂ ਇਹ ਟਾਈਮ ਦੀ ਗੱਲ ਆ ਵੀ 15 ਸਾਲ ਤੋਂ ਤੁਰਿਆ ਆਉਂਦਾ ਗੁੱਸਾ ਕਦੋਂ ਫਟਣਾ ਔਰ ਉਹਨੇ ਕਦੋਂ ਅੰਦੋਲਨ ਦੀ ਸ਼ਕਲ ਲੈ ਲੈਣੀ ਆ। ਜਸਟ ਮੈਟਰ ਆਫ ਟਾਈਮ ਆ
ਤੁਸੀਂ ਲੰਬਾ ਸਮਾਂ ਜਿਹੜਾ ਉਹ ਨਹੀਂ ਕਰ ਸਕਦੇ। ਇਹੀ ਕੁਛ ਰੂਸ ਵਿੱਚ ਹੋਣਾ, ਸੋ ਇਹ ਹੋਰ ਬਹੁਤ ਸਾਰੇ ਮੁਲਕਾਂ ਵਿੱਚ ਹੋਣਾ ਹੈ ਨਾ। ਪਾਕਿਸਤਾਨ ਵਿੱਚ ਆਪਾਂ ਇਮਰਾਨ ਖਾਨ ਦੇ ਹੱਕ ਵਿੱਚ ਕਿੱਡੀ ਵੱਡੀ ਹਨੇਰੀ ਚੱਲਦੀ ਦੇਖੀ ਆ, ਹਨਾ। ਜੀ ਸੋ ਜੀ ਇਹਨੂੰ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਗਰੀਬ ਔਰ ਬਹੁਤ ਪਛੜਿਆ ਹੋਇਆ ਮੁਲਕ ਆ। ਕਿਸ ਤਰ੍ਹਾਂ ਲੋਕ ਸੜਕਾਂ ਤੇ ਆਏ, ਉਹ ਤਾਂ ਹੋ ਸਕਦਾ ਵੀ ਉਹ ਜਿਹੜੇ ਨਤੀਜੇ ਵਗੈਰਾ ਕਿਸ ਤਰ੍ਹਾਂ ਉਹ ਮੈਨੇਜ ਹੋਏ ਹੋਣ, ਵੀ ਨਹੀਂ ਤਾਂ ਬਹੁਤ ਇਨੀਸ਼ੀਅਲ ਲੈਵਲ ਤੇ 155 ਸੀਟਾਂ ਤੇ ਉਹਨਾਂ ਦੀ ਜਿੱਤ ਹੈ ਜਿਹੜੀ ਆ ਰਹੀ ਸੀ, ਜਿਸ ਜੀ ਦੇ ਨਤੀਜੇ ਆਏ ਹੈਗੇ। ਸੋ ਇਹਨਾਂ ਮੁਲਕਾਂ ਵਿੱਚ ਜਿਹੜੇ ਥਰਡ ਵਰਲਡ ਕੰਟਰੀਜ਼, ਐਦਾਂ ਹੀ ਅਫਰੀਕਨ ਕੰਟਰੀਜ਼ ਵਿੱਚ ਹੋਊਗਾ। ਸੋ ਇਹ ਤਾਨਾਸ਼ਾਹਾਂ ਲਈ ਸਬਕ ਹੈਗਾ ਵੀ ਹੁਣ ਉਹਨਾਂ ਦੇ ਦਿਨ ਪੁੱਗ ਗਏ ਆ। ਰੀਅਲ ਡੈਮੋਕ੍ਰੈਟਿਕ ਫੋਰਸਿਸ ਦਾ ਜਿਹੜੀਆਂ ਜਾਗ ਆਈਆਂ ਹੋਈਆਂ ਨੇ। ਆਪਾਂ ਕੁਝ ਸਮਾਂ ਪਹਿਲਾਂ ਇੱਕ ਗੱਲਬਾਤ ਕੀਤੀ ਸੀ ਵੀ ਇਸ ਸਾਲ ਦੇ ਵਿੱਚ 50-60% ਜਾਂ ਕਿੰਨੇ ਬਿਲੀਅਨ ਲੋਕਾਂ ਨੇ ਡੈਮੋਕ੍ਰੇਸੀ ਦੇ ਅੰਡਰ ਜਿਹੜੀਆਂ ਉਹ ਵੋਟਾਂ ਜਿਹੜੀਆਂ ਪਾਉਣੀਆਂ ਆ। ਇਦਾਂ ਦੇ ਜਿਹੜੇ ਜਦੋਂ ਉਸੇ ਸਾਲ ਦੇ ਵਿੱਚ ਚੀਜ਼ਾਂ ਵਾਪਰਦੀਆਂ ਆ, ਬਾਕੀ ਹੋਰ ਮੁਲਕਾਂ ਦੇ ਉੱਤੇ ਵੀ ਇਹਦਾ ਆਪਾਂ ਅਸਰ ਦੇਖਾਂਗੇ। ਹਾਂਜੀ ਹਾਂਜੀ ਬਿਲਕੁਲ। ਆਪਾਂ ਕਿਹਾ ਸੀਗਾ ਵੀ ਆਪਾਂ ਫਰਵਰੀ ਚ ਪ੍ਰੋਗਰਾਮ ਕਰਿਆ ਸੀਗਾ ਵੀ ਲਗਭਗ ਅੱਧੀ ਦੁਨੀਆ ਚ ਚੋਣਾਂ ਹੋਣੀਆਂ ਨੇ, ਔਰ ਬਹੁਤ ਬਹੁਤ ਸਾਰੀਆਂ ਚੋਣਾਂ ਨੇ ਤਾਨਾਸ਼ਾਹਾਂ ਲੀਡਰ ਆ ਜਿਹੜੇ ਸਾਹਮਣੇ ਲਿਆਉਣੇ ਹੈਗੇ ਹਨਾ। ਸੋ ਬਹੁਤ ਘੱਟ ਨੇ, ਜਿੱਦਾਂ ਵੀ ਇੰਗਲੈਂਡ ਵਿੱਚ ਚੋਣਾਂ ਹੋਈਆਂ ਉਹ ਡੈਮੋਕ੍ਰੈਟਿਕਲੀ ਹੋਈਆਂ, ਅਮਰੀਕਾ ਵਿੱਚ ਹੋਣਗੀਆਂ ਡੈਮੋਕ੍ਰੈਟਿਕਲੀ ਹੋਣਗੀਆਂ। ਇੰਡੀਆ ਬਾਰੇ ਬਹੁਤ ਵੱਡੇ ਸ਼ੱਕ ਸੀਗੇ ਵੀ ਉਹਨਾਂ ਨੂੰ ਰਿਗ ਕੀਤਾ ਜਾਊਗਾ, ਜਿਹੜਾ ਕਿ ਬਹੁਤ ਸਾਰਾ ਕੁਝ ਸਾਡੇ ਸਾਹਮਣੇ ਦੇਖਿਆ ਵੀ ਕਿਸ ਤਰ੍ਹਾਂ ਜ਼ਬਰ ਹੋਇਆ, ਕਿਸ ਤਰ੍ਹਾਂ ਮੀਡੀਆ ਰਾਹੀਂ ਉਹਨਾਂ ਦੇ ਜਿਹੜੇ ਵਿਰੋਧੀ ਪਾਰਟੀਆਂ ਦੇ ਲੀਡਰ ਆ ਉਹਨਾਂ ਦੀਆਂ ਜਿਹੜੀਆਂ ਸਰਕਾਰ ਜਿਹੜੀਆਂ ਪਾਰਟੀਆਂ ਸੀ ਉਹਨਾਂ ਦੇ ਫੰਡ ਫਰੀਜ਼ ਹੋਏ, ਬਹੁਤ ਕੁਝ ਆ ਜਿਹੜਾ ਨਾਨ ਡੈਮੋਕ੍ਰੈਟਿਕ ਹੋਇਆ। ਇਸ ਤਰ੍ਹਾਂ ਦਾ ਬਹੁਤ ਕੁਝ ਹੋਇਆ। ਪਰ ਅਗਲੇ ਸਾਲਾਂ 'ਚ ਆਪਾਂ ਦੇਖਾਂਗੇ ਵੀ ਜਿਹੜੀਆਂ ਹੈਗੀਆਂ ਰੀਅਲ ਡੈਮੋਕ੍ਰੈਟਿਕ ਫੋਰਸਿਸ ਆ, ਇਹਨਾਂ ਦਾ ਜਿਹੜਾ ਇਹ ਜਿਹੇ ਅੰਦੋਲਨ ਆ ਉਹਦਾ ਅਸਰ ਪਏਗਾ। ਤੇ ਡੈਮੋਕ੍ਰੈਟਿਕਲੀ ਜਿਹੜੀਆਂ ਕਲੀਅਰ ਕੱਟ ਫੋਰਸਿਸ ਨੇ, ਜਿਹੜੀਆਂ ਰੀਅਲੀ ਆਪਾਂ ਕਹਿ ਸਕਦੇ ਹਾਂ ਵੀ ਮਨੁੱਖੀ ਹੱਕਾਂ ਦੀ ਰਾਖੀ, ਇੱਕ ਹੋਲਿਸਟਿਕ ਆਰਥਿਕ ਤਰੱਕੀ ਤੇ ਹੋਰ ਬਹੁਤ ਕੁਝ ਹੈ ਜਿਹੜਾ ਕਰਨ ਦਾ ਯਤਨ ਕਰਦੀਆਂ ਨੇ, ਉਹ ਸਾਡੇ ਸਾਹਮਣੇ ਪੇਸ਼ ਆਉਣਗੀਆਂ। ਅਮਰੀਕਾ ਸਰਕਾਰ ਨੇ ਵੀ ਇਸ ਦੇ ਉੱਤੇ ਆਖਿਆ ਵੀ ਮੁਲਕ ਦੇ ਲੋਕ ਆਪ ਆਪਣੀ ਸਰਕਾਰ ਚੁਣਨਗੇ। ਇਹਦੇ ਕੀ ਅਰਥ ਲਏ ਜਾਣ? ਹਾਂਜੀ ਹਾਂਜੀ ਇਹ ਬਹੁਤ ਵੱਡੇ ਅਰਥ ਆ ਜਿਹਦੇ ਕਾਰਨ, ਕਿਉਂਕਿ ਆਪਾਂ ਪਹਿਲਾਂ ਗੱਲ ਕਰਕੇ ਆ ਵੀ CIA ਬਹੁਤ ਲੰਬੇ ਸਮੇਂ ਤੋਂ ਇੱਥੇ ਵਰਕ ਕਰ ਰਿਹਾ ਸੀ। ਉਹ ਜਸਟ ਮੈਟਰ ਆਫ ਟਾਈਮ ਦੇਖ ਰਿਹਾ ਸੀਗਾ ਵੀ ਕਦੋਂ ਕਿਹੜੇ ਸੰਦੇਸ਼ ਆ ਕਿਹਨਾਂ ਨੂੰ ਦੇਣੇ ਆ। ਹੁਣ ਇਹਨੇ ਮੈਥਿਊ ਮਿਲਰ ਦਾ ਜਿਹੜਾ ਇੱਕਦਮ ਆਇਆ ਹੈਗਾ, ਉਹਨਾਂ ਨੂੰ ਪੁੱਛਿਆ ਗਿਆ ਵੀ ਜਿਹੜੀ ਮਿਲਟਰੀ ਹੈਗੀ ਆ ਉਹ ਅਗਲਾ ਪ੍ਰਧਾਨ ਮੰਤਰੀ ਜਾਂ ਇੰਟਰਮ ਗਵਰਨਮੈਂਟ ਆ ਜਿਹੜੀ ਚੁਣਨ ਜਾ ਰਹੀ ਹੈਗੀ ਆ। ਹਾਲਾਂਕਿ ਮਿਲਟਰੀ ਨੇ ਚੁਣ ਦੇਣਾ ਸੀ, ਇੱਕਦਮ ਅਮਰੀਕਾ ਨੇ ਦਖਲਅੰਦਾਜ਼ੀ ਕਰੀ ਹੈਗੀ ਆ। ਸੋ ਅਮਰੀਕਾ ਦੀ ਦਖਲਅੰਦਾਜ਼ੀ ਨਾਲ ਵਿਦਿਆਰਥੀ ਨੇਤਾਵਾਂ ਦੀ ਔਰ ਜਿਹੜੇ ਬਹੁਤ ਵੱਡੇ ਵਧੀਆ ਬੁੱਧੀਜੀਵੀ ਨੇ ਉਹਨਾਂ ਦੀ, ਜਿਹੜੇ ਰਾਸ਼ਟਰਪਤੀ ਆ ਤੇ ਮਿਲਟਰੀ ਦੇ ਕਮਾਂਡਰ ਆ, ਉਹਨਾਂ ਨਾਲ 5 ਘੰਟੇ ਮੀਟਿੰਗ ਚੱਲੀ ਆ। ਔਰ 5 ਘੰਟੇ ਦੀ ਮੀਟਿੰਗ ਤੋਂ ਬਾਅਦ ਆ ਜਿਹੜਾ ਫੈਸਲਾ ਹੋਇਆ ਵੀ ਮਿਸਟਰ ਜਿਹੜੇ ਯੂਨਸ ਨੇ, ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ, ਉਹ ਇੰਟਰਮ ਗਵਰਨਮੈਂਟ ਦੀ ਜਿਹੜੀ ਅਗਵਾਈ ਕਰਨਗੇ। ਉਹਨਾਂ ਨੂੰ ਫਰਾਂਸ ਤੋਂ ਬੁਲਾਇਆ ਜਾ ਰਿਹਾ ਹੈਗਾ। ਸੋ ਵਿਦਿਆਰਥੀ ਉਹਨਾਂ ਤੇ ਸਹਿਮਤ ਹੋਏ। ਵਿਦਿਆਰਥੀ ਕਿਸੇ ਵੀ ਅਫਸਰ ਤੇ, ਕਿਸੇ ਵੀ ਹੋਰ ਪੁਰਾਣੇ ਲੀਡਰ ਤੇ ਕਿਸੇ ਤੇ ਵੀ ਸਹਿਮਤੀ ਨਹੀਂ ਉਹਨਾਂ ਨੇ ਜਤਾਈ। ਉਹ ਮਿਸਟਰ ਯੂਨਸ ਤੇ ਜਿਹੜੀ ਸਹਿਮਤੀ ਜਤਾਈ ਹੈ। ਸੋ ਆਪਾਂ ਦੇਖ ਸਕਦੇ ਹਾਂ ਵੀ ਬਿਹਾਈਂਡ ਦੀ ਸੀਨ ਪ੍ਰੋਟੈਸਟ ਦੇ ਪਿੱਛੇ ਵੀ ਅਮਰੀਕਾ ਸੀ, ਤੇ ਹੁਣ ਪ੍ਰੋਟੈਸਟ ਤੋਂ ਜਦੋਂ ਸਫਲ ਹੋ ਗਿਆ ਉਹ ਤੋਂ ਬਾਅਦ ਇੰਟਰਮ ਗਵਰਨਮੈਂਟ ਕਿਹੜੀ ਬਣਨੀ ਹੈਗੀ ਆ, ਉਹਦੇ ਪਿੱਛੇ ਵੀ ਅਮਰੀਕਾ ਜਿਹੜਾ ਬਹੁਤ ਸੀਰੀਅਸਲੀ ਵਰਕ ਕਰ ਰਿਹਾ ਹੈਗਾ। ਅਸੀਂ ਸਮਝਦੇ ਹਾਂ ਵੀ CIA ਨੇ ਇੱਕ ਬਹੁਤ ਹੀ ਕਮਾਲ ਦਾ ਆਪਰੇਸ਼ਨ ਹੈ ਜਿਹੜਾ ਕਰਿਆ, ਬੰਗਲਾਦੇਸ਼ ਨੂੰ ਤਾਨਾਸ਼ਾਹੀ ਵਿੱਚੋਂ ਕੱਢ ਕੇ ਜਿਹੜੀਆਂ ਡੈਮੋਕ੍ਰੈਟਿਕ ਫੋਰਸਿਸ ਵਾਲੀ ਰਾਹ ਪਾਇਆ ਹੈਗਾ। ਹੁਣ ਜੇ ਵਿਦਿਆਰਥੀ ਨੇਤਾ ਇਸ ਤਰ੍ਹਾਂ ਡਟੇ ਰਹੇ ਤੇ ਮਿਸਟਰ ਯੂਨਸ ਤੇ ਹੋਰ ਜਿਹੜੀ ਸਿਟੀਜ਼ ਐਂਟਰੀ ਆ ਉਹਨਾਂ ਦੀ, ਚੰਗੇ ਜਿਹੜੇ ਲੋਕ ਨੇ ਉਹ ਪੋਲਿਟਿਕਸ ਵਿੱਚ ਆ ਕੇ ਇਹਨੂੰ ਲੈ ਕੇ ਜਾਣ, ਤਾਂ ਉਹਦਾ ਅਸਰ ਹੈ ਜਿਹੜਾ ਭਾਰਤ ਤੇ ਵੀ ਪਵੇਗਾ। ਭਾਰਤ ਵਿੱਚ ਜਿਸ ਕਿਸਮ ਦੀਆਂ ਤਾਨਾਸ਼ਾਹ ਵਾਲੀਆਂ ਨੀਤੀਆਂ ਵੀ, ਮੀਡੀਆ ਨੂੰ ਕਾਬੂ ਕਰ ਲਿਆ, ਵਿਰੋਧੀ ਧਿਰਾਂ ਨੂੰ ਇੰਡਾਈਟ ਕੀਤਾ ਜਾ ਰਿਹਾ, ਲਗਾਤਾਰ ਤੰਗ ਕੀਤਾ ਜਾ ਰਿਹਾ, ਇਹ ਬਹੁਤ ਕੁਝ ਇਸ ਤਰ੍ਹਾਂ ਹੀ ਹੁੰਦਾ ਹੈ। ਜਿਹੜਾ ਯੂਕਰੇਨ ਵਾਰ ਦਾ, ਮੈਂ ਉਹ ਦੇਖ ਰਿਹਾ ਸੀਗਾ ਯੂਕਰੇਨ ਵਾਰ ਬਾਰੇ ਜਿਹੜੇ ਰਸ਼ੀਆ ਦੇ ਨਾ ਵਲਾਦੀਮੀਰ ਪੁਤਿਨ ਦੇ ਸਲਾਹਕਾਰ ਆ, ਉਹਨਾਂ ਦੇ ਜਿਹੜੇ ਕਮੈਂਟਸ ਆ ਰਹੇ ਆ, ਉਹ ਕਹਿੰਦੇ ਵੀ ਜੇ ਯੂਕਰੇਨ ਵਿੱਚ ਡੈਮੋਕ੍ਰੇਸੀ ਆ ਗਈ, ਰੀਅਲ ਡੈਮੋਕ੍ਰੇਸੀ, ਸਾਨੂੰ ਤਾਂ ਲੋਕਾਂ ਨੇ ਭਜਾ ਕੇ ਮਾਰ ਦੇਣਾ। ਉਹ ਕਹਿੰਦੇ ਵੀ ਯੂਕਰੇਨ ਵਿੱਚ ਡੈਮੋਕ੍ਰੇਸੀ ਨਹੀਂ ਹੋਣੀ ਚਾਹੀਦੀ। ਉਹ ਇਸੇ ਕਰਕੇ ਡਰਦੇ ਨੇ। ਇਹ ਜੰਗ ਯੂਕਰੇਨ ਵਿੱਚੋਂ ਡੈਮੋਕ੍ਰੇਸੀ ਨੂੰ ਖਤਮ ਕਰਨ ਲਈ ਲੜੀ ਜਾ ਰਹੀ ਹੈ, ਕਿਉਂਕਿ ਇੱਕ ਦੂਜੇ ਦੇ ਪ੍ਰਭਾਵ ਪੈਂਦਾ ਵੀ ਰੂਸ ਵਿੱਚ ਵੀ ਲੋਕਾਂ ਨੇ ਅਪਰਾਈਜ਼ਿੰਗ ਕਰ ਦੇਣੀ ਹੈਗੀ ਆ। ਸੋ ਜਿਹੜੀ ਬੰਗਲਾਦੇਸ਼ ਦੀ ਅਪਰਾਈਜ਼ਿੰਗ ਹੈਗੀ ਆ, ਉਹਦਾ ਭਾਰਤ ਤੇ ਔਰ ਹੋਰ ਮੁਲਕਾਂ ਤੇ ਜਿਹੜਾ ਬਹੁਤ ਵੱਡਾ ਅਸਰ ਪਏਗਾ। ਸੋ ਅਮਰੀਕਾ ਇਸ ਢੰਗ ਨਾਲ ਆ ਜਿਹੜਾ ਇਹ ਕਾਰਜ ਕਰ ਰਿਹਾ ਹੈਗਾ। ਸੋ ਬੰਗਲਾਦੇਸ਼ ਦੇ ਇਸ ਘਟਨਾਕ੍ਰਮ ਦਾ ਆਪਾਂ ਫਿਰ ਗੱਲ ਹੀ ਕਰ ਲੈਨੇ, ਭਾਰਤ ਦੇ ਉੱਤੇ ਅਸਰ ਕੀ ਪੈਣਗੇ? ਹਾਂਜੀ ਹਾਂਜੀ। ਸੋ ਬੰਗਲਾਦੇਸ਼ ਦੀ ਜਿਹੜੀ ਇਹ ਤਾਨਾਸ਼ਾਹ ਨੇਤਾ ਦਾ ਦੇਸ਼ ਛੱਡ ਕੇ ਭੱਜਣਾ ਪਿਆ, ਇਹ ਭਾਰਤ ਦੀ ਜਿਹੜੀ ਪਾਲਿਸੀ ਆ ਬਹੁਤ ਵੱਡਾ ਉਹਨੂੰ ਝਟਕਾ ਲੱਗਿਆ। ਅਜੀਤ ਡੋਵਾਲ ਦੀ, ਜੈ ਸ਼ੰਕਰ ਦੀ ਤੇ ਨਰਿੰਦਰ ਮੋਦੀ ਦੀ ਜਿਹੜੀ ਪਾਲਿਸੀ ਨੂੰ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਉਹ ਥੱਲਾ ਲੱਗ ਗਿਆ ਹੋਇਆ। ਠੀਕ ਆ। ਪਿਛਲੇ 10 ਸਾਲਾਂ ਤੋਂ ਉਹ ਬੰਗਲਾਦੇਸ਼ ਨੂੰ ਆਪਣੇ ਢੰਗ ਨਾਲ ਚਲਾ ਰਹੇ ਸੀ ਵੀ ਉੱਥੇ ਤਾਨਾਸ਼ਾਹੀ ਕਾਇਮ ਰਹੇ,
ਲੋਕਾਂ ਤੇ ਕ੍ਰੈਕਡਾਊਨ ਹੋਵੇ, ਮਨੁੱਖੀ ਹੱਕਾਂ ਦੀ ਉਲੰਘਣਾ ਹੋਵੇ, ਲੋਕਾਂ ਤੇ ਜ਼ਬਰ ਹੋਵੇ, ਇਹ ਸਾਰਾ ਕੁਛ ਹੈ ਜਿਹੜਾ ਭਾਰਤ ਦੀ ਹਮਾਇਤ ਨਾਲ ਭਾਰਤ ਬੰਗਲਾਦੇਸ਼ ਨੂੰ ਆਪਾਂ ਕਿਹਾ ਵੀ ਆਪਣੇ ਛੋਟੇ ਮੁਲਕ ਦੇ ਤੌਰ ਤੇ, ਜਿਸ ਤਰ੍ਹਾਂ ਇੱਕ ਸਟੇਟ ਹੁੰਦੀ ਆ ਪੰਜਾਬ ਜਾਂ ਹਰਿਆਣਾ, ਉਸ ਦੇ ਤੌਰ ਤੇ ਚਲਾ ਰਿਹਾ ਸੀਗਾ। ਸੋ ਇਹ ਸੰਦੇਸ਼ ਆ ਜਿਹੜਾ ਤੁਸੀਂ ਦੇਖੋ ਵੀ ਧਾਰਾ 370 ਹਟਾਉਣ ਦੇ 5 ਸਾਲਾਂ ਬਾਅਦ ਸੋ ਅੱਜ ਅਮਰੀਕਾ ਨੇ ਜਿਹੜਾ ਇੱਕ ਸੰਦੇਸ਼ ਦਿੱਤਾ। ਦੂਜਾ ਸੰਦੇਸ਼ ਇਹ ਆ ਵੀ 8 ਜੁਲਾਈ ਨੂੰ ਨਰਿੰਦਰ ਮੋਦੀ ਉਹਨਾਂ ਦੀ ਵਲਾਦੀਮਿਰ ਪੁਤਿਨ ਨਾਲ ਜਿਹੜੀ ਜੱਫੀ ਪਈ ਆ, ਉਹ ਤੋਂ ਪੂਰੇ 1 ਮਹੀਨੇ ਬਾਅਦ ਆ ਜਿਹੜਾ ਸੋ ਜਿਹੜਾ ਭਾਰਤ ਨੂੰ ਇੱਕ ਸੰਦੇਸ਼ ਆ ਜਿਹੜਾ ਚਲੇ ਗਿਆ ਵੀ ਇੱਥੇ ਏਸ਼ੀਆ ਵਿੱਚ ਜਿਹੜੀਆਂ ਤਬਦੀਲੀਆਂ ਹੋਣੀਆਂ ਨੇ, ਉਹਦੇ ਜਿਹੜੇ ਪਹਿਲੀਆਂ ਆਪਾਂ ਕਹਿ ਸਕਦੇ ਹਾਂ ਵੀ ਪਹਿਲੇ ਖੁਲਾਸੇ ਜਾਂ ਪਹਿਲੀਆਂ ਜਿਹੜੀਆਂ ਝਲਕਾਂ ਨੇ ਉਹ ਸਾਨੂੰ ਮਿਲਣ ਲੱਗ ਗਈਆਂ ਵੀ ਡੈਮੋਕ੍ਰੈਟਿਕਲੀ ਬਿਨਾਂ ਕੋਈ ਗੋਲੀ ਚਲਾਏ, ਹਨਾ, ਬਿਨਾਂ ਕੋਈ ਦੂਜੀ ਧਿਰ ਵੱਲੋਂ ਗੋਲੀ ਚਲਾਉਣ ਦੇ, ਹਨਾ, ਅੰਦੋਲਨਕਾਰੀਆਂ ਨੇ ਕੋਈ ਵੀ ਹਿੰਸਾ ਨਹੀਂ ਕਰੀ। ਇਸੇ ਤਰ੍ਹਾਂ ਰੂਸ ਦਾ ਤੇ ਈਸਟਰਨ ਯੂਰਪ ਦਾ ਜਿਹੜੀਆਂ ਤਬਦੀਲੀਆਂ ਹੋਈਆਂ ਸੀ, ਜਦੋਂ ਅਮਰੀਕਾ ਇਨਵੋਲਵ ਹੁੰਦਾ ਫਿਰ ਉਹ ਇਹਨਾਂ ਪੀਸਫੁਲੀ ਟ੍ਰਾਂਜ਼ਿਟ ਕਰ ਦਿੰਦਾ ਹੈਗਾ। ਸੋ ਸਾਨੂੰ ਲੱਗਦਾ ਵੀ ਉਹ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਸਾਊਥ ਏਸ਼ੀਆ ਦੀ ਜਿਹੜੀ ਰੀਸਟਰਕਚਰਿੰਗ ਹੋਣੀ ਆ, ਟ੍ਰਾਂਜੀਸ਼ਨ ਹੋਣੀ ਆ, ਉਹਦੇ ਕਦਮ ਆ ਜਿਹੜੇ ਅੱਗੇ ਵਧ ਰਹੇ ਆ। ਔਰ ਭਾਰਤ ਨੂੰ ਬਹੁਤ ਵੱਡਾ ਝਟਕਾ ਭਾਰਤ ਦੀ ਫੋਰਨ ਪਾਲਿਸੀ ਨੂੰ ਲੱਗਿਆ। ਔਰ ਉਹੀ ਸੰਦੇਸ਼ ਜਿਹੜਾ ਵਲਾਦੀਮਿਰ ਪੁਤਿਨ ਦੇ ਸਲਾਹਕਾਰ ਕਹਿੰਦੇ ਸੀ ਵੀ ਜੇ ਯੂਕਰੇਨ ਵਿੱਚ ਡੈਮੋਕ੍ਰੇਸੀ ਆ ਗਈ ਤਾਂ ਰਸ਼ੀਆ ਵਿੱਚ ਵੀ ਆ ਜਾਣੀ ਹੈ। ਸੋ ਇਸੇ ਤਰ੍ਹਾਂ ਦਾ ਸੰਦੇਸ਼ ਹੈ ਵੀ ਜੇ ਬੰਗਲਾਦੇਸ਼ ਵਿੱਚ ਰੀਅਲ ਡੈਮੋਕ੍ਰੈਟਿਕ ਫੋਰਸਿਸ, ਚੰਗੇ ਪੋਲੀਟੀਸ਼ੀਅਨ ਸਾਹਮਣੇ ਆ ਗਏ, ਮਿਸਟਰ ਯੂਨਿਸ ਵਰਗੇ ਜਿਹੜੇ ਬਹੁਤ ਵੱਡੇ ਇਕੋਨੋਮਿਸਟ ਨੇ, ਬਹੁਤ ਸੋਬਰ ਨੇ, ਇਮਾਨਦਾਰ ਨੇ, ਆਪਣੀ ਧਰਤੀ ਨਾਲ ਜੁੜੇ ਹੋਏ ਨੇ, ਉਸ ਧਰਤੀ ਨੂੰ ਸਵਰਗ ਬਣਾਉਣਾ ਚਾਹੁੰਦੇ ਆ। ਸੋ ਇਸੇ ਤਰ੍ਹਾਂ ਦੀ ਲੀਡਰਸ਼ਿਪ ਜੇ ਭਾਰਤ ਵਿੱਚ ਆ ਜਾਂਦੀ ਆ ਤਾਂ ਜਿਹੜੀਆਂ ਹੈਗੀਆਂ ਤਾਨਾਸ਼ਾਹ ਫੋਰਸਿਸ ਆ ਉਹਨਾਂ ਨੂੰ ਬਹੁਤ ਵੱਡੇ ਝਟਕੇ ਲੱਗਣਗੇ। ਇੱਕ ਸੰਦੇਸ਼ ਅਮਰੀਕਾ ਨੇ ਇਹ ਦਿੱਤਾ ਵੀ ਰਸ਼ੀਆ ਦੇ ਨੇੜੇ ਜਾਣ ਦੇ ਖਤਰੇ ਆ ਜਿਹੜੇ ਭਾਰਤ ਨੂੰ ਦਸਤਾਰ ਦਿੱਤਾ ਹੋਇਆ ਵੀ ਅਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੈਗੇ। ਦੂਜਾ, ਭਾਰਤ ਲਗਾਤਾਰ ਬੰਗਲਾਦੇਸ਼ ਨੂੰ ਜਿਸ ਤਰ੍ਹਾਂ ਆਪਣੀ ਨੀਤੀ ਦੇ ਚਲਾ ਰਿਹਾ ਸੀ, ਉਹ ਨੀਤੀਆਂ ਸਾਰੀਆਂ ਇੱਕ ਤਰ੍ਹਾਂ ਨਾਲ ਟੁੱਟ ਭੱਜ ਗਈਆਂ ਨੇ। ਬਹੁਤ ਵੱਡੀ ਹਾਰ ਦਾ ਜਿਹੜਾ ਹੈਗਾ ਭਾਰਤ ਨੂੰ ਸਾਹਮਣਾ ਕਰਨਾ ਪਿਆ। ਉਹ ਇਸ ਹਾਰ ਵਿੱਚੋਂ ਕਿਸ ਤਰ੍ਹਾਂ ਉੱਭਰ ਸਕੇਗਾ, ਹਲੇ ਇਹਨੂੰ ਕਾਫੀ ਸਮਾਂ ਲੱਗੇਗਾ ਭਾਰਤ ਨੂੰ ਸੰਭਲਣ ਲਈ। ਜੀ, ਮੁਹੰਮਦ ਯੂਨਸ ਬਾਰੇ ਵੀ ਦੱਸਿਏ। ਜਿੱਦਾਂ ਤੁਸੀਂ ਦੱਸਿਆ ਸੀਗਾ ਢਾਕਾ ਤੋਂ ਤਾਂ ਉਹ ਪੜ੍ਹਿਆ ਸੀ, ਇੱਥੇ ਨੈਸ਼ਨਲ ਦੀ ਜਿਹੜੀ ਯੂਨੀਵਰਸਿਟੀ ਆ ਉੱਥੋਂ ਇਸਨੇ ਇਕਨੋਮਿਕਸ ਦੇ ਵਿੱਚ PhD ਵੀ ਕੀਤੀ ਆ। ਅਵਾਰਡ ਇਸ ਨੂੰ ਕਈ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਮਿਲ ਚੁੱਕੇ ਸੀ, ਜਿਨ੍ਹਾਂ 'ਚ ਨੋਬਲ ਪ੍ਰਾਈਜ਼ ਵੀ ਮੁਹੰਮਦ ਯੂਨਸ ਆ ਉਹਨਾਂ ਨੂੰ ਮਿਲਿਆ ਸੀ। ਸੋ ਉਸ ਦੇ ਉੱਤੇ ਹੁਣ ਸਹਿਮਤੀ ਬਣੀ ਆ ਤੇ ਕਹਿੰਦੇ ਵੀ ਵਾਪਸ ਆਉਣਗੇ। ਸੋ ਦੇਖਦੇ ਹਾਂ ਕਿੱਦਾਂ ਬਣਦਾ। ਇੱਥੇ ਇੱਕ ਸਵਾਲ ਨਾਲ ਹੀ ਅਵਤਾਰ ਸਿੰਘ ਜੀ ਇਹ ਉੱਠਦਾ ਆ, ਅਕਸਰ ਜਦੋਂ ਇਹ ਮੁਲਕਾਂ ਦੀ ਗੱਲ ਆਉਂਦੀ, ਆਜ਼ਾਦੀ ਦੀ ਗੱਲ ਆਉਂਦੀ ਆ ਵੀ ਹਾਂ ਵੀ CIA ਨੇ ਹੈਲਪ ਕੀਤੀ, ਅਮਰੀਕਾ ਨੇ ਹੈਲਪ ਕੀਤੀ, ਅਮਰੀਕਾ ਦੇ ਦੁਆਰਾ ਇਸ ਬੰਦੇ ਦੇ ਨਾਂ ਦੇ ਉੱਤੇ ਸਹਿਮਤੀ ਹੋਈ ਆ। ਕੀ ਬੰਗਲਾਦੇਸ਼ ਦੇ ਲੋਕ ਇਹ ਮੰਨਣਗੇ ਬਾਅਦ ਦੇ ਵਿੱਚ, ਜਾਂ ਇਹ ਸਵਾਲ ਤਾਂ ਉੱਠਣਗੇ ਜੇ ਅਮਰੀਕਾ ਨੇ ਲੈ ਕੇ ਦਿੱਤਾ, ਅਮਰੀਕਾ ਆਪਣੇ ਹਿਸਾਬ ਨਾਲ ਜਿਹੜਾ ਇਸ ਨੂੰ ਚਲਾਊਗਾ, ਇਸ ਨੂੰ ਕਿੱਦਾਂ ਜਿਹੜਾ ਉਹ ਦੇਖਿਆ ਜਾਊਗਾ? ਨਹੀਂ, ਅਮਰੀਕਾ ਲੋਕਾਂ ਦੀਆਂ ਭਾਵਨਾਵਾਂ ਤੋਂ ਉਲਟ ਜਾ ਕੇ ਨਹੀਂ ਨਾ ਕੋਈ ਲੀਡਰਸ਼ਿਪ ਥੋਪੂਗਾ। ਅਮਰੀਕਾ ਨੂੰ ਤਾਂ ਹੈ ਵੀ ਡੈਮੋਕ੍ਰੈਟਿਕ ਪ੍ਰੋਸੈਸ ਵਿੱਚ ਆਓ। ਠੀਕ ਹੈ। ਤਾਂ ਉਹ ਭਾਰਤ ਵਿੱਚ ਵੀ ਇਹੀ ਗੱਲ ਕਰ ਰਿਹਾ ਵੀ ਜਿਹੜਾ ਭਾਰਤ ਵਿੱਚ ਹੁਣ ਸਿਸਟਮ ਚੱਲ ਰਿਹਾ ਇਹ ਡੈਮੋਕ੍ਰੈਟਿਕ ਨਹੀਂ ਹੈਗਾ। ਇਸੇ ਕਰਕੇ ਇਸ ਵਾਰ ਉਹਨਾਂ ਨੇ ਰਾਹੁਲ ਗਾਂਧੀ ਨੂੰ ਕਿੰਨੀ ਵੱਡੀ ਹੈ ਜਿਹੜੀ ਉਹ ਸਪੋਰਟ ਹੈ ਇੱਕ ਤਰ੍ਹਾਂ ਨਾਲ ਮਿਲੀ ਆ। ਆਪਾਂ ਦੇਖ ਸਕਦੇ ਹਾਂ ਵੀ ਇਹ ਰਾਹੁਲ ਗਾਂਧੀ ਦਾ ਸੋਸ਼ਲ ਮੀਡੀਆ ਤੇ ਜਾਂ ਹੋਰ ਥਾਵਾਂ ਤੇ ਇੰਨੀ ਵੱਡੀਆਂ ਪ੍ਰੋਫਾਈਲਸ ਜਾਣੀਆਂ, ਉਹ ਅਮਰੀਕਾ ਦੀ ਸਹਿਮਤੀ ਤੋਂ ਬਿਨਾਂ ਨਹੀਂ ਹੋਇਆ ਸਾਰਾ ਕੁਝ, ਨਾ। ਸੋ ਉਹ ਚਾਹੁੰਦੇ ਆ ਵੀ ਭਾਰਤ ਹੁਣ ਨਰਿੰਦਰ ਮੋਦੀ ਦੇ ਹੱਥਾਂ ਵਿੱਚ, ਉਹਨਾਂ ਨੂੰ ਪਤਾ ਵੀ ਭਾਰਤ ਨੇ ਰਸ਼ੀਆ ਬਣ ਜਾਣਾ। ਉਹ ਨਹੀਂ ਚਾਹੁੰਦੇ ਭਾਰਤ ਦੂਜਾ ਰਸ਼ੀਆ ਬਣੇ। ਉਹ ਭਾਰਤ ਨੂੰ ਇੱਕ ਡੈਮੋਕ੍ਰੈਟਿਕ ਸਟੇਟ ਹੀ ਰਹਿਣ ਦੇਣਾ ਚਾਹੁੰਦੇ ਆ। ਬੰਗਲਾਦੇਸ਼ ਵਿੱਚੋਂ ਉਹਨਾਂ ਨੇ ਤਾਨਾਸ਼ਾਹੀ ਖਤਮ ਕਰਕੇ ਡੈਮੋਕ੍ਰੇਸੀ ਦਾ ਤਜਰਬਾ ਕਰਿਆ। ਇਹ ਤਜਰਬਾ ਵੱਡੇ ਪੱਧਰ ਤੇ ਫਿਰ ਭਾਰਤ ਵਿੱਚ ਹੋ ਸਕਦਾ ਹੈਗਾ। ਮਿਸਟਰ ਯੂਨਸ ਆ ਜਿਹੜੇ ਇੰਟਰਮ ਗਵਰਨਮੈਂਟ ਚਲਾਉਣਗੇ, ਉਹ ਤੋਂ ਬਾਅਦ ਚੋਣਾਂ ਹੋਣਗੀਆਂ ਔਰ ਵਿਦਿਆਰਥੀ ਇਹਨਾਂ ਚੋਣਾਂ ਵਿੱਚ, ਅਗਲੀਆਂ ਚੋਣਾਂ ਵਿੱਚ ਵੱਡੀ ਪੱਧਰ ਤੇ ਭਾਗ ਲੈਣਗੇ। ਜਿਸ ਤਰ੍ਹਾਂ ਆਪਾਂ ਦੇਖਿਆ ਵੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਇਨਕਲਾਬ ਆਇਆ, ਇਸ ਤਰ੍ਹਾਂ ਦੇ ਇਨਕਲਾਬ ਨੇ ਜਿਹੜੇ ਬੰਗਲਾਦੇਸ਼ ਵਿੱਚ ਆਉਣਗੇ। ਜਿਹੜੇ ਰੀਅਲ ਵਿਦਿਆਰਥੀ ਨੇ, ਜਿਹੜੇ ਸੱਚ ਨਾਲ ਜੁੜੇ ਹੋਏ ਨੇ, ਜਿਹੜੇ ਆਪਣੇ ਮੁਲਕ ਨੂੰ ਡੈਮੋਕ੍ਰੈਟਿਕ ਲੀਹਾਂ ਤੇ ਚਲਾਉਣਾ ਚਾਹੁੰਦੇ ਆ, ਉਹ ਲੀਡਰ ਬਣ ਕੇ ਅੱਗੇ ਆਉਣਗੇ। ਹੋ ਸਕਦਾ ਕਿਉਂਕਿ ਤਜਰਬੇ ਦੇ ਆਧਾਰ ਤੇ ਮਿਸਟਰ ਯੂਨਸ ਨੂੰ ਪ੍ਰਾਈਮ ਮਿਨਿਸਟਰ ਚੁਣ ਲਿਆ ਜਾਵੇ ਬਾਅਦ ਵਿੱਚੋਂ ਵੀ, ਕਿਉਂਕਿ ਉਹਨਾਂ ਕੋਲ ਇੰਟਰਨੈਸ਼ਨਲੀ ਗੱਲ ਕਰਨ ਦਾ ਇੱਕ ਤਜਰਬਾ ਔਰ ਇੱਕ ਤਰ੍ਹਾਂ ਨਾਲ ਪ੍ਰੋਫਾਈਲ ਹੈਗੀ ਆ। ਪਰ ਬਾਕੀ ਦੀ ਲੀਡਰਸ਼ਿਪ ਆ ਜਿਹੜੀ ਉਹ ਵਿਦਿਆਰਥੀ ਚਲਾਉਣਗੇ। ਔਰ ਅਸੀਂ ਉਮੀਦ ਕਰਦੇ ਹਾਂ ਵੀ ਇਹ ਸੱਚੇ ਸੁੱਚੇ ਵਿਦਿਆਰਥੀ ਆ ਜਿਹੜੀ ਉਹ ਤਾਨਾਸ਼ਾਹੀ ਨੂੰ ਜਿਨ੍ਹਾਂ ਨੇ ਭਾਂਜ ਦਿੱਤੀ ਆ ਵੀ ਉਹ ਰੀਅਲ ਡੈਮੋਕ੍ਰੈਟਿਕ ਫੋਰਸਿਸ ਆ ਬੰਗਲਾਦੇਸ਼ ਦੀ ਅਗਵਾਈ ਕਰਨ। ਇਸ ਤਰ੍ਹਾਂ ਬਾਕੀ ਗੁਆਂਢੀ ਮੁਲਕਾਂ ਵਿੱਚ ਵੀ, ਸੋ ਭਾਰਤ ਵਿੱਚ ਵੀ ਤੇ ਹੋਰ ਗੁਆਂਢੀ ਮੁਲਕਾਂ ਵਿੱਚ ਵੀ ਜਿਹੜੀਆਂ ਡੈਮੋਕ੍ਰੈਟਿਕ ਫੋਰਸਿਸ ਆ ਉਹ ਸਾਹਮਣੇ ਆਉਣ। ਅਮਰੀਕਾ ਦਾ ਇਹ ਹੈਗਾ, ਭਾਰਤ ਨੂੰ ਉਹ ਜਿਸ ਤਰ੍ਹਾਂ ਰਸ਼ੀਆ ਨਹੀਂ ਬਣ ਦੇਣਾ ਚਾਹੁੰਦੇ, ਨਾ ਬੰਗਲਾਦੇਸ਼ ਨੂੰ ਰਸ਼ੀਆ ਬਣ ਦੇਣਾ ਚਾਹੁੰਦੇ ਹੈਗੇ। ਸੋ ਪਹਿਲਾ ਤਜਰਬਾ ਉਹਨਾਂ ਨੇ ਕਰ ਲਿਆ। ਭਾਰਤ ਤੇ ਕਦੋਂ ਕਰਦੇ ਆ,
ਆਇਆ ਰਸ਼ੀਆ ਨੂੰ ਰੀਸਟਰਕਚਰ ਕਰਨ ਤੋਂ ਬਾਅਦ ਕਰਦੇ ਆ ਜਾਂ ਉਹ ਤੋਂ ਪਹਿਲਾਂ ਕਰ ਲੈਂਦੇ ਆ। ਇਟ ਇਜ਼ ਮੈਟਰ ਆਫ ਟਾਈਮ। ਇਹ ਫਿਰ ਆਪਾਂ ਸਮਝੀਏ ਵੀ ਏਸ਼ੀਆ ਦੀ ਜਿਹੜੀ ਟੁੱਟ ਭੱਜ ਆ ਜਾਂ ਰੀਸਟਰਕਚਰਿੰਗ ਆ, ਉਸ ਦਾ ਜਿਹੜਾ ਅਸਲ ਆ ਇਹ ਹੁਣ ਸ਼ੁਰੂ ਹੋ ਗਿਆ। ਹਾਂਜੀ ਹਾਂਜੀ, ਬਿਲਕੁਲ ਬਿਲकुल, ਕਿਉਂਕਿ ਪਿਛਲੇ ਮਹੀਨੇ ਹੀ ਇੱਕ ਖਾਸ ਸੰਦੇਸ਼ ਆਇਆ ਵੀ ਅਮਰੀਕਾ ਹੈਗਾ ਬੰਗਲਾਦੇਸ਼ ਦਾ ਕੁਝ ਹਿੱਸਾ ਤੋੜ ਕੇ ਔਰ ਬਰਮਾ ਦਾ ਕੁਝ ਹਿੱਸਾ ਤੋੜ ਕੇ ਇੱਕ ਉੱਥੇ ਨਵਾਂ ਮੁਲਕ ਬਣਾਉਣ ਜਾ ਰਿਹਾ ਹੈਗਾ, ਤਾਂ ਕਿ ਉੱਥੇ ਇੱਕ ਬਫਰ ਸਟੇਟ ਬਣੇ, ਜਿਹਦੇ ਨਾਲ ਜਿਹੜੀ ਵਾਇਲੈਂਸ ਬਰਮਾ ਵਿੱਚ ਵੀ ਹੁੰਦੀ ਆ ਤੇ ਬੰਗਲਾਦੇਸ਼ 'ਚ ਹੁੰਦੀ ਆ ਤੇ ਹੋਰ ਕਿਹੜੀਆਂ ਟੈਰੀਟਰੀਆਂ ਉਹ ਸ਼ਾਮਲ ਕਰਦਾ ਉਹਦੇ ਵਿੱਚ, ਇਹ ਆਉਣ ਵਾਲਾ ਸਮਾਂ ਜਿਹੜਾ ਦੱਸੇਗਾ। ਸੋ ਪਹਿਲਾਂ ਉੱਥੇ ਇੱਕ ਤਰ੍ਹਾਂ ਨਾਲ ਤਜਰਬਾ ਕੀਤਾ ਜਾ ਰਿਹਾ। ਸੋ ਇਹ ਆਪਾਂ ਦੇਖ ਵੀ ਸਕਦੇ ਵੀ ਹੋ ਸਕਦਾ ਫਸਟ ਸਟੈਪ ਹੀ ਹੋਵੇ, ਹਨਾ, ਵੀ ਸ਼ੇਖ ਹਸੀਨਾ ਰਾਹੀਂ ਉਹ ਜਿਹੜਾ ਮਸਲਾ ਹੱਲ ਨਹੀਂ ਸੀ ਕੀਤਾ ਜਾ ਸਕਦਾ, ਇੱਕ ਡੈਮੋਕ੍ਰੈਟਿਕ ਪ੍ਰੋਸੈਸ ਚੋਂ ਆ ਕੇ ਉੱਥੇ ਇੱਕ ਬਫਰ ਸਟੇਟ ਆ ਜਿਹੜੀ ਬਣਾ ਦਿੱਤੀ ਜਾਵੇ। ਸੋ ਸਾਊਥ ਏਸ਼ੀਆ ਦੀ ਟੁੱਟ ਭੱਜ ਦਾ ਇੱਕ ਸੰਕੇਤ ਆ ਜਿਹੜੇ ਮਿਲ ਰਹੇ ਹੈਗੇ ਵੀ ਕਿਤੇ ਨਾ ਕਿਤੇ ਕੰਮ ਸ਼ੁਰੂ ਹੋ ਸਕਦਾ। ਬਾਕੀ ਹੁਣ ਅਮਰੀਕਾ ਦੀਆਂ ਚੋਣਾਂ ਤੋਂ ਬਾਅਦ ਦੇਖਿਆ ਜਾਊਗਾ ਵੀ ਜੇ ਡੈਮੋਕ੍ਰੈਟਿਕ ਪਾਰਟੀ ਆ ਜਾਂਦੀ ਹੈ ਜਿਹਦੀਆਂ ਕਿ ਦੁਬਾਰੇ ਉਮੀਦਾਂ ਵੱਧ ਰਹੀਆਂ ਨੇ। ਸੋ ਬੀਬੀ ਕਮਾਲਾ ਹੈਰਿਸ ਦੀ ਜਿਹੜੀ ਰੇਟਿੰਗ ਆ ਉਹ ਵੱਧ ਰਹੀ ਹੈਗੀ ਆ। ਸੋ ਡੋਨਲਡ ਟਰੰਪ ਪਿੱਛੇ ਰਹਿ ਗਏ ਹੋਏ ਨੇ। ਸੋ ਜੇ ਉਹ ਹੀ ਟੀਮ ਆ ਟੈਕਨੋਕ੍ਰੈਟਸ ਦੀ ਰਹਿੰਦੀ ਐਂਥਨੀ ਬਲਿੰਕਨ ਦੀ ਤੇ CIA ਦੀ ਤੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ, ਤਾਂ ਉਹ ਬਹੁਤ ਕੁਝ ਅਗਲੇ 5 ਸਾਲਾਂ ਵਿੱਚ ਕਰ ਦੇਣਗੇ। ਆਪਾਂ ਦੇਖ ਰਹੇ ਵੀ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਬੜੇ ਥਾਵਾਂ ਦੇ ਉੱਤੇ ਹੋ ਰਹੀਆਂ, ਈਰਾਨ ਤੇ ਇਜ਼ਰਾਈਲ ਦਾ ਹੁਣ ਜਿਹੜਾ ਪੇਚਾ ਦੁਬਾਰਾ ਪੈ ਰਿਹਾ। ਤੁਸੀਂ ਕੁਝ ਪ੍ਰੋਗਰਾਮ ਤੋਂ ਪਹਿਲਾਂ ਦੱਸਿਆ ਸੀਗਾ ਵੀ ਪਾਕਿਸਤਾਨ, ਅਫਗਾਨਿਸਤਾਨ, ਈਰਾਨ ਦਾ ਜਿਹੜੀ ਨੁੱਕਰ ਆ ਉੱਥੇ ਕੋਈ ਬਫਰ ਸਟੇਟ ਦਾ ਹੋ ਸਕਦਾ ਆ। ਬਰਮਾ ਦਾ ਵੀ ਆਪਾਂ ਰੌਲਾ ਦੇਖ ਰਹੇ ਹਾਂ ਹੁਣ, ਨਾਲ ਬੰਗਲਾਦੇਸ਼ ਦਾ ਵੀ ਆ, ਉਧਰ ਯੂਕਰੇਨ ਵਾਲੇ ਪਾਸੇ ਵੀ ਆ। ਇਹ ਸਾਰੇ ਪਾਸੇ ਜਿਹੜੀਆਂ ਗਲੋਬਲੀ ਜੀਓਪੋਲਿਟਿਕਸ ਲਈ ਜੋ ਇਹ ਸਾਰਾ ਕੁਝ ਚੱਲ ਰਿਹਾ ਆ, ਇਹ ਸਭ ਬਫਰ ਸਟੇਟਾਂ ਦੇ ਲਈ ਜਾਂ ਨਵੇਂ ਮੁਲਕਾਂ ਦੀ ਕਹਿ ਸਕਦੇ ਵੀ ਇਹ ਨੀਹਾਂ ਰੱਖ ਹੋ ਰਹੀਆਂ। ਹੁਣ ਤੁਸੀਂ ਦੇਖੋ ਜਿਹੜਾ ਈਰਾਨ ਵਿੱਚ ਨਵਾਂ ਪ੍ਰੈਜ਼ੀਡੈਂਟ ਆਇਆ ਉਹ ਪ੍ਰੋ ਅਮਰੀਕਨ ਆ, ਐਨਾ ਐਂਟੀ ਅਮਰੀਕਨ ਨਹੀਂ ਹੈਗਾ, ਹਨਾ। ਇਟ ਮੀਨਸ ਵੀ ਉਹ ਉੱਥੇ CIA ਨੇ ਬਹੁਤ ਵਰਕ ਕਰਿਆ ਹੋਊਗਾ, ਹਨਾ। ਇਹ ਵੀ ਤਾਂ ਦੇਖੋ ਨਾ ਆਪਾਂ। ਠੀਕ ਹੈ, ਅੱਜ ਉਹਨਾਂ ਦਾ ਜਿਹੜਾ ਹਮਾਸ ਦਾ ਲੀਡਰ ਮਾਰਿਆ ਉਹਦੇ ਕਰਕੇ ਇਜ਼ਰਾਈਲ ਨਾਲ ਉਹਨਾਂ ਦੇ ਰਿਲੇਸ਼ਨ ਗਾਹ ਨੇ। ਸੋ ਅਮਰੀਕਾ ਵੀ ਇਜ਼ਰਾਈਲ ਨਾਲ ਕਿਸੇ ਖਾਸ ਹੱਦ ਤੱਕ ਹੀ ਬੰਨਿਆ ਹੋਇਆ। ਜਦੋਂ ਉਹਦੇ ਇਹ ਇੰਟਰਸਟ ਜਿਹੜੇ ਜੀਓਪੋਲਿਟਿਕਸ ਦੇ ਸਾਊਥ ਏਸ਼ੀਆ ਐਂਡ ਏਸ਼ੀਆ ਦੇ ਇੰਟਰਸਟ ਸਾਹਮਣੇ ਆਉਣੇ ਆ, ਤਾਂ ਹੁਣ ਜੇ ਬੰਗਲਾਦੇਸ਼ ਵਿੱਚ ਪ੍ਰੋ ਅਮਰੀਕਨ ਗਵਰਨਮੈਂਟ ਆ ਜਾਂਦੀ ਆ, ਉਧਰ ਈਰਾਨ ਦਾ ਰਾਸ਼ਟਰਪਤੀ ਆ ਕਾਫੀ ਸੌਫਟ ਕਾਰਨਰ ਰੱਖਦਾ ਔਰ ਉਹ ਚਾਹੁੰਦਾ ਵੀ ਪਾਬੰਦੀਆਂ ਹਟ ਜਾਣ, ਅਸੀਂ ਇਕਨੋਮਿਕਲੀ ਤੇ ਸੋਸ਼ਲੀ ਜਿਹੜਾ ਅੱਗੇ ਕੰਮ ਕਰਨਾ, ਜਿਹੜਾ ਬਾਕੀ ਦੁਨੀਆ ਨਾਲ ਉਹ ਕੰਮ ਸ਼ੁਰੂ ਕਰੀਏ। ਸੋ ਚਾਈਨਾ ਨੇ ਆਪਾਂ ਦੇਖਿਆ ਵੀ ਬਰੋਕ ਕਰਾਇਆ ਸੀਗਾ ਸਾਊਦੀ ਅਰੇਬੀਆ ਦਾ ਤੇ ਈਰਾਨ ਦਾ ਸਮਝੌਤਾ ਕਰਾਇਆ ਸੀਗਾ। ਸੋ ਇਹ ਬਹੁਤ ਕੁਛ ਆ। ਹੁਣ ਬੰਗਲਾਦੇਸ਼ ਵਾਲੇ ਸੀਨ ਵਿੱਚ ਵੀ ਚਾਈਨਾ ਦੀ ਇਨਵੋਲਵਮੈਂਟ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਟ ਮੀਨਸ ਅਮਰੀਕਾ ਐਂਡ ਚਾਈਨਾ ਸਟ੍ਰੈਟਜੀਕਲੀ ਸਾਊਥ ਏਸ਼ੀਆ ਬਾਰੇ ਰਲ ਕੇ ਚੱਲ ਰਹੇ ਨੇ। ਠੀਕ ਹੈ। ਉਹਨਾਂ ਦਾ ਇਹ ਹੋ ਸਕਦਾ ਵੀ ਇਕਨੋਮਿਕਲੀ ਉਹਨਾਂ ਦੀਆਂ ਵੱਖਰੀਆਂ ਜਿਹੜੀਆਂ ਰਾਈਵਲਰੀਜ਼ ਆ ਉਹ ਰਹਿਣਗੀਆਂ, ਪਰ ਇੰਡੀਆ ਦੇ ਮਾਮਲੇ ਵਿੱਚ ਅਮਰੀਕਾ ਤੇ ਚਾਈਨਾ, ਹੁਣ ਬੰਗਲਾਦੇਸ਼ ਵਿੱਚ ਵੀ ਚਾਈਨਾ ਤੇ ਅਮਰੀਕਾ ਨੇ ਰਲ ਕੇ ਕੰਮ ਕਰਿਆ। ਈਰਾਨ ਦਾ ਤੇ ਸਾਊਦੀ ਅਰੇਬੀਆ ਦਾ ਸਮਝੌਤਾ ਕਰਾਉਣ ਵਿੱਚ ਵੀ ਜੇ ਚਾਈਨਾ ਦਾ ਹੱਥ ਆ ਤਾਂ ਅਮਰੀਕਾ ਦੀ ਸਹਿਮਤੀ ਤੋਂ ਬਿਨਾਂ ਨਹੀਂ ਹੋਇਆ ਹੋਊਗਾ। ਉਹਨੇ ਫੈਸਿਲਿਟੇਟ ਕੀਤਾ ਹੋਊਗਾ ਵੀ ਜੇ ਸਾਡੇ ਰਾਹੀਂ ਨਹੀਂ ਹੁੰਦਾ, ਹਨਾ। ਸੋ ਅਮਰੀਕਾ ਇਸ ਗੱਲੋਂ ਕਾਫੀ ਜਿਹੜੇ ਕੋਰਡੀਅਲ ਰਿਲੇਸ਼ਨਸ ਆ ਉਹ ਰੱਖ ਕੇ ਚੱਲ ਰਿਹਾ ਹੈਗਾ। ਫਿਰ ਤੁਸੀਂ ਦੇਖੋ ਕਤਰ ਦਾ ਅਮਰੀਕਾ ਰਾਹੀਂ ਤੇ ਤਾਲਿਬਾਨਾਂ ਦਾ ਜਿਹੜਾ ਹੋਇਆ ਉਹ ਦੇਖੋ ਨਾ, ਉਹਦੇ ਵਿੱਚ ਵੀ ਚਾਈਨਾ ਇਨਡਾਇਰੈਕਟਲੀ ਕਿਤੇ ਨਾ ਕਿਤੇ ਇਨਵੋਲਵ ਹੈਗਾ ਵਾਇਆ ਕਤਰ ਚਾਈਨਾ, ਉਹ ਤਾਂ ਉਹ ਅਫਗਾਨਿਸਤਾਨ ਤੱਕ ਗਏ ਹੈਗੇ ਆ, ਹਨਾ। ਮਤਲਬ ਕਿ ਇਸ ਤਰ੍ਹਾਂ ਇਹ ਜਿਹੜੀ ਸਿਚੁਏਸ਼ਨ ਕ੍ਰੀਏਟ ਹੋ ਰਹੀ ਹੈ ਨਾ ਸਾਊਥ ਏਸ਼ੀਆ ਵਿੱਚ, ਇਹ ਬੜੀ ਕ੍ਰਿਟੀਕਲ ਆ ਔਰ ਅਗਲੇ 15-20 ਸਾਲ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਏਸ਼ੀਆ ਦੀ ਸਮੁੱਚੀ ਰਾਜਨੀਤੀ ਲਈ। ਅਮਰੀਕਾ ਸਿੱਧੇ ਰੂਪ ਦੇ ਵਿੱਚ ਭਾਰਤ ਨੂੰ ਇਸਨੇ ਇਸ ਪੂਰੇ ਮਾਮਲੇ ਦੇ ਜ਼ਰੀਏ, ਇਸ ਘਟਨਾਕ੍ਰਮ ਦੇ ਜ਼ਰੀਏ ਕੀ ਸੰਦੇਸ਼ ਦਿੱਤਾ? ਹਾਂਜੀ, ਅਮਰੀਕਾ ਨੇ ਇਹ ਸੰਦੇਸ਼ ਦਿੱਤਾ ਵੀ ਇੱਕ ਤਾਂ ਤਾਨਾਸ਼ਾਹ ਜਿਹੜਾ ਵਤੀਰਾ ਤੁਹਾਨੂੰ ਆਪਣਾ ਖਤਮ ਕਰਨਾ ਪਊਗਾ ਜਿਸ ਕਿਸਮ ਦੇ ਰਾਹਾਂ ਤੇ ਚੱਲ ਰਹੇ ਆ, ਔਰ ਜਿਹੜਾ ਖਾਸ ਕਰਕੇ ਰਸ਼ੀਆ ਨਾਲ ਤੁਸੀਂ ਹਮਬਗਲ ਹੋ ਰਹੇ ਹੋ ਉਹ ਅਮਰੀਕਾ ਪ੍ਰਵਾਹ ਨਹੀਂ ਕਰਦਾ। ਹਾਲ ਦੀ ਘੜੀ ਹਾਲੇ ਵੀ ਇੰਨਾ ਜ਼ਿਆਦਾ ਕਹਿਰ ਵਾਪਰਨ ਦੇ ਬਾਵਜੂਦ ਵੀ ਉਹ ਕੁਵੈਟ ਦੀ ਮੀਟਿੰਗ ਹੋਈ ਆ ਪਿਛਲੇ ਦਿਨੀ, ਮੇਰੇ ਖਿਆਲ ਪਿਛਲੇ ਹਫ਼ਤੇ, ਉਹਦੇ ਵਿੱਚ ਭਾਰਤ ਨੂੰ ਸੱਦਿਆ ਗਿਆ। ਹਲੇ ਕੁਵੈਟ ਵਿੱਚੋਂ ਇਹਨੂੰ ਮਾਈਨਸ ਨਹੀਂ ਕਰ ਰਹੇ, ਉਹ ਕਿਤੇ ਨਾ ਕਿਤੇ ਰੱਖ ਰਹੇ ਆ, ਉਹਨੂੰ ਹਲੇ ਵੀ ਚਾਂਸ ਦੇ ਰਹੇ ਹੈਗੇ, ਹਨਾ। ਸੋ ਵੀ ਕਿਤੇ ਨਾ ਕਿਤੇ ਜੇ ਉਹ ਚੱਲ ਜਾਵੇ, ਪਰ ਉਹ ਮੈਨੂੰ ਲੱਗਦਾ ਵੀ ਜੇ ਲੰਬੇ ਸਮੇਂ ਤੱਕ ਭਾਰਤ ਇਸ ਤਰ੍ਹਾਂ ਕਰਦਾ ਰਿਹਾ ਤਾਂ ਫਿਰ ਉਹ ਵੀ ਖਫਾ ਹੋ ਜਾਣਗੇ ਤੇ ਉਹਨਾਂ ਨੂੰ ਜਿਹੜੀਆਂ ਲਾਈਨਾਂ ਨੇ ਵਾਹੁਣੀਆਂ ਪੈਣਗੀਆਂ। ਇਹ ਭਾਰਤ ਨੂੰ ਸੰਦੇਸ਼ ਆ ਵੀ ਉਹ ਰਸ਼ੀਆ ਵੱਲ ਨਾ ਉਤਰੇ। ਹਾਲੇ ਵੀ ਜੇ ਉਹ ਅਮਰੀਕਨ ਜਿਹੜੀ ਗੇਮ ਪਲਾਨ ਆ ਉਹਦੇ ਵਿੱਚ ਆ ਜਾਂਦਾ ਹੈਗਾ ਤਾਂ ਉਹ ਚਾਈਨਾ ਤੋਂ ਵੀ ਬਚਾਇਆ ਜਾ ਸਕਦਾ ਉਹਨੂੰ। ਚਾਈਨਾ, ਕਿਉਂਕਿ ਚਾਈਨਾ ਨਾਲ ਅਮਰੀਕਾ ਦੇ ਸੰਬੰਧ ਆਪਾਂ ਦੇਖਿਆ ਵੀ ਇੰਨੇ ਜ਼ਿਆਦਾ ਵਿਗੜੇ ਨਹੀਂ ਹੈਗੇ ਵੀ ਬੰਦੂਕਾਂ ਤੜੀਆਂ ਹੋਈਆਂ ਨੇ। ਸੋ ਡਿਪਲੋਮੈਟਿਕਲੀ ਉਹ ਭਾਰਤ ਨਾਲ, ਜੇ ਭਾਰਤ ਅਮਰੀਕਾ ਨਾਲ ਜਾਂ ਇੱਕ ਤਰ੍ਹਾਂ ਨਾਲ ਖੜ ਜਾਂਦਾ ਹੈਗਾ
ਤਾਂ ਚਾਈਨਾ ਦੇ ਨਾਲ ਵੀ ਅਮਰੀਕਾ ਉਹਦੇ ਚੰਗੇ ਰਿਲੇਸ਼ਨ ਬਣਾ ਸਕਦਾ, ਉਹਦੇ ਜਿਹੜੇ ਬਾਰਡਰ ਡਿਸਪਿਊਟਸ ਨੇ ਉਹ ਕਿਤੇ ਨਾ ਕਿਤੇ ਹੱਲ ਹੋ ਸਕਦੇ ਹੈਗੇ ਆ। ਬੀਤੇ ਦਿਨਾਂ ਦੇ ਵਿੱਚ ਚਾਈਨਾ ਦੇ ਫੋਰਨ ਮਿਨਿਸਟਰੀ ਜਾਂ ਉਹਨਾਂ ਦੇ ਅਜਿਹੇ ਇੱਕ ਸਪੋਕਸਪਰਸਨ ਦੇ ਦੁਆਰਾ ਖਾਲਿਸਤਾਨ ਨੂੰ ਲੈ ਕੇ ਵੀ ਬਿਆਨ ਜਿਹੜਾ ਉਹ ਕਾਈਂਡ ਆਫ ਹੋਇਆ ਸੀ, ਜਿਹੜਾ ਸਿੱਖਾਂ ਨੂੰ ਜਿਹੜਾ ਉਹ ਲੈ ਕੇ ਉਹਨੂੰ ਇਹ ਆਪਾਂ ਸਾਰਾ ਵਰਤਾਰਾ ਕਿੱਦਾਂ ਦੇਖੀਏ ਤੇ ਅਮਰੀਕਾ, ਕੈਨੇਡਾ, ਫਾਈਵ ਆਈਜ਼ ਵਾਲੇ ਸਾਰੇ ਜਾਣੇ ਭਾਰਤ ਦੇ ਦੁਆਲੇ ਹੋਏ ਆ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਇੱਥੇ ਕਰ ਰਹੇ ਸੀ। ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਵੀ ਚੱਲ ਰਿਹਾ, ਉਧਰ ਚਾਈਨਾ ਦਾ ਵੀ ਕਿਤੇ ਕਿਤੇ ਬਿਆਨ ਆ ਜਾਂਦਾ ਆ। ਇਹਦੇ ਪੂਰੇ ਮਾਮਲੇ ਨੂੰ ਆਪਾਂ ਸਿੱਖਾਂ ਦੇ ਸੰਦਰਭ ਦੇ ਵਿੱਚ ਆਪਾਂ ਕਿੱਦਾਂ ਦੇਖੀਏ? ਹਾਂਜੀ, ਹੁਣ ਆਪਾਂ ਦੇਖ ਸਕਦੇ ਹਾਂ ਵੀ ਚਾਈਨਾ ਤੇ ਫਾਈਵ ਆਈਜ਼ ਆ ਜਿਹੜੇ ਇੱਕੋ ਵੇਵਲੈਂਥ ਤੇ ਚੱਲ ਰਹੇ ਹੈਗੇ ਆ। ਜੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਜਿਹੜੇ ਆਪਾਂ ਗੱਲਾਂ ਹੁਣੇ ਕਰਕੇ ਆਏ ਆ ਵੀ ਕਿਤੇ ਨਾ ਕਿਤੇ ਉਹਨਾਂ ਵਿੱਚ ਕੋਰੀਅਲ ਰਿਲੇਸ਼ਨ ਹੈਗੇ ਆ, ਬਿਟਰਨੈਸ ਵੀ ਹੈਗੀ ਆ ਕੁਝ ਰਿਲੇਸ਼ਨਸ ਵਿੱਚ, ਇਕਨੋਮੀ ਵਿੱਚ ਹੈਗੀ ਆ। ਹੁਣ ਤੁਸੀਂ ਦੇਖੋ ਵੀ ਜਿਹੜੀਆਂ ਇਲੈਕਟ੍ਰਿਕ ਵਹੀਕਲਸ ਆਉਂਦੇ ਹੈਗੇ ਉਹਦੇ ਤੇ 100% ਡਿਊਟੀ ਲਾ ਦਿੱਤੀ ਹੋਈ ਹੈ ਨਾ, ਸੋ ਉਹਨਾਂ ਨੇ ਆਪਣੀ ਮਾਰਕੀਟ ਵਿੱਚ ਪਹੁੰਚਾਉਣੀ ਆ। ਇਕਨੋਮਿਕ ਰਾਈਵਲਰੀ ਹੈਗੀ ਆ ਨਾ, ਉਹ ਇੱਕ ਤਰ੍ਹਾਂ ਨਾਲ ਚੱਲਦੀ ਹੁੰਦੀ ਆ ਹਰੇਕ ਮੁਲਕ ਵਿੱਚ, ਈਵਨ ਪਾਰਟੀਆਂ ਵਿੱਚ ਆ ਜਿਹੜੀ ਉਹ ਚੱਲਦੀ ਹੁੰਦੀ ਹੈਗੀ ਆ। ਪਰ ਕਿਸੇ ਨਾ ਕਿਸੇ ਥਾਂ ਤੇ ਜਾ ਕੇ ਇੱਕ ਸੇਮ ਵੇਵਲੈਂਥ ਤੇ ਵੀ ਉਹ ਖੜਦੇ ਹੈਗੇ। ਹਾਲਾਂਕਿ ਜਿਹੜਾ ਕੁਐਡ ਆ ਉਹ ਚਾਈਨਾ ਨੂੰ ਕਾਊਂਟਰ ਕਰਨ ਲਈ 4 ਮੁਲਕਾਂ ਨੇ ਬਣਾਇਆ ਹੋਇਆ ਹਨਾ, ਪਰ ਕਿਸੇ ਕੋਈ ਖਾਸ ਇੰਟਰਸਟ ਤੇ ਆ ਕੇ ਚਾਈਨਾ ਜਿਹੜਾ ਉਹਨਾਂ ਨਾਲ ਸੇਮ ਵੇਵਲੈਂਥ ਤੇ ਕੰਮ ਕਰਦਾ, ਚਾਹੇ ਉਹ ਇਰਾਨ ਵਾਲੇ ਮੁੱਦੇ ਤੇ ਹੋਵੇ, ਚਾਹੇ ਬੰਗਲਾਦੇਸ਼ ਵਾਲੇ ਮੁੱਦੇ ਤੇ ਹੋਵੇ ਹਨਾ, ਚਾਹੇ ਤਾਲਿਬਾਨ ਵਾਲੇ ਵਾਇਆ ਕਤਰ ਮੁੱਦੇ ਤੇ ਹੋਵੇ। ਸੋ ਇਹ ਜਿਹੜੀਆਂ ਹੈਗੀਆਂ ਵੀ ਦੋਸਤੀਆਂ ਤੇ ਦੁਸ਼ਮਣੀਆਂ ਦੇ ਇੱਕ ਵੱਡੇ ਰਿਲੇਸ਼ਨਸ ਨੇ, ਉਹਦੇ ਵਿੱਚੋਂ ਹੀ ਚਾਈਨਾ ਹੈਗਾ ਜਿਹੜੀ ਉਹ ਫਾਈਵ ਆਈਜ਼ ਵਾਲੀ ਤੇ ਜਿਹੜੇ ਡੈਮੋਕ੍ਰੈਟਿਕ ਕੰਟਰੀਜ਼ ਆ, ਜਿਹੜੀ ਲਿਬਰਲ ਡੈਮੋਕ੍ਰੇਸੀਜ਼ ਆ, ਉਹਨਾਂ ਦੀ ਆਵਾਜ਼ ਦੇ ਨਾਲ ਆਵਾਜ਼ ਰਲਾ ਕੇ ਉਹ ਸਿੱਖਾਂ ਦੇ ਮਾਮਲੇ ਵਿੱਚ ਬਿਆਨਬਾਜ਼ੀ ਕਰ ਰਿਹਾ ਹੈ। ਜੀ, ਸਿੱਖਾਂ ਨੂੰ ਕੌਮ ਦੇ ਲੀਡਰਸ ਨੂੰ ਇਹ ਸਾਰੇ ਵਰਤਾਰੇ ਚੋਂ ਉਹਨਾਂ ਨੂੰ ਕੀ ਸਿੱਖਣਾ ਚਾਹੀਦਾ ਹੈ? ਹਾਂਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਵੀ ਕੌਮ ਨੂੰ ਇੱਕ ਚੰਗੀ ਜਿਹੜੇ ਬਹੁਤ ਹੀ ਸੂਝਵਾਨ ਸਟੇਟਸਮੈਨ ਹੋਣ, ਉਹਨਾਂ ਸਟੇਟਸਮੈਨ ਨੂੰ ਅਮਰਜ ਕਰਨਾ ਚਾਹੀਦਾ ਹੈਗਾ। ਅਸੀਂ ਹਾਲ ਦੀ ਕੜੀ ਕਹਿ ਸਕਦੇ ਹਾਂ ਵੀ ਸਿੱਖਾਂ ਕੋਲ ਉਸ ਵੱਡੇ ਪੱਧਰ ਦੇ ਸਟੇਟਸਮੈਨ ਨਹੀਂ ਹੈਗੇ। ਸਾਡੇ ਜਿਹੜੇ ਪੋਲੀਟੀਸ਼ੀਅਨ ਵੈਸਟ ਨਾਲ ਇੰਟਰੈਕਟ ਕਰ ਰਹੇ ਆ ਉਹਨਾਂ ਵਿੱਚ ਹਾਲੇ ਵੀ ਉਹ ਵੱਡੀਆਂ ਕੁਆਲਿਟੀਆਂ ਨਹੀਂ। ਬੇਸ਼ੱਕ ਵੈਸਟ ਉਹਨਾਂ ਨਾਲ ਚੰਗਾ ਰਿਸ਼ਤਾ ਬਣਾ ਕੇ ਚੱਲ ਰਿਹਾ ਹੈਗਾ, ਪਰ ਜਿੰਨੇ ਸ਼ਾਰਪ, ਸਿਆਣੇ, ਇਮਾਨਦਾਰ ਔਰ ਇੱਕ ਤਰ੍ਹਾਂ ਨਾਲ ਪੋਲੀਟੀਕਲੀ ਸਾਊਂਡ ਸਟੇਟਸਮੈਨ ਚਾਹੀਦੇ ਆ ਸਾਡੇ ਕੋਲ, ਉਹ ਨਹੀਂ ਹੈਗੇ। ਉਹ ਲੀਡਰਸ਼ਿਪ ਤੁਹਾਨੂੰ ਅਮਰਜ ਕਰਨੀ ਪਊਗੀ। ਉਹਦੇ ਲਈ ਲੀਡਰਸ਼ਿਪ ਦੇ ਜਿਹੜੇ ਕੈਂਪ ਲਾਉਣੇ ਪੈਣਗੇ, ਲੀਡਰਸ਼ਿਪ ਨੂੰ ਅਮਰਜ ਕਰਨ ਲਈ ਜਿਹੜੀਆਂ ਵੱਖ-ਵੱਖ ਪਾਲਿਸੀਜ਼ ਆ, ਇੰਟਰਨੈਸ਼ਨਲ ਪੋਲਾਈਟੀ ਦੀਆਂ ਪਾਲਿਸੀਜ਼ ਆ, ਉਹਨਾਂ ਨੂੰ ਸਮਝਣਾ ਪਵੇਗਾ, ਉਹਨਾਂ ਦੇ ਅੰਡਰਕਰੰਟਸ ਨੂੰ ਸਮਝਣਾ ਪਵੇਗਾ, ਉਹਨਾਂ ਦੀ ਸਾਈਕੋਲੋਜੀ ਨੂੰ, ਉਹਨਾਂ ਦੀ ਫਿਜ਼ੀਓਲੋਜੀ ਨੂੰ, ਹਿਸਟਰੀਓਲੋਜੀ ਨੂੰ, ਸਾਰੇ ਕੁਝ ਨੂੰ ਸਮਝ ਕੇ ਇੱਕ ਬਹੁਤ ਹੀ ਵਧੀਆ ਘੱਟੋ ਘੱਟ 10-15 ਬੰਦਿਆਂ ਦੀ ਇੱਕ ਟੀਮ ਇਸ ਤਰ੍ਹਾਂ ਦੀ ਹੋਵੇ ਵੀ ਜਿਹੜੀ ਵਰਲਡ ਵਾਈਡ ਆ, ਜਿਹੜੀ ਰੈਕਗਨਾਈਜ਼ ਹੋਵੇ ਔਰ ਜਿਹੜੀ ਬਹੁਤ ਸ਼ਾਰਪ ਹੋਵੇ ਪੋਲੀਟੀਕਲੀ, ਔਰ ਜਿਹੜੀ ਗਲੋਬਲ ਪੋਲਿਟਿਕਸ ਐਂਡ ਇਕਨੋਮੀ ਦੀ ਬਹੁਤ ਮਾਹਰ ਹੋਵੇ। ਇਸ ਤਰ੍ਹਾਂ ਦੀ ਐਮਰਜੈਂਸੀ ਦੀ ਸਾਨੂੰ ਲੋੜ ਹੈਗੀ ਆ। ਸਿੱਖਾਂ ਨੂੰ ਬਹੁਤ ਹੀ ਵਧੀਆ ਲੀਡਰਸ਼ਿਪ ਅਮਰਜ ਕਰਨ ਦੀ ਇਸ ਵੇਲੇ ਵੈਕਿਊਮ ਆ। ਜਿੰਨੇ ਕੁ ਵੀ ਲੀਡਰਸ਼ਿਪ ਹੈਗੀ ਆ ਉਹ ਅਪ ਟੂ ਸਟੈਂਡਰਡ ਨਹੀਂ ਹੈਗੀ, ਜਿਸ ਕਿਸਮ ਦੇ ਚੈਲੰਜਸ ਸਿੱਖ ਹੋਣ ਦੇ ਸਾਹਮਣੇ ਆ। ਸੋ ਸਾਨੂੰ ਅਪ ਟੂ ਦੈਟ ਸਟੈਂਡਰਡ ਆਪਣੀ ਲੀਡਰਸ਼ਿਪ ਕ੍ਰੀਏਟ ਕਰਨੀ ਪਊਗੀ। ਧੰਨਵਾਦ ਅਵਤਾਰ ਸਿੰਘ ਜੀ, ਬੜੀ ਮਿਹਰਬਾਨੀ। ਇਸ ਪੂਰੇ ਨਵੇਂ ਮਾਮਲੇ ਦੇ ਉੱਤੇ ਤੁਸੀਂ ਚਾਨਣਾ ਪਾਇਆ, ਡੂੰਘਾਈ ਤੱਕ ਗਏ, ਇਸ ਦੇ ਬਾਰੇ ਸਾਡੇ ਸਰੋਤਿਆਂ, ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਅਗਲੀ ਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।